ਧੱਕੇਸ਼ਾਹੀ ਨਹੀਂ ਚਲੇਗੀ, ਧੱਕੇਸ਼ਾਹੀ ਨਹੀਂ ਚਲੇਗੀ। ਇਹ ਜੀ BDPO ਚੋਲਾ ਲੋ ਮੈਡਮ ਜੀ ਜਿਹੜੇ ਇੱਥੇ ਸਾਡੇ BDPO ਹੈ, ਉਹਨਾਂ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਕੋਈ ਅੱਜ ਤੋਂ 5-6 ਦਿਨ ਪਹਿਲਾਂ ਵੀ ਸਾਡੇ ਨਰੇਗਾ ਮੁਲਾਜ਼ਮ ਜਿਹੜੇ ਉਹਨਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਗਿਆ ਸੀ ਤੇ ਉਦੋਂ ਇਹਨਾਂ ਨੇ ਮੈਨੂੰ ਅੰਦਰੋਂ ਕਾਲ ਕੀਤੀ ਕਿ ਸਾਡੇ ਨਾਲ ਆਹ ਵਤੀਰਾ ਕੀਤਾ ਵੀਡੀਓ ਮੈਡਮ ਨੇ। ਮੈਂ ਇਹਨਾਂ ਨੂੰ ਕਿਹਾ ਕਿ ਵੀਡੀਓ ਬਣਾ ਕੇ ਭੇਜੋ। ਉਸ ਟਾਈਮ ਇਹਨਾਂ ਮੈਨੂੰ ਵੀਡੀਓ ਨਹੀਂ ਬਣਾ ਕੇ ਭੇਜੀ ਤੇ ਕੱਲ ਫਿਰ ਸਾਡਾ ਜੀਰਸ ਹੈ ਵਿਚਾਰਾ SC ਜਾਤ ਨਾਲ ਸੰਬੰਧਿਤ ਆ। ਇੱਕ ਤੇ ਇਹਨੂੰ ਜਾਤੀ ਸੂਚਕ ਸ਼ਬਦ ਇਹਨਾਂ ਨੇ ਬੋਲੇ ਆ ਮੈਡਮ ਨੇ, ਤੇ ਨਾਲ ਜਿੰਦਰਾ ਮਾਰ ਕੇ 2 ਵਜੇ ਦੇ ਕਰੀਬ ਤੇ ਅੰਦਰ ਦੇ ਗਏ ਤੇ ਆਪ ਚਲੇ ਗਏ ਜੀ ਡਿਊਟੀ 'ਤੇ, ਮਤਲਬ 5 ਵਜੇ ਤੋਂ ਬਾਅਦ ਘਰ ਨੂੰ। ਬਾਅਦ 'ਚ ਸੇਵਾਦਾਰ ਨੇ ਵਿਚਾਰੇ ਨੇ ਇੱਥੋਂ ਡਰਦੇ ਨੇ ਜਿੰਦਰਾ ਖੋਲ੍ਹਿਆ ਵਾ, ਤੇ ਉਹਨੇ ਥੋੜ੍ਹਾ ਜਿਹਾ ਵੀਡੀਓ ਕਲਿੱਪ ਦਾ ਵਿਚਾਰੇ ਨੇ ਡਰਦੇ ਨੇ ਬਣਾਇਆ। ਬਹੁਤ ਦਹਿਸ਼ਤ ਮਚਾਈ ਪਈ ਹੈ BDPO ਨੇ, ਤੇ ਇਸ ਦੇ ਖਿਲਾਫ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਖਤ ਕਾਰਵਾਈ ਕੀਤੀ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਨਤੀਜਾ ਹੈ ਬਹੁਤ ਬੁਰਾ ਭੁਗਤਣਾ ਪਊ ਮੈਡਮ। ਸਰ ਕੱਲ ਮੈਂ ਦਫ਼ਤਰ ਹਾਂ ਤੇ ਮੈਨੂੰ BDO ਸਾਹਿਬ ਨੇ ਬੁਲਾ ਕੇ ਤੇ ਕਿਹਾ ਕਿ ਗੱਲ ਕਰੋ ਸਰਪੰਚ ਨਾਲ। ਜਦੋਂ ਮੈਂ ਗੱਲ ਕਰਾਉਣ ਲੱਗਾ ਤਾਂ ਇਹਨਾਂ ਮੈਨੂੰ ਪਿੱਛੋਂ ਧੱਕਾ ਮਾਰਤਾ ਤੇ ਫਿਰ ਮੈਨੂੰ ਜੋ ਧੱਕਾ ਮਾਰਿਆ ਤੇ ਬਾਹਰੋਂ ਕੁੰਡਾ ਲਾ ਦਿੱਤਾ ਤੇ ਜਿੰਦਰਾ ਲਾਤਾ ਮੁੜ ਕੇ ਬਾਅਦ ਵਿੱਚ। ਕਾਰਨ ਇਹ ਕਿ ਮੈਂ ਮਾਸਟੋਲ ਸਰਪੰਚ ਸਾਹਿਬ ਨੂੰ ਦਿੱਤਾ ਸੀ ਤੇ ਮੈਂ ਸਰਪੰਚ ਸਾਹਿਬ ਨੂੰ ਕਾਲ ਕੀਤੀ ਮਾਸਟੋਲ ਦੇ ਜੋ, ਤੇ ਸਰਪੰਚ ਸਾਹਿਬ ਆਏ ਤੇ ਉਹਨਾਂ ਮਾਸਟੋਲ ਮਤਲਬ ਕਿ ਨਹੀਂ ਲਿਆਂਦਾ ਨਾਲ। ਉਹਨਾਂ ਕਿਹਾ ਕਿ ਮੈਂ ਮਾਸਟੋਲ ਦੇ ਜਾਣਾ ਅੱਧੇ ਘੰਟੇ ਤੱਕ। ਤੇ ਮੁੜ ਕੇ BDO ਮੈਡਮ ਨੇ ਫਿਰ ਮੈਨੂੰ ਫੋਨ ਕੀਤਾ, ਜੇ ਮਾਸਟੋਲ ਦੇਂਗਾ ਤੇ ਅੱਜ ਤੈਨੂੰ ਕੱਢਣਾ ਨਹੀਂ ਕੱਢਣਾ। ਭਾਜੀ ਗੱਲ ਇਸ ਤਰ੍ਹਾਂ ਵਾ ਕਿ ਸਾਡੇ ਨਾ ਪਿਛਲੇ 1.5-2 ਮਹੀਨੇ ਤੋਂ ਮਤਲਬ ਪਹਿਲਾਂ ਕੰਪਲੇਂਟ ਦੀ ਦੂੰਗਲ ਨਹੀਂ ਚੱਲਦੀ, ਉਹ ਮੈਡੀਕਲ ਲੀਵ 'ਤੇ ਸੀ ਤੇ ਸਾਡੇ ਮਾਸਟਰ ਪੈਂਡਿੰਗ ਸੀ, ਤੇ ਜਿਹਦੇ ਕਰਕੇ ਨਾ ਕੋਈ ਸਾਡਾ ਮੀਟਿੰਗ ਦਾ ਏਜੰਡਾ ਹੁੰਦਾ T8, ਜਿਹਦੇ ਸੰਬੰਧੀ ਚੰਡੀਗੜ੍ਹ ਵੱਲੋਂ ਵੀ ਹਾਇਰ ਅਫਸਰਾਂ ਵੱਲੋਂ ਮੀਟਿੰਗਾਂ 'ਚ ਉਹਦੇ ਬਾਰੇ ਪੁੱਛਿਆ ਜਾਂਦਾ, VCਆਂ ਕੀਤੀਆਂ ਜਾਂਦੀਆਂ ਨੇ। ਤੇ ਕੱਲ ਅੱਜ ਡੀ ਸਾਹਿਬ ਦੀ ਮੀਟਿੰਗ ਸੀ ਤੇ ਇਹਦੇ ਸਬੰਧ 'ਚ ਇਹਦੇ ਮਾਸਟਰ ਮੁੰਡੇ ਦੇ 1 ਮਹੀਨੇ ਤੋਂ ਉੱਪਰ ਜਿਹੜੇ ਆ ਨਾ, ਮਤਲਬ ਵੇਖੋ ਗਰੀਬ ਜਿਹੜੀ ਲੇਬਰ ਆ ਨਰੇਗਾ ਵਾਲਿਆਂ ਨੇ ਉੱਥੇ ਕੰਮ ਕੀਤਾ ਵਾ, ਇਹ ਆਪਣੇ ਕੋਲ ਪੈਂਡਿੰਗ ਰੱਖ ਕੇ ਬੈਠਾ ਸੀ। 4-5 ਇਹਦੇ ਕੋਲ ਮਾਸਟਰ ਸੀ ਤੇ ਮੈਂ ਇਹਨੂੰ ਕਿਹਾ ਸੀ ਵੀ ਉਹ ਦੇ ਕੇ ਜਾ। ਇਹਦੇ ਸਬੰਧ 'ਚ ਇਹਨਾਂ ਸਖਤੀ ਕੀਤੀ ਹੈ ਤੇ ਇੰਨੇ ਗਲਤ ਉਹਦਾ ਮਤਲਬ ਹੈ। ਦੇਖੋ ਜੀ ਅੱਗੇ ਤੇ ਪਿੱਛੋਂ ਸੈਂਟਰ ਵੱਲੋਂ ਵੀ ਮਤਲਬ ਉਹਨਾਂ 'ਚ ਡਰੇ ਹੋ ਜਾਂਦੀ ਹੈ, ਪੈਸੇ ਤੇ ਅੱਗੇ ਹੀ ਨਹੀਂ 1 ਮਹੀਨੇ ਤੋਂ ਆ ਰਹੇ, ਤੇ ਜੇ ਅਸੀਂ ਮਾਸਟਰ ਹੀ ਮਤਲਬ ਮਹੀਨਾ 1.5 ਮਹੀਨਾ ਆਪਣੇ ਕੋਲ ਸਟਾਪ ਰੱਖ ਛੱਡਾਂਗੇ ਤੇ ਉਹਨਾਂ ਗਰੀਬਾਂ ਨੇ ਫਿਰ ਕੰਮ, ਉਹਨਾਂ ਨੂੰ ਤਾਂ ਰੋਜ਼ ਦਾ ਰੋਜ਼ ਪੈਸੇ ਮਿਲਦੇ ਜਾਣ ਤੇ ਉਹਨਾਂ ਦਾ ਗੁਜ਼ਾਰਾ ਹੁੰਦਾ ਵਾ। ਜੇ ਅਸੀਂ ਇੱਕ ਮਹੀਨਾ ਡੇਢ ਮਹੀਨਾ ਆਪਣੇ ਕੋਲ ਸਟਾਪ ਰੱਖ ਛੱਡਾਂਗੇ ਉਹਨਾਂ ਦੇ ਪੈਸੇ, ਤੇ ਉਹ ਜੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਤਨਖਾਹਾਂ ਟਾਈਮ ਨਾਲ ਮਿਲਣ ਤੇ ਲੇਬਰ ਨੂੰ ਵੀ ਤੇ ਉਹਨਾਂ ਦੇ ਟਾਈਮ ਨਾਲ ਪੈਸੇ ਮਿਲਣੇ ਚਾਹੀਦੇ ਹੈ ਨਾ। ਸਿਰਫ ਮੇਰਾ ਇਹੋ ਹੀ ਸੀਗਾ, ਬਾਕੀ ਇਹਨਾਂ ਨੇ ਚਲੋ ਜੇ ਇਹਨੂੰ ਮੈਂ ਇਸੇ ਸਬੰਧ 'ਚ ਇਹਨੂੰ ਮਾਸਟੋਲਾਂ ਦੇ ਸਬੰਧ 'ਚ ਕਿਹਾ ਸੀ ਵੀ ਉਹ ਕੰਪਲੀਟ ਕਰ ਤੇ ਫਿਰ ਮੈਂ ਤੁਹਾਨੂੰ ਜਾਵਾਂ। ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅਸੀਂ ਹੋਲਾ ਮੁਹੱਲਾ ਦੇ ਪ੍ਰਬੰਧਾਂ ਵਾਸਤੇ ਤੇ ਨਾਲ ਹੀ ਆਗੇ 400 ਸਾਲਾਂ ਦੇ ਜਿਹੜੇ ਸਮਾਗਮ ਦੇ ਕੰਮ ਹੋਣੇ ਹੈਗੇ ਉਸ ਦੀ ਸਮੀਖਿਆ ਵਾਸਤੇ ਇੱਥੇ ਇਕੱਠਾ ਹੋਏ ਸੀਗੇ। ਤੇ ਹੁਣ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ 24 ਤਾਰੀਖ ਤੋਂ ਸ਼੍ਰੀ ਕੀਰਤਪੁਰ ਸਾਹਿਬ ਤੋਂ ਇਹ ਹੋਲਾ ਮੁਹੱਲਾ ਦੀ ਸ਼ੁਰੂਆਤ ਹੋ ਜਾਣੀ ਹੈਗੀ ਤੇ 27, 28 ਤੇ 29 ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਰਧਾਲੂ ਆਉਂਦੇ ਨੇ ਜਿਹੜੇ ਆਪਣੇ ਆਗੇ ਵੀ ਰੂਟ ਦੇ ਵਿੱਚ ਕਿੱਥੇ ਹਿਮਾਚਲ ਵਗੈਰਾ ਦੇ ਜਾ ਕੇ ਮੱਥਾ ਟੇਕਦੇ ਨੇ। ਕੁਝ ਇਸ਼ੂਜ਼ ਹੈਗੇ ਹਿਮਾਚਲ ਸਾਈਡ ਤੋਂ ਵੀ, ਜਿਵੇਂ ਉਹਨਾਂ ਦੇ ਵੱਲੋਂ ਰਿਕੁਐਸਟ ਕੀਤੀ ਗਈ ਹੈਗੀ ਕਿ ਡਬਲ ਡੈਕਰ ਟਰਾਲੀਆਂ ਤੋਂ ਨਾ ਆਈ ਜਾਏ, ਸੰਗਤ ਨੂੰ ਰੋਕਿਆ ਜਾਵੇ, ਉਹਨਾਂ ਨੂੰ ਸਮਝਾਇਆ ਜਾਵੇ ਤੇ ਨਾਲ ਹੀ ਜ਼ਿਆਦਾ ਸ਼ਟਲ ਬੱਸਸ ਚਲਾਉਣ ਦੇ ਪ੍ਰਾਵਧਾਨ ਰੱਖੇ ਜਾਣ, ਜਿਸ ਦੇ ਵਿੱਚ ਅਸੀਂ ਇਹ ਉਹਨਾਂ ਦੀ ਮੰਗ ਕੰਸੀਡਰ ਕਰ ਲਈ ਹੈਗੀ ਤੇ ਹੁਣ ਸ਼ਟਲ ਬੱਸਸ ਦੇ ਪ੍ਰਾਵਧਾਨ ਦੀ ਵੀ ਆਗੇ ਗੁਰੂ ਕਾ ਲਾਹੌਰ ਦੇ ਵਿੱਚ ਵੀ ਇਹ ਸੇਵਾ ਉਪਲਬਧ ਕਰਾਈ ਜਾਵੇਗੀ। ਨਾਲ ਹੀ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੀ, ਟਾਇਲਟਸ ਦੇ ਪ੍ਰਬੰਧ ਵਾਸਤੇ ਤੇ ਬਾਕੀ ਜਿਹੜੇ ਸਮਾਗਮ ਦੇ ਦੌਰਾਨ ਜਿਹੜੇ ਖੇਡ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਸਮੁੱਚੇ ਪ੍ਰਬੰਧ ਵਾਸਤੇ ਵਧੀਆ ਕਾਰਗੁਜ਼ਾਰੀ ਸਾਰੇ ਡਿਪਾਰਟਮੈਂਟਸ ਵੱਲੋਂ ਕੀਤੀ ਜਾ ਰਹੀ ਹੈਗੀ। कुछ इशूज़ रोड की मरम्मत ਨੂੰ ਲੈ ਕੇ ਹੈਗੇ, जो स्पैशली गगनपुर और जज चौक के विचकार ਜਿਹੜਾ मरम्मत का काम चल रहा है वो भी PWD डिपार्टमेंट ਵੱਲੋਂ ਇਹ ਦੱਸਿਆ ਗਿਆ ਹੈਗਾ ਕਿ ਇਹ ਹੋਲੇ ਮੁਹੱਲੇ ਤੋਂ ਪਹਿਲਾਂ ਹੀ ਮੁਕੰਮਲ ਤੌਰ ਤੇ ਕੰਪਲੀਟ ਹੋ ਜਾਵੇਗਾ। ਮੇਰੀ ਸਾਰੇ ਹੀ ਸ਼ਰਧਾਲੂ ਗਣ ਤੋਂ ਇਹ ਅਪੀਲ ਹੈਗੀ ਤੁਹਾਡੇ ਮਾਧਿਅਮ ਤੋਂ ਕਿ ਹੋਲਾ ਮੁਹੱਲਾ ਦੇ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਕੋਵਿਡ की ਮਹਾਮਾਰੀ ਹੁਣ ਰੁਕੀ ਨਹੀਂ ਹੈ, तेज़ी नाल दोबारा पंजाब दे विच पसर रही है। इस करके ये बहुत ज़रूरी है कि तुसी सोशल डिस्टेंसिंग और मास्क के प्रबंध मास्क का प्रयोग ज़रूर करो। तो जेकर तुसी होला मुहल्ला दे विच अपने घरां दे विच बह के ही इस नूं होर परमात्मा नूं याद कर सकते हो तो वो वधिया गल होएगी, लेकिन फिर भी आगे अपनी जिहड़ी ट्रैवल आइटनरी हैगी उसनूं भी थोड़ा सा बांट के चलिए, भीड़ भड़ाके वाले इलाकों नूं अवॉइड करिए ताकि असी सोशल डिस्टेंसिंग की पालना भी करवा सके सारिਆਂ ਤੋਂ ਤੇ ਮਾਸਕ ਦਾ ਪ੍ਰਬੰਧ ਤੋਂ ਅਸੀਂ ਲਾਜ਼ਮੀ ਰੱਖਾਂਗੇ। ਇਸ ਦੇ ਨਾਲ ਹੀ ਜਿਹੜੇ ਟੈਂਟ ਸਿਟੀ ਔਰ ਹੋਟਲਾਂ ਦੇ ਵਿੱਚ ਵੀ ਜਿਹੜੇ ਸ਼ਰਧਾਲੂ ਆ ਕੇ ਰੁਕਣਗੇ ਉਹਨਾਂ ਦਾ ਲਾਜ਼ਮੀ ਹੋਏਗਾ ਕਿ RT-PCR ਟੈਸਟ
ਉਹ ਜ਼ਰੂਰ ਕਰਵਾਉਣਾ ਹੋਏਗਾ ਉਹਨਾਂ ਦੇ, ਤਾਂ ਕਿ ਸਾਨੂੰ ਇਹ ਪੱਕੇ ਤੌਰ ਤੇ ਯਕੀਨ ਹੋਵੇ ਕਿ ਕੋਈ ਵੀ ਕੋਵਿਡ ਪੋਜ਼ਿਟਿਵ ਜਾਂ ਏਸਿਮਟੋਮੈਟਿਕ ਪੇਸ਼ੈਂਟ ਇਸ ਮੇਲੇ ਦੇ ਵਿੱਚ ਸ਼ਿਰਕਤ ਨਾ ਕਰੇ, ਕਿਉਂਕਿ ਇਹ ਬਾਕੀ ਹੋਰ ਕਾਫੀ ਲੋਕਾਂ ਦੀ ਸਿਹਤ ਦੇ ਉੱਪਰ ਗਲਤ ਅਸਰ ਡਾਲ ਸਕਦਾ ਹੈ। ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ। ਦੇ ਉੱਤੇ ਜਿਹੜੀਆਂ ਗੱਲ ਹੈਗੀ ਆ, ਅਸਲ ਗੱਲ ਜਿਹੜੀ ਆ ਉਹ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਅਸੀਂ ਕੀ ਕਰੀਏ, ਸਾਨੂੰ ਕੀ ਕਰਨਾ ਚਾਹੀਦਾ। ਈਵੀਐਮ ਦਾ ਮੁੱਦਾ ਅਸੀਂ ਕੱਲ ਉਠਾਇਆ ਵੀ ਇਹ ਬੈਲਟ ਪੇਪਰ ਤੇ ਲੈ ਕੇ ਆਓ, ਈਵੀਐਮ ਬੰਦ ਕਰ ਦਿਓ। ਜੇ ਬੈਲਟ ਪੇਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਹੁੰਦੇ ਤੇ ਅੱਜ ਨੂੰ ਸਾਡੇ ਕਿਸਾਨ, ਸਾਡੀਆਂ ਬਜ਼ੁਰਗ ਮਾਤਾਵਾਂ 90-90 ਸਾਲ ਦੀਆਂ ਬਾਰਡਰਾਂ ਤੇ ਨਾ ਰੁਲਦੀਆਂ। ਜਿਹੜਾ ਬੈਲਟ ਪੇਪਰ ਤੇ ਜਿੱਤ ਕੇ ਗਿਆ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ, ਉਹ ਵੋਟਰ ਤੋਂ ਡਰਦਾ ਹੈ। ਅੱਜ ਸਾਰਾ ਦੇਸ਼ ਬਰਖਲਾਫ ਹੈ। ਕਿਸਾਨ ਅੰਦੋਲਨ ਨੂੰ ਜਿਹੜਾ ਸਮਰਪਿਤ ਆ, ਉਹਦੀ ਆਵਾਜ਼ ਨੂੰ ਬੰਦ ਕਰਨ ਵਾਸਤੇ, ਉਹਨੂੰ ਡਰਾਉਣ ਵਾਸਤੇ। ਪਰ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਅੰਦੋਲਨ ਦੀ ਤਾਕਤ ਹੈ। ਜਿੰਨਾ ਜ਼ਬਰ ਤੇ ਜ਼ੁਲਮ ਅੰਦੋਲਨਕਾਰੀ ਲੋਕਾਂ ਦੇ ਉੱਤੇ ਜਾਂ ਅੰਦੋਲਨ ਨੂੰ ਸਮਰਪਿਤ ਲੋਕਾਂ ਦੇ ਉੱਤੇ ਹੋਊਗਾ ਅੰਦੋਲਨ, ਉਨਾ ਹੀ ਤਾਕਤਵਰ ਹੈ। ਦੋਸਤੋ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਇਲਜ਼ਾਮ ਮੇਰੇ ਤੇ ਲਾ ਰਹੇ ਨੇ, ਕਿਉਂਕਿ ਅਖਬਾਰਾਂ ਜਿਹੜੀਆਂ ਨੇ ਉਹ ਟਿਊਟਰਡ ਹੁੰਦੀਆਂ ਨੇ। ਅਖਬਾਰਾਂ ਨੇ, ਅੱਜ ਮੈਂ ਚੱਕੀਆਂ ਅਖਬਾਰਾਂ, ਸੋਸ਼ਲ ਮੀਡੀਆ ਤਾਂ ਬਹੁਤ ਇੰਡੀਪੈਂਡੈਂਟ ਹੈ, ਤੁਸੀਂ ਸਾਰੀ ਗੱਲ ਮੇਰੀ ਸੁਣ ਲਈ, ਦੇਖ ਲਈ। ਅਖਬਾਰਾਂ ਨੇ ਫਿਰ ਲਿਖਿਆ ਸੀਗਾ ਕਿ ਖਹਿਰਾਜ਼ ਹਾਊਸ ਰੇਡਡ ਫॉर ਮਨੀ ਲਾਂਡਰਿੰਗ, ਡਰੱਗ ਟ੍ਰੈਫਿਕਿੰਗ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡਾ ਪਰਿਵਾਰ ਪਿਛਲੇ 50 ਸਾਲ ਤੋਂ ਪਬਲਿਕ ਲਾਈਫ 'ਚ, ਪਹਿਲਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹ ਪੰਜਾਬ ਦੀ ਰਾਜਨੀਤੀ 'ਚ ਰਹੇ, ਉਸ ਤੋਂ ਬਾਅਦ ਮੈਂ ਆਇਆ ਵਾਂ। 50 ਸਾਲਾਂ ਵਿੱਚ ਕੋਈ ਤਾਂ ਕੰਪਲੇਂਟ ਕਰਨ ਵਾਲਾ ਬੰਦਾ ਹੋਊਗਾ, 3.25 ਕਰੋੜ ਆਬਾਦੀ 'ਚੋਂ, ਕਿ ਇਹਨਾਂ ਨੇ ਸਾਡੇ ਕੋਲੋਂ ਕੋਈ ਠੱਗੀ ਠੋਰੀ ਬਾਰੀ, ਕੋਈ ਚਲੋ 50,000 ਦੀ ਕੰਪਲੇਂਟ ਕੋਈ ਕੱਢ ਕੇ ਦਿਖਾ ਦੇਣ 50 ਸਾਲਾਂ ਵਿੱਚ। ਕਿਸੇ ਤਰ੍ਹਾਂ ਦਾ ਕਰਪਸ਼ਨ ਦਾ ਕੋਈ ਸਕੈਂਡਲ, ਨਥਿੰਗ ਐਟ ਆਲ। ਜੋ ਕੁਝ ਸਰਕਾਰਾਂ ਕਰ ਰਹੀਆਂ ਨੇ, ਸਮੇਂ-ਸਮੇਂ ਦੀਆਂ ਸਰਕਾਰਾਂ, ਉਹ ਕਿਉਂਕਿ ਮੈਂ ਲੋਕਾਂ ਦੇ ਹਕੂਕ ਦੀ ਗੱਲ ਕਰਦਾ, ਬੇਇਨਸਾਫੀ ਦੇ ਖਿਲਾਫ ਬੋਲਦਾ, ਸਰਕਾਰ ਦੇ ਖਿਲਾਫ ਬੋਲਦਾ, ਉਦੋਂ ਮੇਰੀ ਆਵਾਜ਼ ਬੰਦ ਕਰਾਉਣ ਦੇ ਮਨਸੂਬੇ ਬਣਾਉਂਦੀ ਹੈ। ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਮੇਰੇ ਤੇ 6-7 ਪਰਚੇ ਦਰਜ ਕੀਤੇ, ਉਹ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਹਾਈ ਕੋਰਟ ਨੇ ਸਾਰੇ ਕੁਆਸ਼ ਕੀਤੇ। ਹੁਣ ਜਦੋਂ ਪਿਛਲੀ ਕਰੰਟ ਟੈਨਿਓਰ ਵਿੱਚ ਮੈਂ ਰਾਣਾ ਗੁਰਜੀਤ ਸਿੰਘ ਮਾਈਨਿੰਗ ਮਾਫੀਆ ਮਿਨਿਸਟਰ ਦੇ ਖਿਲਾਫ ਸਕੈਂਡਲ ਦੇ ਖਿਲਾਫ ਆਵਾਜ਼ ਉਠਾਈ, ਉਹਨੂੰ ਅਸਤੀਫਾ ਦੇਣਾ ਪਿਆ। ਉਹਨਾਂ ਨੇ ਮੇਰੇ ਤੇ ਨਜ਼ਲਾ ਸੁੱਟਦੇ ਹੋਏ, ਸਰਕਾਰ ਨੇ ਮੇਰੇ ਤੇ ਡਰੱਗਸ ਦਾ ਇੱਕ ਬਹੁਤ ਵੱਡਾ ਮਾਮਲਾ ਕ੍ਰੀਏਟ ਕੀਤਾ, ਐਬਸੋਲੂਟਲੀ ਫਾਲਸ, ਫ੍ਰਿਵਲਸ, ਔਰ ਉਹ ਫਿਰ ਸੁਪਰੀਮ ਕੋਰਟ ਆਫ ਇੰਡੀਆ ਨੇ ਉਸ ਨੂੰ ਸਟੇ ਕਰਤੀ ਪ੍ਰੋਸੀਡਿੰਗਸ। ਹੁਣ ਜਦ ਸੁਪਰੀਮ ਕੋਰਟ ਦੀਆਂ ਪ੍ਰੋਸੀਡਿੰਗਸ ਕਿਸੇ ਡਰੱਗ ਮਾਮਲੇ ਵਿੱਚ ਸਟੇਡ ਨੇ, ਇਹ ਈਡੀ ਦਾ ਰੇਡ ਉਸੇ ਮਾਮਲੇ ਦੇ ਵਿੱਚ ਦੁਬਾਰਾ ਮੇਰੇ ਘਰਾਂ ਦੇ ਵਿੱਚ, ਮੇਰੇ ਪਿੰਡ ਛਾਪਾਮਾਰੀ ਕੀਤੀ, ਮੇਰੇ ਚੰਡੀਗੜ੍ਹ ਘਰ ਵਿੱਚ ਕੀਤੀ, ਮੇਰੇ ਸਨ ਇਨ ਲਾਅ ਦੇ ਦਿੱਲੀ ਦੇ ਰਿਹਾਇਸ਼ ਵਿੱਚ ਉਹਨਾਂ ਨੇ ਕੀਤੀ। ਉਸੇ ਡਰੱਗਸ ਮਾਮਲੇ ਨੂੰ ਕਹਿ ਰਹੇ ਨੇ ਇਨਫੋਰਸਮੈਂਟ ਡਾਇਰੈਕਟਰ, ਤੇ ਮੈਨੂੰ ਨਹੀਂ ਕਿਹਾ, ਅਖਬਾਰਾਂ ਨੂੰ ਫੀਡ ਕੀਤਾ ਕਿ ਡਰੱਗਸ ਦੇ ਮਾਮਲੇ ਵਿੱਚ ਰੇਡ ਕੀਤਾ, ਜਦ ਕਿ ਇਸ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੈ। ਔਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ ਇਸ ਵਕਤ, ਸਾਰੇ ਦੇਸ਼ ਵਿਆਪਕ ਹੋ ਰਹੀ ਹੈ, ਇਕੱਲੇ ਮੇਰੇ ਤੇ ਨਹੀਂ। ਠੀਕ ਹੈ, ਮੇਰੇ ਤੇ ਉਹਨਾਂ ਨੇ ਹਰਾਸਮੈਂਟ ਕੀਤੀ, ਸਰਚ ਕੀਤਾ, ਉਹ ਕੀਤਾ, ਆਹ ਕੀਤਾ, ਅਖਬਾਰਾਂ 'ਚ ਇੱਕ ਵਿਲੀਫਿਕੇਸ਼ਨ ਤੇ ਕੈਰੈਕਟਰ ਅਸੈਸੀਨੇਸ਼ਨ ਕੈਂਪੇਨ ਚਲਾਇਆ। ਪਰ ਜਿਹਨਾਂ ਲੋਕਾਂ ਨੂੰ ਟੌਰਚਰ ਕੀਤਾ, ਜਿਨ੍ਹਾਂ ਨੂੰ ਨੋਦੀਪ ਵਰਗੀਆਂ ਦੇ ਪ੍ਰਾਈਵੇਟ ਪਾਰਟਸ ਤੇ ਹਮਲਾ ਕੀਤਾ, ਜਿਨ੍ਹਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ, ਮੇਰੀ ਹਮਦਰਦੀ ਉਹਨਾਂ ਦੇ ਨਾਲ ਵੀ ਆ। ਉਹਨਾਂ ਵਾਸਤੇ ਮੇਰੀ ਆਵਾਜ਼ ਹਰ ਵਕਤ ਉੱਠਦੀ ਰਹੇਗੀ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਪਹਿਲਾਂ ਆਪਾਂ ਮਨੀ ਲਾਂਡਰਿੰਗ ਦੀ ਗੱਲ ਕਰ ਲਈਏ। ਮਨੀ ਲਾਂਡਰਿੰਗ ਮੇਰੇ ਸਤਿਕਾਰਯੋਗ ਵੀਰੋ ਤੇ ਭੈਣੋ ਕੀ ਹੁੰਦੀ ਹੈ? ਮਨੀ ਲਾਂਡਰਿੰਗ ਇਸ ਜਿਹੜੇ ਲੋਕ ਵੱਡੇ ਕਾਰਪੋਰੇਟ ਹਾਊਸਸ, ਅਮੀਰ ਆਦਮੀ, ਤਾਕਤਵਰ ਪੋਲੀਟੀਕਲ ਆਦਮੀ ਜਿਨ੍ਹਾਂ ਨੇ ਰਾਜ ਸੱਤਾ ਭੋਗੀ ਆ, ਉਹ ਆਪਣਾ ਕਾਲਾ ਧਨ ਵਿਦੇਸ਼ਾਂ ਵਿੱਚ ਦੀ ਘੁਮਾਉਂਦੇ ਨੇ। ਉਹਨਾਂ ਦੇ ਆਫਸ਼ੋਰ ਅਕਾਊਂਟਸ ਹੁੰਦੇ ਨੇ। ਬਹੁਤ ਸਾਰੇ ਲੋਕਾਂ ਦੇ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਅਕਾਊਂਟ ਹੈ, ਕਈਆਂ ਦੇ ਬਹਾਮਾਸ ਤੇ ਜਿਹੜੇ ਕੈਰੇਬੀਅਨ ਆਈਲੈਂਡਸ ਆ ਉੱਥੋਂ ਦੀ ਆਫਸ਼ੋਰ ਅਕਾਊਂਟਸ ਘੁਮਾ ਕੇ ਪੈਸਾ ਉਧਰੋਂ ਦੀ ਘੁਮਾ ਕੇ, ਜਾਂ ਦੁਬਈ ਵਗੈਰਾ ਜਿੱਥੇ ਕੋਈ ਪੁੱਛਗਿੱਛ ਨਹੀਂ ਕਰਦਾ, ਸੈਂਕੜੇ ਹਜ਼ਾਰਾਂ ਕਰੋੜਾਂ ਰੁਪਏ ਨੂੰ, ਉਹਨੂੰ ਕਹਿੰਦੇ ਨੇ ਮਨੀ ਲਾਂਡਰਿੰਗ। ਤੇ ਮੇਰੇ ਖਿਲਾਫ ਜਿਹੜੀ ਕੱਲ ਸੀਜਰ ਤੋਂ ਬਾਅਦ ਜਿਹੜੀ ਰਿਪੋਰਟ ਬਣਾਈ, ਜਿਹੜਾ ਪੰਚਨਾਮਾ ਕਹਿੰਦੇ ਨੇ, ਉਹਦੇ 'ਚ ਕੀ ਇਲਜ਼ਾਮ ਲਾ ਰਹੇ ਨੇ? ਮੇਰੇ ਘਰੋਂ 2 ਡਾਇਰੀਜ਼ ਜਿਹੜੀਆਂ ਕਿ ਮੇਰੀ ਵਾਈਫ ਨੇ ਮੇਨਟੇਨ ਕੀਤੀਆਂ ਸੀ ਆਪਣੇ ਬੱਚਿਆਂ ਦੀ ਸ਼ਾਦੀ ਦੀ, ਉਹਦੇ 'ਚ ਕੀ ਡਿਟੇਲ ਸੀ ਕਿ ਖਾਣੇ ਵਾਲਿਆਂ ਨੂੰ ਕਿੰਨਾ ਪੈਸਾ ਦਿੱਤਾ, ਜਿਹੜੇ ਕੋਈ ਡੈਕੋਰੇਸ਼ਨ ਵਾਲੇ ਸੀ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ, ਲਾਈਟ ਐਂਡ ਸਾਊਂਡ ਵਾਲਿਆਂ ਨੂੰ ਕਿੰਨਾ ਪੈਸਾ ਦਿੱਤਾ, ਉਹ ਸਾਰੀਆਂ ਡਾਇਰੀਆਂ ਸੀਜ਼ ਕਰਕੇ ਲੈ ਗਏ ਨੇ। ਔਰ 2 ਸ਼ਾਦੀਆਂ ਮੈਂ ਕੀਤੀਆਂ, ਪਹਿਲਾਂ ਆਪਣੀ ਬੇਟੀ ਦੀ ਕੀਤੀ, ਫਿਰ ਆਪਣੇ ਬੇਟੇ ਦੀ, ਔਰ ਉਹ ਸਾਰਾ ਪਰਸਨਲ ਰਿਕਾਰਡ ਚੱਕ ਕੇ। ਔਰ ਤੁਸੀਂ ਹੈਰਾਨ ਹੋਵੋਗੇ, ਇੱਕ WhatsApp ਮੇਰੀ ਬੇਟੀ ਨੇ ਮੈਨੂੰ, ਜਾਂ ਮੈਂ ਭੇਜਿਆ ਆਪਣੀ ਬੇਟੀ ਨੂੰ ਮੈਸੇਜ ਸਿਮਰ ਨੂੰ ਕਿ ਮੇਰਾ ਇੱਕ MLA ਆ ਪਿਰਮਲ ਸਿੰਘ ਭਦੌੜ, ਉਹਨੇ 3 ਕੈਂਸਰ ਪੇਸ਼ੈਂਟਸ ਦੀ ਡਿਟੇਲ ਮੈਨੂੰ ਫਾਰਵਰਡ ਕੀਤੀ, ਕਿਉਂਕਿ ਮੇਰੀ ਬੇਟੀ ਕਹਿ ਰਹੀ ਸੀ ਕਿ ਮੈਂ ਵੀ ਕੋਈ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹਾਂ। ਉਹਨਾਂ ਨੇ ਚਲੋ ਜਿਹੜਾ ਦਿੱਲੀ 'ਚ ਪਾਇਆ ਉਹ ਅਲੱਗ ਆ,
ਪਰ ਕਹਿੰਦੀ ਹੋਰ ਅਸੀਂ ਮਦਦ ਕਰਨਾ ਚਾਹੁੰਦੇ ਆ। ਤਾਂ ਉਹਦੇ 'ਚ ਜਿਹੜਾ 3 ਕੈਂਸਰ ਪੇਸ਼ੈਂਟਸ ਦਾ ਰਿਕਾਰਡ ਸੀ, WhatsApp ਚੈਟ ਸੀਗੀ, ਜਿਨ੍ਹਾਂ ਪਰਿਵਾਰਾਂ ਨੂੰ ਉਹਨਾਂ ਨੇ 20-25 ਹਜ਼ਾਰ ਰੁਪਇਆ ਉਹਨਾਂ ਦੇ ਅਕਾਊਂਟਸ ਵਿੱਚ ਪਾਇਆ। ਉਹ ਜਿਹੜੀ ਉਹਨਾਂ ਦੀ ਅਕਾਊਂਟ ਡਿਟੇਲ ਸੀ ਉੱਤੇ ਲਿਖਿਆ ਵਾ ਕੈਂਸਰ ਪੇਸ਼ੈਂਟ ਅਕਾਊਂਟ ਡਿਟੇਲਸ, ਉਹ ਵੀ WhatsApp ਦੀ ਚੈਟ ਬਣਾ ਕੇ ਮਨੀ ਲਾਂਡਰਿੰਗ ਦੇ ਵਿੱਚ ਪਾ ਕੇ ਉਹ ਲੈ ਕੇ ਗਏ ਨੇ। ਕਈ ਪੇजेस ਦੇ ਉੱਤੇ ਲਿਖਿਆ ਸੀਗਾ ਕਿ ਸ਼ਾਦੀ ਦੇ ਦੌਰਾਨ ਕਿ ਅਸੀਂ ਸ਼ਗਨ ਵਿੱਚ 25 ਡੱਬੇ ਲੱਡੂਆਂ ਦੇ ਲੈ ਕੇ ਜਾਣੇ ਨੇ, ਜਾਂ ਕਾਜੂ ਦੀ ਬਰਫੀ ਲੈ ਕੇ ਜਾਣੀ, ਜਾਂ ਡਰਾਈ ਫਰੂਟ ਲੈ ਕੇ ਜਾਣਾ, ਉਹਦੇ ਤੇ ਵੀ ਮੇਰੇ ਸਾਈਨ ਕਰਾਏ। ਇਸ ਦਿਸ ਮਨੀ ਲਾਂਡਰਿੰਗ? ਔਰ ਮਨੀ ਲਾਂਡਰਿੰਗ ਮੈਂ ਕਹਿਣਾ ਚਾਹੁੰਦਾ ਕਿ ਉਸ ਮੈਂ ਪ੍ਰਮਾਤਮਾ ਵਾਹਿਗੁਰੂ ਤੋਂ ਡਰ ਕੇ ਕਹਿੰਦਾ ਮੈਂ ਸਾਰੀ ਜ਼ਿੰਦਗੀ 'ਚ ਕਦੀ ਕੋਈ ਗਲਤ ਕੰਮ ਨਹੀਂ ਕੀਤਾ। ਜੇ ਕੀਤਾ ਹੁੰਦਾ ਤਾਂ ਫਿਰ ਮੈਂ ਉਹਨੂੰ ਆਵਾਜ਼ਾਂ ਸਾਰੇ ਪੰਜਾਬ 'ਚ ਉੱਠਣੀਆਂ ਚਾਹੀਦੀਆਂ ਸੀ। ਸੋ ਪਰਸਨਲ ਮੈਂ ਆਪਣੀ ਗੱਲ ਕਹਿਣਾ ਚਾਹੁੰਦਾ, ਹਾਲਾਂਕਿ ਇਹ ਫੋਰਮ ਨਹੀਂਗਾ, ਪਰ ਸਿਰਫ ਤੁਹਾਨੂੰ ਦੱਸਣ ਵਾਸਤੇ ਕਿ ਮਨੀ ਲਾਂਡਰਿੰਗ ਕੀ ਹੁੰਦੀ ਆ ਤੇ ਮੇਰੇ ਤੇ ਕੀ ਇਲਜ਼ਾਮ ਲਾ ਰਹੇ ਨੇ। ਮੈਂ ਜੋ ਕੁਝ ਵੀ ਪਿਛਲੇ ਸਮੇਂ 'ਚ ਕੀਤਾ, ਆ ਸਾਰਾ ਕੁੱਲ ਮਿਲਾ ਕੇ ਜੋ ਆਪਣੇ ਜ਼ਿੰਮੇਵਾਰੀਆਂ ਅਦਾ ਕੀਤੀਆਂ ਐਜ਼ ਅ ਪੇਰੈਂਟ, ਮੇਰੇ ਤੇ ਇਸ ਵਕਤ ਆਲਮੋਸਟ ਕੋਈ 2-2.5 ਕਰੋੜ ਰੁਪਏ ਦਾ ਕਰਜ਼ਾ ਵਾ। ਜਿਹੜੇ ਬੰਦੇ ਤੇ ਕਰਜ਼ਾ ਹੋਣਾ, ਔਰ ਇਹ ਕਰਜ਼ਾ ਔਨ ਰਿਕਾਰਡ ਹੈ। ਮੇਰੀਆਂ ਐਗਰੀਕਲਚਰ ਜਿਹੜੀ ਲੈਂਡ ਹੈ ਸਾਡੀ, ਉਹਨੂੰ ਗਿਰਵੀ ਰੱਖ ਕੇ ਬੈਂਕਾਂ ਤੋਂ ਐਗਰੀਕਲਚਰ ਲਿਮਿਟਸ ਬਣਾਈਆਂ ਹੋਈਆਂ ਸੀ। ਉਹਦਾ 10% ਵਿਆਜ ਲੱਗਦਾ ਹਰ ਸਾਲ। ਹੁਣ 2-2.5 ਕਰੋੜ ਨੂੰ 20-25 ਲੱਖ ਰੁਪਏ ਵਿਆਜ ਲੱਗਦਾ। ਮੇਰੇ ਕੋਲ ਕਈ ਵਾਰ ਵਿਆਜ ਦੇਣ ਦੇ ਪੈਸੇ ਨਹੀਂ ਹੁੰਦੇ, ਤਾਂ ਮੈਂ ਆਪਣੇ ਦੋਸਤਾਂ ਮਿੱਤਰਾਂ ਕੋਲੋਂ, ਰਿਸ਼ਤੇਦਾਰਾਂ ਕੋਲੋਂ, ਆਪਣੀ ਬੇਟੀ ਜਾਂ ਆਪਣੇ ਪਰਿਵਾਰ ਦੇ ਮੈਂਬਰਸ ਕੋਲੋਂ ਉਹ ਪੈਸਾ ਫੜ ਕੇ ਤੇ ਮੈਂ ਉਹਦਾ ਇੰਟਰਸਟ ਭਰਦਾ। ਜੇ ਮੇਰੇ ਕੋਲ ਇੱਦਾਂ ਹੀ ਪੈਸਾ ਹੋਵੇ ਤਾਂ ਪਹਿਲਾਂ ਤਾਂ ਮੈਂ ਆਪਣੀ ਲਿਮਿਟਸ ਭਰਾਂ। ਮੈਂ 20-25 ਲੱਖ ਰੁਪਏ ਬੈਂਕ ਨੂੰ ਕਿਉਂ ਅਦਾ ਕਰਾਂ? ਇਸ ਕਰਕੇ ਉਹਨਾਂ ਨੂੰ ਕੁਝ ਨਹੀਂ ਮਿਲਿਆ। ਔਰ ਮੇਰੇ ਪਿੰਡ ਵਿੱਚ ਬਹੁਤ ਸਾਰੀਆਂ ਸਰਚਸ, ਬਹੁਤ ਬੇਤੁਕੀਆਂ ਗੱਲਾਂ ਨੂੰ ਮਨੀ ਲਾਂਡਰਿੰਗ ਨਾਲ ਜੋੜ ਕੇ ਐਵੇਂ ਉਹ ਆਪਣਾ ਡਿਟੇਲ ਬਣਾ ਕੇ ਲੈ ਗਏ। ਉਹਨਾਂ ਨੂੰ ਸੰਗ ਆਉਂਦੀ ਸੀ ਕਿ ਹੁਣ ਅਸੀਂ ਕੀ ਕਵਾਂਗੇ ਕਿ ਅਸੀਂ ਮਨੀ ਲਾਂਡਰਿੰਗ ਦੇ ਆਧਾਰ ਦੇ ਉੱਤੇ ਆਏ, ਤੇ ਲੱਭਿਆ ਕੀ ਹੁਣ ਆ ਗਈ ਡਰੱਗਸ ਦੀ ਗੱਲ। ਡਰੱਗਸ ਦੇ ਵਿੱਚ ਇੱਕ ਨਵੇਂ ਪੈਸੇ ਦਾ ਉਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਸੀ, ਇੱਕ ਨਵੇਂ ਪੈਸੇ ਦਾ। ਬਟ ਅਖਬਾਰਾਂ ਲਿਖੀ ਜਾਂਦੀਆਂ ਨੇ ਖੈਰਾਜ਼ ਹਾਊਸ ਰੇਡਡ ਫॉर ਮਨੀ ਲਾਂਡਰਿੰਗ ਐਂਡ ਡਰੱਗਸ। ਮੇਰੀ ਉਸ ਮੀਡੀਆ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਕਿਸੇ ਦਾ ਕੈਰੈਕਟਰ ਅਸੈਸੀਨੇਟ ਕਰਨ ਲੱਗੇ, ਕਲਮ ਨਾਲ ਲਿਖਣ ਲੱਗੇ 2 ਮਿੰਟ ਸੋਚਿਆ ਕਰੋ। ਅਗਰ ਇਹੀ ਇਲਜ਼ਾਮ ਤੁਹਾਡੇ ਤੇ ਲੱਗਦੇ ਹੋਣ ਤੇ ਹੋਣ ਬੇਬੁਨਿਆਦ, ਤੇ ਤੁਹਾਡੇ ਤੇ ਕੀ ਬੀਤਦੀ ਹੋਵੇਗੀ। ਇਸ ਲਈ ਮੇਰੇ ਵੀਰੋ, ਭੈਣੋ, ਸਤਿਕਾਰਯੋਗ ਵਿਸ਼ਵ 'ਚ ਬੈਠੇ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਅੱਗੇ ਸਿਰ ਝੁਕਾਉਣਾ ਵਾ। ਤੁਸੀਂ ਸਭ ਨੇ ਮੇਰੀ ਬੜੀ ਮਦਦ ਕੀਤੀ, ਅੱਜ ਦੀ ਨਹੀਂ, ਲਗਾਤਾਰ। ਜੇ ਤੁਸੀਂ ਸਾਥ ਨਾ ਦਿੰਦੇ ਹੁੰਦੇ ਤਾਂ ਹੁਣ ਤੱਕ ਤਾਂ ਮੈਨੂੰ ਮਧੋਲ ਕੇ ਰੱਖ ਦੇਣਾ ਸਰਕਾਰਾਂ ਨੇ, ਅੰਦਰ ਸੁੱਟ ਦੇਣਾ ਸੀਗਾ। ਪਰ ਪਿੱਛੇ ਕੀ ਕਹਿੰਦੇ ਹੁੰਦੇ ਆ, ਆਵਾਜ਼ੇ ਖਲਕਤ ਨਗਾਰਾ ਏ ਖੁਦਾ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼। ਤੁਹਾਡੀਆਂ ਅਰਦਾਸਾਂ ਇੰਨੀਆਂ ਕੰਮ ਆਈਆਂ ਕਿ ਮੈਂ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿੱਚ ਦੀ ਲੰਘ ਗਿਆ। ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਜਦੋਂ ਮੇਰੇ ਤੇ ਹਮਲਾ ਕੀਤਾ ਗਿਆ, ਆਹੀ ਇਲਜ਼ਾਮ ਡਰੱਗਸ, ਮਨੀ ਲਾਂਡਰਿੰਗ ਐਟਸੈਟਰਾ ਐਟਸੈਟਰਾ। ਪਰ ਉਹ ਤੁਹਾਡੇ ਅਰਦਾਸਾਂ ਦੇ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਸ ਨੂੰ ਸਟੇ ਕੀਤਾ। ਇਹਦੇ ਦੌਰਾਨ ਬੜੇ ਜੱਜਸ ਦੇ ਸਕੈਂਡਲ ਐਕਸਪੋਜ਼ ਕੀਤੇ। ਉਹਦੀ ਆਡੀਓ ਕਲਿੱਪ ਆਈ ਜਿਸ ਨੇ ਮੇਰੇ ਖਿਲਾਫ ਹਾਈ ਕੋਰਟ ਦਾ ਫੈਸਲਾ ਦਿੱਤਾ ਸੀਗਾ। ਉਹਦੀ ਆਡੀਓ ਕਲਿੱਪ ਕਿ 35 ਲੱਖ ਰੁਪਇਆ ਉਸਨੇ ਇੱਕ ਆਦਮੀ ਕੋਲੋਂ ਕੰਮ ਰਿਸ਼ਵਤਖੋਰੀ ਚ ਲਿਆ। ਸਰਕਾਰ ਨੇ ਉਹਨੂੰ ਕੁਝ ਨਹੀਂ ਕੀਤਾ, ਉਹਨੂੰ ਤੋਹਫਾ ਦਿੱਤਾ। ਉਹਨੂੰ ਬਾਅਦ ਵਿੱਚ ਐਜੂਕੇਸ਼ਨ ਟ੍ਰਿਬਿਊਨਲ ਦਾ ਉਹਨੂੰ ਮੈਂਬਰ ਬਣਾ ਦਿੱਤਾ ਵਾ, ਉਸੇ ਜੱਜ ਨੂੰ ਜਿਹਨੇ ਮੇਰੇ ਕੇਸ ਨੂੰ ਰਿਜੈਕਟ ਕਰਨ ਲਈ, ਡਿਸਮਿਸ ਕਰਨ ਲਈ ਪੈਸਾ ਲਿਆ ਸੀਗਾ। ਸੋ ਕੜੀ ਨਾਲ ਕੜੀ ਉਹ ਜੁੜ ਗਈ ਸੀ। ਇਸ ਕਰਕੇ ਮੈਂ ਇਹ ਪ੍ਰਣ ਕਰਦਾ ਵਾਂ ਕਿ ਇਹ ਜਿਹੜੀ ਆਵਾਜ਼ ਪਹਿਲਾਂ ਬੋਲਦੇ ਨੇ, ਚੱਕਦੇ ਰਹੇ ਨਵਰੀਤ ਦੇ ਹੱਕ ਵਿੱਚ, ਹਿਊਮਨ ਰਾਈਟ ਐਕਟਿਵਿਸਟ ਦੇ, ਇਹ ਹੋਰ ਤੇਜ਼ ਕਰਾਂਗੇ। ਔਰ ਮੈਂ 2 ਦਿਨ ਤੋਂ ਬਾਅਦ ਮੈਂ ਪ੍ਰੋਗਰਾਮ ਦੇਣਾ ਵਾ ਤੇ ਮੈਂ ਉਸੇ ਕਿਸਾਨ ਅੰਦੋਲਨ ਵਿੱਚ ਜਾਣਾ ਵਾ ਦੁਬਾਰਾ। ਜੇ ਬੀਜੇਪੀ ਜਾਂ ਸਰਕਾਰ ਇਹ ਸਮਝਦੀ ਆ ਕਿ ਤੁਸੀਂ ਇਦਾਂ ਦੀਆਂ ਗਿੱਦੜ ਭੁੱਕੀਆਂ ਦੇ ਨਾਲ ਪਰਚੇ ਦਰਜ ਕਰਕੇ ਸਾਡੇ ਰੇਡ ਮਾਰ ਕੇ ਤੁਸੀਂ ਇਸ ਗੱਲ ਤੋਂ ਸਾਨੂੰ ਪਿੱਛੇ ਹਟਾ ਦੋਗੇ, ਤੁਸੀਂ ਨਹੀਂ ਹੀ ਹਟਾ ਸਕਦੇ। ਜਾਨ ਤਾਂ ਸਭ ਨੇ ਇੱਕ ਦਿਨ ਦੇਣੀ ਆ ਉਸ ਪਰਮਾਤਮਾ ਵਾਹਿਗੁਰੂ ਨੂੰ, ਸਭ ਨੇ ਚਲੇ ਜਾਣਾ ਮੇਰੇ ਵੀਰੋ ਇੱਥੋਂ, ਕਿਸੇ ਨੇ ਨਹੀਂ ਰਹਿਣਾ ਪੱਕੇ ਤੌਰ ਤੇ। ਇਸ ਲਈ ਜਦੋਂ ਆਪਾਂ ਆਪਣੀ ਜ਼ਮੀਰ ਵੇਚ ਦਿੰਨੇ ਆ ਜਾਂ ਘਬਰਾ ਜਾਂਦੇ ਆ, ਡਰ ਜਾਂਦੇ ਆ, ਫਿਰ ਅੰਦਰੋਂ ਆਦਮੀ ਅਲਟੀਮੇਟਲੀ ਇੱਕ ਉਹਦੀ ਕਾਇਰਾਂ ਵਾਲੀ ਮੌਤ ਹੋ ਜਾਂਦੀ ਆ। ਸੋ ਕਾਇਰਾਂ ਨਾਲੋਂ ਮਰਨ ਨਾਲੋਂ ਜੁਰਤ ਨਾਲ ਗੱਲ ਕਹਿ ਕੇ, ਆਪਣੀ ਪੂਰੀ ਗੱਲ ਪੱਖ ਰੱਖ ਕੇ, ਅਗਰ ਤੁਹਾਡਾ ਨੁਕਸਾਨ ਨਹੀਂ ਹੁੰਦਾ ਤਾਂ ਫਿਰ ਦੇਖੀ ਜਾਊਗੀ। ਮੈਨੂੰ ਕੋਈ ਜੇਲ੍ਹ ਜਾਣ ਤੋਂ ਵੀ ਡਰ ਨਹੀਂ। ਅਗਰ ਉਹਨਾਂ ਨੂੰ ਲੱਗਦਾ ਨਾ ਕਿ ਕੋਈ ਕਿਸੇ ਨੂੰ ਜੇਲ੍ਹ ਭੇਜ ਕੇ ਬਹੁਤ ਵੱਡਾ ਅਸੀਂ ਪ੍ਰਾਪਤ ਕਰ ਲਾਂਗੇ, ਡਜ਼ਨਟ ਅਫੈਕਟ ਮੀ। ਕਿਉਂਕਿ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਮੈਂ ਜਦੋਂ ਛੋਟਾ ਹੀ ਸੀਗਾ, ਐਮਰਜੈਂਸੀ ਵਿੱਚ ਉਹਨਾਂ ਨੇ ਪਹਿਲਾਂ 19 ਮਹੀਨੇ ਜੇਲ੍ਹ ਕੱਟੀ। ਮੈਂ ਛੋਟਾ ਜਿਹਾ ਸੀਗਾ ਜੋ ਉਹਨਾਂ ਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਮਿਲਣ ਜਾਂਦਾ ਸੀ। ਉਸ ਤੋਂ ਬਾਅਦ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਸੀ। ਉਸ ਵੇਲੇ ਇੱਕ ਕਾਲਾ ਕਾਨੂੰਨ ਸੀਗਾ ਕਿ 1 ਸਾਲ ਤੁਸੀਂ ਵਿਦਆਊਟ ਗਿਵਿੰਗ ਐਨੀ, ਅਸਾਈਨਿੰਗ ਐਨੀ ਰੀਜ਼ਨ ਔਰ ਐਨੀ ਅਪੀਲ, ਤੁਸੀਂ ਕਿਸੇ ਨੂੰ ਵੀ ਡਿਟੇਨ ਕਰ ਸਕਦੇ ਹੋ। ਉਹ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਮੇਰੇ ਪਿਤਾ ਜੀ ਨੇ ਕਿੱਥੇ ਕਿੱਥੇ ਜੇਲ੍ਹਾਂ ਕੱਟੀਆਂ ਨੇ। ਇੱਕ ਪੂਰਾ ਸਾਲ ਅਗਰਤਲਾ ਵਿੱਚ, ਤ੍ਰਿਪੁਰਾ 'ਚ ਕੱਟਿਆ, ਵੈਸਟ ਬੰਗਾਲ ਤੋਂ ਪਰੇ ਇੱਕ ਛੋਟੀ ਜਿਹੀ ਸਟੇਟ। ਉਸ ਤੋਂ ਬਾਅਦ ਕਿਉਂਝਰ ਇਨ ਉੜੀਸਾ, ਫਤਿਹਪੁਰ ਸਿਕਰੀ ਇਨ ਉੱਤਰ ਪ੍ਰਦੇਸ਼, ਹਜ਼ਾਰੀਬਾਗ ਇਨ ਬਿਹਾਰ,
ਐਂਡ ਤਿਹਾੜ ਜੇਲ੍ਹ ਬਹੁਤ ਲੰਬਾ ਅਰਸਾ, ਅੰਬਾਲੇ ਦੀ ਜੇਲ੍ਹ, ਚੰਡੀਗੜ੍ਹ ਦੀ ਬੁੜੈਲ ਜੇਲ੍ਹ, ਜਲੰਧਰ ਦੀ ਜੇਲ੍ਹ, ਕਪੂਰਥਲੇ ਦੀ ਜੇਲ੍ਹ। ਸੋ ਇਹਨਾਂ ਨੂੰ ਲੱਗਦਾ ਕਿ ਇਦਾਂ ਉਹ ਡਰਾ ਲੈਣਗੇ ਸਾਨੂੰ, ਨੈਵਰ ਐਵਰ। ਸੋ ਬਸ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਮੇਰੀ ਆਵਾਜ਼ ਕਾਇਮ ਹੈ ਔਰ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਨਾ। ਜਿਹੜੀ ਪੋਲੀਟੀਕਲ ਪਾਰਟੀਆਂ ਲੀਡਰਾਂ ਨੇ ਕੀਤਾ, ਮੈਂ ਕਿਸੇ ਸਭ ਦੇ ਨਾਮ ਨਹੀਂ ਲੈ ਸਕ ਰਿਹਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਤੇ ਦੁਨੀਆ ਭਰ 'ਚ ਵਰਲਡ ਵਾਈਡ ਜਿਹੜਾ ਲੋਕਾਂ ਨੇ ਸਾਡੇ ਲਈ ਅਰਦਾਸ ਕੀਤੀ ਹੈ ਉਹਨਾਂ ਸਭ ਦਾ ਮੈਂ ਸ਼ੁਕਰੀਆ ਅਦਾ ਕਰਦਾ ਔਰ ਧੰਨਵਾਦ ਕਰਦਾ। ਔਰ ਮੈਂ ਉਸ ਪਰਮਾਤਮਾ ਵਾਹਿਗੁਰੂ ਦੇ ਤੋਂ ਡਰ ਕੇ ਕਹਿਣਾ ਕਿ ਇਹਨਾਂ ਚੋਂ ਕੱਖ ਨਹੀਂ ਨਿਕਲੇਗਾ ਔਰ ਆਪਾਂ ਬਿਲਕੁਲ ਕਲੀਨ ਐਂਡ ਨੀਟ, ਜਿੱਦਾਂ ਪਹਿਲਾਂ ਜੋ ਕੁਝ ਆਪਣੇ ਤੇ ਹਮਲੇ ਕੀਤਾ ਆਪਾਂ ਉਹਦੇ ਚੋਂ ਬੇਦਾਗ ਹੋ ਕੇ ਨਿਕਲਾਂਗੇ ਤੁਹਾਡੀਆਂ ਅਰਦਾਸਾਂ ਦੇ ਨਾਲ ਤੇ ਉਸ ਵਾਹਿਗੁਰੂ ਦੇ ਉਹਦੀ ਅਪਾਰ ਕਿਰਪਾ ਦੇ ਸਦਕਾ। ਸੋ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਔਰ ਮੈਂ ਤੁਹਾਨੂੰ ਕਹੂੰਗਾ ਕਿ ਕਿਸੇ ਵੀ ਇਸ ਤਰ੍ਹਾਂ ਦੇ ਮਨਘੜਤ ਝੂਠੇ ਇਲਜ਼ਾਮਬਾਜ਼ੀ ਵਿੱਚ ਕੰਮ ਨਹੀਂ। ਕੁਝ ਲੋਕ ਬੜੇ ਸੜੇ ਜੇ ਨੇ ਫੇਸਬੁੱਕ ਤੇ ਫਿਰ ਵੀ ਲਿਖੀ ਜਾਂਦੇ ਨੇ ਕਿ ਬੀਜੇਪੀ ਇਹਨੂੰ ਪਤਾ ਨਹੀਂ ਕੀ ਪਰਚਾ ਦਰਜ ਕਰਕੇ ਚਮਕਾ ਰਹੀ ਹੈ, ਹੀਰੋ ਬਣ ਰਹੀ ਹੈ। ਫੇਸਬੁੱਕ ਤੇ ਇਦਾਂ ਦੀਆਂ ਕਰਤੂਤ ਭੈੜੀਆਂ ਗੱਲਾਂ ਲਿਖ ਕੇ ਤੁਹਾਨੂੰ ਪਤਾ ਇਹਦਾ ਕੀ ਹਸ਼ਰ ਹੁੰਦਾ। ਤੁਹਾਡੇ ਕਦੀ ਪਰਚਾ ਦਰਜ ਹੋਇਆ ਵਾ? ਤੁਹਾਡੇ ਘਰ ਕਦੀ ਵਰਦੀ ਧਾਰਿਆਂ ਨੇ ਆਣ ਕੇ ਤੁਹਾਡੀਆਂ ਔਰਤਾਂ ਤੇ ਤੁਹਾਡੇ ਪਰਿਵਾਰ ਦੇ ਸਾਹਮਣੇ ਰੇਡ ਕੀਤਾ ਵਾ? ਕਦੀ ਜੇਲ੍ਹ ਜਾ ਕੇ ਦੇਖਿਆ ਵਾ? ਕਦੀ ਕਿਸੇ ਥਾਣੇ ਵਿੱਚ ਵੀ ਜਾ ਕੇ ਦੇਖਿਆ ਵਾ? ਫੇਸਬੁੱਕ ਤੇ ਤਾਂ ਲਿਖਣਾ ਬੜਾ ਸੌਖਾ ਕਿ ਫਲਾਣੇ ਨੇ ਆਹ ਕਰਤਾ ਜੀ, ਇਹ ਤਾਂ ਮੈਨੂੰ ਕੁਝ ਲੋਕ ਕਹਿੰਦੇ ਡਰੱਗ ਮਾਫੀਆ ਦਾ ਨਾਲ ਰਲਿਆ। ਜੇ ਡਰੱਗ ਮਾਫੀਆ ਨਾਲ ਰਲਿਆ ਕੋਈ ਤਾਂ ਸਬੂਤ ਤਾਂ ਦਿਓ ਫਿਰ ਮੇਰੇ ਵੀਰੋ। ਦੇਅਰਫੋਰ ਇਹ ਤੋਂ ਜ਼ਿਆਦਾ ਮੈਂ ਉਹਨਾਂ ਬਾਰੇ ਵੀ ਨਹੀਂ ਕਹਿਣਾ ਚਾਹੁੰਦਾ। ਉਹਨਾਂ ਨੂੰ ਕਹਿਣਾ ਇਸ ਹੇਟ ਮੌਂਗਰਸ ਨੂੰ, ਟ੍ਰੋਲਰਸ ਨੂੰ, ਜਿਹੜੇ ਅੰਨੇ ਜਿਹੇ ਭਗਤ ਬਣੇ ਫਿਰਦੇ ਆ ਫਜ਼ੂਲ ਲੋਕਾਂ ਦੇ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂਗਾ, ਪਲੀਜ਼ ਸਟਾਪ ਰਾਈਟਿੰਗ ਬੈਡ ਲੈਂਗੁਏਜ। ਮੈਂ ਵੀ ਤੁਹਾਡੇ ਅਗਰ ਚਾਹਾਂ ਮੈਂ ਤੁਹਾਡੀ ਇਕੱਲੇ ਦੀ ਸਕਰੀਨਸ਼ਾਟ ਪੁਲਿਸ ਨੂੰ ਹੈਂਡ ਓਵਰ ਕਰ ਸਕਦਾ, ਤੁਹਾਡੇ ਕੇਸ ਰਜਿਸਟਰ ਕਰਾ ਸਕਦਾ, ਬਟ ਆਈ ਡੂ ਨਾਟ ਇੰਡਲਜ ਇਨ ਦਿਸ ਪੋਲਿਟਿਕਸ ਆਫ ਵਿਲੀਫਿਕੇਸ਼ਨ, ਵੈਂਡੇਟਾ, ਵਿੰਡਿਕਟਿਵਨੈਸ। ਇਸ ਕਰਕੇ ਮੈਂ ਜੋ ਆਪਣਾ ਕੰਮ ਹੈ ਉਹ ਕਰਦੇ ਰਹਿਣਾ ਤੇ ਆਉਣ ਵਾਲੇ ਦਿਨਾਂ 'ਚ ਕਿਸਾਨ ਅੰਦੋਲਨ ਵਿੱਚ ਆਪਾਂ ਜਦੋਂ ਜਾਣਾ ਵਾ ਤੁਹਾਨੂੰ ਸਭ ਨੂੰ ਕਾਲ ਦੂੰਗਾ ਜਿਹੜੇ ਤੁਸੀਂ ਸਮਝਦੇ ਹੋ ਕਿ ਹਾਂ ਆਪਾਂ ਇਸ ਅੰਦੋਲਨ ਨੂੰ ਵੀ ਮਜ਼ਬੂਤ ਕਰਨਾ, ਆਪਣੇ ਨੌਜਵਾਨਾਂ ਦੀ ਹਿਫਾਜ਼ਤ ਵੀ ਕਰਨੀ, ਤੁਸੀਂ ਸਾਰੇ ਮੇਰੇ ਨਾਲ ਵੀ ਚੱਲਣ ਦਾ ਕਿਰਪਾਲਤਾ ਕਰਨੀ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ। ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇਸ 'ਚ ਸਭ ਤੋਂ ਮਹਿੰਗੀ 10 ਤੋਂ 12 ਰੁਪਏ ਵੈਟ, ਸਭ ਤੋਂ ਵੱਧ ਵੈਟ ਇਹ ਸਰਕਾਰ ਵਸੂਲ ਰਹੀ ਹੈ। ਜੇ ਲੋਕਾਂ ਦਾ ਦਰਦ ਸਮਝਦੀ ਤੇ ਵੈਟ ਦੇ ਦਰ ਘਟਾਉਂਦੀ, ਡੀਜ਼ਲ ਪੈਟਰੋਲ ਤੇ ਲੋਕਾਂ ਨੂੰ ਰਾਹਤ ਦਿੰਦੀ। ਮਗਰ ਬੀਜੇਪੀ ਨਾਲ, ਦਿੱਲੀ ਦੀ ਮੋਦੀ ਨਾਲ ਰਲ ਕੇ ਖੇਡਣ ਵਾਲੀ ਸਰਕਾਰ ਕਦੇ ਲੋਕਾਂ ਦੇ ਦਰਦ ਨੂੰ ਨਹੀਂ ਸਮਝ ਸਕਦੀ। ਨਾ ਉਹ ਰੇਟ ਦੇ ਵਧਾਉਣ ਘਟਾਉਣ ਰੇਟ, ਨਾ ਇਹ ਰੇਟ ਘਟਾਉਣ। ਅਗਲੀ ਗੱਲ, ਮੁਲਾਜ਼ਮਾਂ ਨੇ ਇਹ ਕੀ ਮੰਗ ਕਰਦੇ ਆ ਕਿ ਇਹਨਾਂ ਨਾਲ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ 'ਚ ਤੁਹਾਨੂੰ ਪੱਕਾ ਕਰ ਦਿਆਂਗੇ ਕੱਚਿਆਂ ਨੂੰ, ਅੱਜ ਤੱਕ ਨਹੀਂ ਕੀਤੇ। ਦੂਜਾ ਵਾਅਦਾ ਕੀਤਾ ਸੀ ਕਿ ਪੇ ਕਮਿਸ਼ਨ ਲਾਗੂ ਕਰਾਂਗੇ, ਅੱਜ ਤੱਕ ਪੇ ਕਮਿਸ਼ਨ ਲਾਗੂ ਨਹੀਂ ਹੋਇਆ। ਔਰ ਵਾਅਦਾ ਝੂਠਾ ਹੀ ਖਲਾਰਾ ਲਾਤਾ ਕਿ ਅੱਗੇ ਕਰ ਦਿਆਂਗੇ। ਅੱਗੇ ਕਿਹੜਾ ਸਮਾਂ ਰਹਿ ਗਿਆ? ਤੁਹਾਡੇ ਤਾਂ ਪੁੱਠੀ ਗਿਣਤੀ ਸ਼ੁਰੂ ਆ, ਤੁਹਾਡੇ ਤਾਂ ਜਾਣ ਦੀ ਵਾਰੀ ਆਈ ਹੈ। ਤੁਸੀਂ ਕਿਹੜੇ ਵੇਲੇ ਕਰ ਦਿਓਗੇ ਜੇ ਬਜਟ 'ਚ ਨਹੀਂ? ਔਰ ਮੁਲਾਜ਼ਮਾਂ ਦੇ ਡੀਏ ਖਾ ਗਏ, ਭੱਤੇ ਖਾ ਗਏ, ਉਹਦੇ ਅਰੇਅਰਸ ਖਾ ਗਏ। ਘੱਟੋ ਘੱਟ 6.5 ਤੋਂ 7,000 ਕਰੋੜ ਮੁਲਾਜ਼ਮਾਂ ਦਾ ਦੱਬੇ ਬੈਠੇ। ਮੁਲਾਜ਼ਮਾਂ ਦੀ ਕੋਈ ਜ਼ਿੰਦਗੀ ਨਹੀਂ ਪਰਸਨਲ। ਉਹਨਾਂ ਨੇ ਵੀ ਆਪਦੇ ਬੱਚਿਆਂ ਦੇ ਵਾਸਤੇ ਕੋਈ ਖੁਸ਼ੀ ਦੇ ਪ੍ਰੋਗਰਾਮ ਹੁੰਦੇ, ਕੋਈ ਪੜ੍ਹਾਈ ਦੇ ਪ੍ਰੋਗਰਾਮ ਹੁੰਦੇ, ਉਹਨਾਂ ਸਭ ਰੱਦ ਕਰਨੇ ਪਏ। ਉਲਟਾ ਉਹਨਾਂ ਤੇ ਪ੍ਰੋਫੈਸ਼ਨਲ ਟੈਕਸ ਲਾਤਾ ਹਰ ਮਹੀਨੇ ਦਾ। ਮੇਰੇ ਵੀਰੋ, ਮੁਲਾਜ਼ਮਾਂ ਨਾਲ ਧੱਕਾ, ਐਸਸੀ ਭਾਈਚਾਰੇ ਨਾਲ ਧੱਕਾ। ਫਿਰ ਪੈਨਸ਼ਨ ਕਹਿੰਦੇ ਅਸੀਂ 1500 ਕਰਤੀ, ਵਾਅਦਾ ਕਿੰਨਾ ਕੀਤਾ ਸੀ? 2500 ਦਾ। ਮੈਂ ਇਹਨਾਂ ਨੂੰ ਪੁੱਛਿਆ 1500 ਕੀਤੀ, ਦੇਖੋ ਮਨਸ਼ਾ ਚੰਗੀ ਹੁੰਦੀ ਤੇ ਕਹਿੰਦੇ ਅੱਜ ਤੋਂ 1500, ਮਗਰ ਮਨਸ਼ਾ ਉਹਦੇ 'ਚ ਵੀ ਮਾੜੀ ਸੀ, ਕਹਿੰਦੇ 1/7। ਕਿਹਨੂੰ ਟੇਵਾ ਵਿਖਾਇਆ ਜਿਹੜਾ 1/7 ਹਰ ਤਰੀਕ 1/7 ਪਾਤੀ? ਮਹੀਨੇ 3 ਰਹਿ ਜਾਣੇ ਤੁਹਾਡੇ ਮਗਰ। ਜਦੋਂ ਝੂਠ ਬੋਲ ਕੇ ਕਿੱਧਰ ਜਾਓਗੇ? ਮਗਰ ਜੇ ਮਨਸ਼ਾ ਚੰਗੀ ਹੁੰਦੀ ਤਾਂ ਪਿਛਲੇ 4 ਸਾਲਾਂ ਦਾ ਵੀ ਕਹਿ ਦਿੰਦੇ ਅਸੀਂ ਪੈਨਸ਼ਨ ਪੂਰੀ ਦੇਵਾਂਗੇ। ਜਿਨ੍ਹਾਂ ਨੂੰ ਸ਼ਗਨ ਨਹੀਂ ਦਿੱਤੇ 51,000 ਉਹਨਾਂ ਨੂੰ ਵੀ ਪੂਰੇ ਦੇਵਾਂਗੇ। ਮਗਰ ਜੇ ਸਰਕਾਰ ਦੀ ਸੋਚ ਹੀ ਮਾੜੀ ਹੋਵੇ, ਨੀਤੀ ਮਾੜੀ ਹੋਵੇ, ਜਿਹਨੇ ਸਹੁੰ ਖਾ ਕੇ ਜਿਹੜਾ ਗੁਰੂ ਦਾ ਨਹੀਂ ਬਣਿਆ ਉਹਨੇ ਪੰਜਾਬ ਦੇ ਲੋਕਾਂ ਦਾ ਕਿੱਥੇ ਬਣ ਜਾਣਾ। ਔਰ ਵੱਡੀ ਦੁੱਖ ਦੀ ਗੱਲ ਹੈ ਕਿ ਕਰਜ਼ਾ 1 ਲੱਖ ਕਰੋੜ ਤੋਂ ਵਧਾਤਾ। 1,82,000 ਸੀ, ਅੱਜ ਇਹਨਾਂ ਦੇ ਆਪ ਦੇ ਅਨੁਮਾਨ ਨੇ 273। ਕੈਗ ਦੀ ਰਿਪੋਰਟ ਕਹਿੰਦੀ ਹੈ 3 ਹੋ ਜਾਣਾ। ਕਰਜ਼ਾ ਵਧਾਤਾ ਸਕੂਲਾਂ ਤੇ, ਹੈਲਥ ਤੇ, ਐਸਸੀ ਭਾਈਚਾਰੇ, ਸੋਸ਼ਲ ਸਪੈਂਡਿੰਗ ਅੱਧੀ ਕਰਤੀ, ਡਿਵੈਲਪਮੈਂਟਲ ਐਕਸਪੈਂਡੀਚਰ, ਕੈਪੀਟਲ ਐਕਸਪੈਂਡੀਚਰ ਅੱਧਾ ਕਰਤਾ। ਹਰ ਜਗ੍ਹਾ ਇਹਨਾਂ ਦੀ ਖਰਚੇ ਅੱਧੇ ਕਰਤੇ, ਮਗਰ ਕਰਜ਼ੇ ਵਧਾਤੇ। ਫਜ਼ੂਲ ਖਰਚੀ, ਖਜ਼ਾਨੇ ਦੀ ਲੁੱਟ ਤੋਂ ਖੋ। ਇਸ ਲਈ ਗਵਰਨਮੈਂਟ ਦੇ ਆਪ ਦੇ ਰੈਵਨਿਊ
ਸਿਰਫ 11% ਗਰੋਥ ਹੈ। 11% ਤਾਂ ਇਨਫਲੇਸ਼ਨ ਹੀ ਹੁੰਦੀ ਹੈ, 7-8% ਉਹ ਨਾਰਮਲ ਗਰੋਥ ਆ ਜਾਂਦੀ ਹੈ। ਜਦ ਕਿ ਗਵਾਂਢੀ ਸੂਬੇ ਕੋਈ 30% ਗਰੋ ਕਰ ਰਿਹਾ, ਕੋਈ 50% ਗਰੋ ਕਰ ਰਿਹਾ। ਕਿਉਂ? ਮਾਈਨਿੰਗ ਦੀ ਲੁੱਟ, ਸ਼ਰਾਬ ਦੀ ਲੁੱਟ। ਹਾਂ, ਕਮਾਈ ਹੋਈ ਇਹਨਾਂ ਨੂੰ ਤੇ ਸਿਰਫ ਬਿਜਲੀ ਦੇ ਦਰ ਵਧਾ ਕੇ, ਇਲੈਕਟ੍ਰਿਸਿਟੀ ਡਿਊਟੀ ਲਾ ਕੇ, ਲੋਕਾਂ ਤੇ ਬੋਝ ਪਾ ਕੇ ਉੱਥੋਂ ਕਮਾਈ ਕੀਤੀ ਜਾਂ ਵੈਟ ਤੋਂ ਕੀਤੀ। ਹੋਰ ਕੋਈ ਕਮਾਈ ਇਹਨਾਂ ਦੀ ਨਹੀਂ। ਇਹਨਾਂ ਦੀ ਆਪ ਦੀ ਆਮਦਨ ਖਤਮ ਹੋ ਗਈ ਹੈ ਕਿਉਂਕਿ 420 ਵਾਲਾ ਕੰਮ ਚੱਲ ਰਿਹਾ। ਫਿਰ ਅੱਗੇ ਝੂਠ ਬੋਲਣਾ। ਵੇਖੋ, ਕੈਗ ਨੇ ਬੜੀ ਕਲੀਅਰਲੀ ਕਿਹਾ, ਹੁਣ ਫੇਰ ਹਾਊਸ 'ਚ ਝੂਠ ਬੋਲਿਆ ਸੀ। ਅੱਜ ਪ੍ਰਿਵਿਲੇਜ ਮੋਸ਼ਨ ਲੈ ਕੇ ਆਏ ਸੀ ਖਜ਼ਾਨਾ ਮੰਤਰੀ ਦੇ ਖਿਲਾਫ, ਸ਼੍ਰੋਮਣੀ ਅਕਾਲੀ ਦਲ ਦੇ MLA। ਉਹ ਇਸ ਲਈ ਲੈ ਕੇ ਆਏ ਸੀ ਕਿ ਤੁਸੀਂ ਹਰ ਵਰਗ ਨੂੰ ਠੱਗਣ ਤੋਂ ਬਾਅਦ ਬਜਟ 'ਚ ਵੀ ਝੂਠ ਬੋਲਦੇ ਹੋ। ਆ ਇਹਨਾਂ ਨੇ ਕਹਿ ਦਿੱਤਾ ਜੀ 8359 ਕਰੋੜ ਜਿਹੜਾ ਇੱਕ ਲੋਨ ਹੈ, ਕੈਗ ਦੀ ਰਿਪੋਰਟ ਕਹਿੰਦੀ ਹੈ ਜੀ, ਕੈਗ ਨੇ ਕਿਹਾ ਦਿਸ ਵਿਲ ਬੀ ਟ੍ਰੀਟਡ ਐਜ਼ ਅ ਲੋਨ ਇਨ ਦਾ ਅਕਾਊਂਟਸ ਆਫ ਪੰਜਾਬ ਦੀ ਕਿਤਾਬਾਂ ਤੇ ਉਹਨਾਂ ਦੀ ਅਕਾਊਂਟ 'ਚ ਲੋਨ ਮੰਨਿਆ ਜਾਊਗਾ। ਇਹ ਕਿਉਂ ਲੁਕੋ ਰਹੇ ਹੋ? ਡੈਟ ਟੂ GSDP ਰੇਸ਼ੋ 46% ਹੁਣ ਹੋ ਗਈ ਹੈ। ਅਗਲੇ ਸਾਲ ਤੱਕ ਇਹ 48 ਤੋਂ ਉੱਤੇ ਟੱਪ ਜਾਣੀ ਹੈ। ਦੇਸ਼ ਪੰਜਾਬ ਸੂਬੇ ਦਾ ਦਿਵਾਲੀਆ ਕੱਢਤਾ ਔਰ 15 ਸਾਲਾਂ 'ਚ, ਪਿਛਲੇ 15 ਸਾਲਾਂ 'ਚ 8 ਸਾਲ ਬਜਟ ਕਿਹਨੇ ਪੇਸ਼ ਕੀਤਾ? ਆ ਖਜ਼ਾਨਾ ਮੰਤਰੀ ਸਾਹਿਬ ਨੇ। ਲੋਕਾਂ ਨੂੰ ਝੂਠ ਸੱਚ ਬੋਲ ਕੇ, ਅਲਾਮਾ ਇਕਬਾਲ ਸੁਣਾ ਕੇ ਲੋਕਾਂ ਨੂੰ ਤਾਂ 15 ਸਾਲ ਤਾਂ ਲੁੱਟ ਇਹਨਾਂ ਨੇ ਕੀਤੀ ਹੈ। ਪਹਿਲਾਂ ਮੌਕਾ ਪ੍ਰਸਤੀ ਨਾਲ 3 ਸਾਲ ਇੱਥੇ, ਅਸਲ 'ਚ ਨੀਆਂ ਹੀ ਵਿਗਾੜਤੀਆਂ। 3 ਸਾਲ ਪਹਿਲਾਂ ਜਦ ਇੱਥੇ ਬਜਟ ਪੇਸ਼ ਕੀਤਾ, ਜਦੋਂ ਕੰਮ ਹਿੱਲ ਗਿਆ, ਵੇਖਿਆ ਪੰਜਾਬ ਨੂੰ ਮੈਂ ਹੁਣ ਡਬੋਤਾ ਤੇ ਭੱਜ ਕੇ ਉਧਰ ਚੜ ਗਏ, ਮਗਰ ਉਧਰ ਵੀ ਕੰਮ ਜਾ ਕੇ ਡਬੋਤਾ। ਇਹ ਅਸਲੀਅਤ ਹੈ। ਅਸੀਂ ਪ੍ਰਿਵਿਲੇਜ ਲਿਆਏ ਆ ਫॉर ਚੀਟਿੰਗ ਦਾ ਪੀਪਲ ਆਫ ਪੰਜਾਬ, ਫॉर ਫਜਿੰਗ ਫਿਗਰਸ, ਹੇਰਾ ਫੇਰੀ, ਹੱਥ ਦੀ ਸਫਾਈ। ਜਿਵੇਂ ਕੋਈ ਚੋਰ ਕਰਦਾ ਹੱਥ ਦੀ ਸਫਾਈ, ਉਹ ਹੱਥ ਦੀ ਸਫਾਈ ਵੇਖਣ ਨੂੰ ਮਿਲੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਇਹ ਝੂਠਾ ਬਜਟ, ਲੋਕ ਵਿਰੋਧੀ ਬਜਟ, ਪੰਜਾਬ ਵਿਰੋਧੀ ਬਜਟ, ਉਹਨੂੰ ਰਿਜੈਕਟ ਕਰਦੇ ਆ ਔਰ ਅਸੀਂ ਉੱਥੋਂ ਇਹ ਝੂਠ ਸੁਣਨ ਤੋਂ ਇਨਕਾਰ ਕੀਤਾ। ਅਸੀਂ ਉੱਥੋਂ ਬਾਹਰ। ਦੇਖੋ, ਇਹ ਲਾਸਟ ਜਿਹੜਾ ਬਜਟ ਇਜਲਾਸ ਹੈ ਤੇ 4 ਸਾਲ ਪਹਿਲਾਂ ਵੀ ਉਹੀ ਗੱਲਾਂ ਸੁਣੀਆਂ ਜਿਹੜੀਆਂ ਅੱਜ ਬਜਟ ਵਿੱਚ ਸੁਣੀਆਂ। ਜੋ ਲਾਰੇ ਅੱਜ ਤੋਂ 4 ਸਾਲ ਪਹਿਲਾਂ ਸੀ, ਜੋ ਲਾਰੇ ਸਰਕਾਰ ਬਣਾਉਣ ਵੇਲੇ ਸੀ, ਜੋ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪਹਿਲਾਂ ਕਿਹਾ ਸੀ ਤੇ ਅੱਜ ਤੱਕ ਪੂਰਾ ਨਹੀਂ ਹੋਇਆ, ਉਹੀ ਲਾਰਿਆਂ ਨੂੰ ਫਿਰ ਦੁਬਾਰਾ ਉਸ ਬਜਟ ਵਿੱਚ ਦੁਹਰਾ ਕੇ ਰੱਖ ਦਿੱਤਾ। ਕਦੋਂ ਕਰਨਗੇ, ਕਦੋਂ ਪੂਰਾ ਹੋਏਗਾ, ਇਹ ਤੇ ਰੱਬ ਹੀ ਰਾਖਾ। ਕਿਉਂਕਿ ਲਾਸਟ ਵਾਰ ਮਹੀਨੇ ਰਹਿ ਗਏ 8। ਇਹਨਾਂ 8 ਮਹੀਨਿਆਂ 'ਚ ਕੋਈ ਪਾਲਿਸੀ ਬਣਾਉਣੀ, ਕੋਈ ਤਰਕੀਬ ਲਾਗੂ ਕਰਨੀ, ਕੋਈ ਪਾਲਿਸੀ ਨੂੰ ਸੰਗਤਾਂ ਤੱਕ ਪਹੁੰਚਾਉਣਾ ਕਿੰਨਾ ਮੁਸ਼ਕਿਲ ਹੁੰਦਾ, ਕਿੰਨਾ ਸਿਸਟਮ ਚਾਹੀਦਾ ਹੁੰਦਾ। ਤੇ ਜੇ ਅੱਜ ਉਹ ਜੋ ਕਹਿ ਰਹੇ ਹੈ ਕਿ ਇਹ 4 ਸਾਲ ਪਹਿਲਾਂ ਕਹਿੰਦੇ ਸੀ ਜਿਉਂ ਹੀ ਸਰਕਾਰ ਬਣੇਗੀ ਅਸੀਂ ਇਹ ਕਰਾਂਗੇ, 2500 ਪੈਨਸ਼ਨ ਦੇਵਾਂਗੇ, 51,000 ਸ਼ਗਨ ਦੇਵਾਂਗੇ, ਅਸੀਂ ਘਰ ਘਰ ਨੌਕਰੀ ਦੇਵਾਂਗੇ। 4 ਸਾਲ ਤਾਂ ਗਏ ਨਿਕਲ, ਤੋਂ 5ਵਾਂ ਸਾਲ ਹੈ। ਕੀ ਹੋਏਗਾ ਇਹ ਸਾਰੀ ਦੁਨੀਆ ਦੇ ਸਾਹਮਣੇ ਹੈ। ਸੋ ਮੈਂ ਸਮਝਦੀ ਹਾਂ ਕਿ ਜਿਹੜਾ ਵਿਅਕਤੀ, ਜਿਹੜੀ ਸਰਕਾਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਦਸਮ ਪਿਤਾ ਜੀ ਦਾ ਨਾਂ ਲੈ ਕੇ ਇੰਨਾ ਝੂਠ ਬੋਲ ਸਕਦੀ ਹੈ, ਅੱਜ ਦੇ ਕੀਤੇ ਹੋਏ ਉਹਨਾਂ ਦੇ ਵਾਅਦੇ ਜਿਹੜੇ ਹੈ ਇਹ ਵੀ ਸਭ ਝੂਠੇ ਲਾਰੇ ਔਰ ਝੂਠ ਬੋਲਿਆ ਹੀ ਲੋਕੀ ਸਮਝਦੇ ਹੈ। ਤੇ ਨਾ ਕਿਸੇ ਦੇ 'ਚੋਂ ਇਹ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਬਣ ਸਕਦਾ ਕਿ ਜੋ ਅੱਜ ਉਹਨਾਂ ਨੇ ਗੱਲਾਂ ਕਹੀਆਂ ਉਹ ਗੱਲਾਂ ਕਦੀ ਪੂਰੀਆਂ ਹੋ ਸਕਣ। ਬੀਬੀ ਜੀ, ਇੱਕ ਬੇਰੁਜ਼ਗਾਰ ਵਿਦਿਆਰਥੀਆਂ ਤੇ ਜਿਹੜੇ ਸਰਕਾਰ ਵੱਲੋਂ ਲਾਠੀਚਾਰਜ ਕੀਤਾ ਗਿਆ ਵਾ, ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ, ਕਾਂਗਰਸੀ ਸਰਕਾਰ ਜਦੋਂ ਦੀ ਬਣੀ ਹੈ ਉਹ ਲਾਠੀਆਂ ਹੀ ਮਿਲੀਆਂ, ਡਾਂਗਾਂ ਹੀ ਮਿਲੀਆਂ। ਜੇ ਕਿਤੇ ਨਾ ਕਿਸੇ ਨੇ ਮੰਗ ਕੀਤੀ ਹੈ ਜਾਂ ਪਾਣੀ ਦੀਆਂ ਵਿਛਾੜਾਂ ਜਾਂ ਲਾਠੀਆਂ ਜਾਂ ਡਾਂਗਾਂ ਖਾ ਕੇ ਕਰਨ ਨੂੰ ਆ ਗਏ। ਸੋ ਅੱਜ ਤੱਕ ਇਨਸਾਫ ਦਿੱਤਾ ਕਿਹੜਾ? ਸੋ ਮੈਂ ਸਮਝਦੀ ਹਾਂ ਕਿ ਬੇਰੁਜ਼ਗਾਰ ਤੇ ਇੱਕ ਪਾਸੇ ਰਹਿ ਕੇ ਜਿਹੜੇ ਰੁਜ਼ਗਾਰ ਵਿੱਚ ਹੈ ਉਹਨਾਂ ਦੇ ਨਾ ਕੋਈ DA ਮਿਲ ਰਹੇ ਹੈ, ਨਾ ਉਹਨਾਂ ਨੂੰ ਕੋਈ ਤਰੱਕੀ ਮਿਲ ਰਹੀ ਹੈ। ਜਿਹੜੇ ਵਿਚਾਰੇ ਬੇਰੁਜ਼ਗਾਰ ਹੈ ਉਹਨਾਂ ਨੂੰ ਕੋਈ ਆਸ ਸੀਗੀ ਕਿ ਸਾਨੂੰ ਕੋਈ ਨੌਕਰੀ ਮਿਲ ਜੇਗੀ, ਪਰ ਅੱਜ ਤੱਕ ਇੱਕ ਵੀ ਕਿਸੇ ਨੂੰ ਨੌਕਰੀ ਨਹੀਂ ਮਿਲ ਸਕੀ। ਸੋ ਮੈਂ ਸਮਝਦੀ ਹਾਂ ਕਿ ਡਾਂਗਾਂ ਤੋਂ ਸਿਵਾਏ, ਲਾਠੀਆਂ ਤੋਂ ਸਿਵਾਏ ਇਸ ਸਰਕਾਰ ਨੇ ਕਿਸੇ ਨੂੰ ਕੁਝ ਦਿੱਤਾ ਹੀ ਨਹੀਂ। ਭਾਜਪਾ ਆਗੂ ਨੇ ਹਰਜੀਤ ਗਰੇਵਾਲ ਨੇ ਲੰਗਰ ਤੇ ਜਿਹੜਾ ਕਮੈਂਟ ਕੀਤਾ ਹੈ, ਉਹਦੇ ਬਾਰੇ ਕੀ ਪ੍ਰਤੀਕਿਰਿਆ ਤੁਹਾਡੀ? ਦੇਖੋ, ਮੈਨੂੰ ਸੁਣ ਕੇ ਬੜਾ ਅਫਸੋਸ ਹੋਇਆ ਕਿ ਮੈਂ ਉਹਦੀ ਵੀਡੀਓ ਸੁਣ ਰਹੀ ਸੀ ਕਿ ਉਹ ਕਹਿ ਰਹੇ ਹੈ ਕਿ ਮੈਂ ਕਰਦਾ ਉਹਨਾਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਇਹ ਕਰਮ ਨਹੀਂ ਹੈ ਕਿ ਤੁਸੀਂ ਉੱਥੇ ਲੋਕਾਂ ਦਾ ਜੋ ਸਹੂਲਤਾਂ ਦੇ ਰਹੇ ਹੋ, ਇਹ ਤੁਹਾਡੀ ਡਿਊਟੀ ਨਹੀਂ ਬਣਦੀ।
ਮੈਨੂੰ ਸਮਝ ਨਹੀਂ ਆਉਂਦੀ ਕਿ ਗੁਰੂ ਘਰ ਦੀ ਡਿਊਟੀ ਉਹਨੇ ਸਾਨੂੰ ਦੱਸਣੀ ਹੈ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀ ਅਧਿਕਾਰ ਨੇ, ਕੀ ਫਰਜ਼ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹਨਾਂ ਨੇ ਕਿਹੜੇ ਕਾਰਜ ਕਰਨੇ ਆ। ਜੇ ਅਸੀਂ ਭੁੱਖੇ ਦੇ ਮੂੰਹ 'ਚ ਰੋਟੀ ਨਹੀਂ ਪਾ ਸਕਦੇ, ਜੇ ਕਿਸੇ ਲੋੜਵੰਦ ਦੀ ਲੋੜ ਨਹੀਂ ਪੂਰੀ ਕਰ ਸਕਦੇ, ਜੇ ਅਸੀਂ ਅੱਜ ਉਹ ਕਿਸਾਨ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਵੱਡੀਆਂ ਵਡਿਆਈਆਂ ਦਿੱਤੀਆਂ ਤੇ ਆਪ ਕਿਰਸਾਨੀ ਕੀਤੀ ਹੈ, ਆਪ ਕਿਰਤ ਕੀਤੀ ਹੈ, ਸਾਨੂੰ ਕਿਰਤੀ ਬਣਾਇਆ, ਤੇ ਜੇ ਅੱਜ ਉਹ ਕਿਸਾਨ ਜਿਹਦੇ ਵਾਸਤੇ ਪਾਤਸ਼ਾਹ ਨੇ ਕਿਹਾ ਸੀ ਕਿਰਸਾਨੀ ਕਿਰਸਾਨ ਕਰੇ, ਲੋਚਾ ਜੀਓ ਲਾਏ, ਹਲ ਜੋਤੈ ਉਦਮ ਕਰੇ, ਮੇਰਾ ਪੁੱਤ ਧੀ ਖਾਏ, ਇਹ ਬਾਣੀ ਦੇ ਵਿੱਚ ਪਾਤਸ਼ਾਹ ਨੇ ਆਪ ਦਰਜ ਕੀਤਾ। ਸੋ ਉਹਨੇ ਤੇ ਮਨ ਨੂੰ ਵੀ ਕਿਰਸਾਨੀ ਨਾਲ ਜੋੜਿਆ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹਨਾਂ ਨੂੰ ਸਮਝ ਨਹੀਂ ਕਿ ਜਿਸ ਪਾਤਸ਼ਾਹ ਨੇ ਸਾਨੂੰ ਕਿਰਤ ਕਰਨੀ ਸਿਖਾਈ ਹੈ, ਉਸ ਪਾਤਸ਼ਾਹ ਦੇ ਇਹ ਜਿਹੜੀ ਸ੍ਰਿਸ਼ਟੀ ਹੈ, ਉਸ ਸ੍ਰਿਸ਼ਟੀ ਦੇ ਵਿੱਚ ਸੇਵਾ ਕਰਨੀ ਵੀ ਸਿਖਾਈ ਹੈ। ਧਰਮ ਦਾ ਕਰਮ ਹੀ ਹੈ ਲੋੜਵੰਦਾਂ ਦੀ ਸੇਵਾ ਕਰਨੀ, ਕਿਤੇ ਭੀੜ ਬਣੇ ਉਹਦੇ ਕੰਮ ਆਉਣਾ। ਐਜੂਕੇਸ਼ਨ, ਜਿੱਥੇ ਕੋਈ ਅਗਿਆਨਤਾ ਉੱਥੇ ਅਸੀਂ ਗਿਆਨ ਪ੍ਰਕਾਸ਼ ਕਰਨਾ, ਜਿੱਥੇ ਕਿਤੇ ਗੁਰੂ ਦੇ ਦਸਵੰਧ ਵਿੱਚੋਂ ਕਿਸੇ ਦਾ ਭਲਾ ਹੋ ਸਕਦਾ ਹੈ, ਕੋਈ ਮਰ ਰਿਹਾ ਹੈ, ਕੋਈ ਬਿਮਾਰ ਹੈ, ਕਿਸੇ ਦੀ ਸੇਵਾ ਕਰ ਸਕਦੇ ਹਾਂ। ਤੇ ਕੀ ਅੱਜ ਜੇ ਉਸ ਕਿਸਾਨੀ ਦੇ ਕਿੱਤੇ ਨਾਲ ਸੰਬੰਧਿਤ ਲੋਕਾਂ ਨੇ, ਭਾਵੇਂ ਕਿਸੇ ਫਰਕੇ ਦਾ ਹੋਇਆ, ਭਾਵੇਂ ਕਿਸੇ ਵੀ ਧਰਮ ਦਾ ਹੋਇਆ, ਉਹ ਸਾਰੇ ਕਿਸਾਨ ਉੱਥੇ ਡੇਰੇ ਲਾ ਕੇ ਬੈਠੇ ਹੈ ਹੱਕ ਤੇ ਸੱਚ ਦੀ ਲੜਾਈ ਵਾਸਤੇ। ਗੁਰੂ ਨਾਨਕ ਸਾਹਿਬ ਜੀ ਨੇ ਵੀ ਜਦੋਂ ਹੱਕ ਦਾ ਨਾਅਰਾ ਮਾਰਿਆ ਸੀ ਨਾ ਜੀ, ਤੇ ਬਾਬਰ ਵਰਗਿਆਂ ਨੂੰ ਉਹਨਾਂ ਨੇ ਜਾਬਰ ਕਹਿ ਦਿੱਤਾ ਸੀਗਾ। ਉਹਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਇਹੋ ਜਿਹੇ ਸ਼ਬਦ ਬੋਲ ਦਿੱਤੇ ਸੀ ਉਹਨਾਂ ਹਾਕਮਾਂ ਨੂੰ ਜਿਹੜੇ ਧੱਕਾ ਕਰਦੇ ਸੀਗੇ। ਸੋ ਮੈਂ ਸਮਝਦੀ ਹਾਂ ਜੇ ਬਾਬਰਾਂ ਨੂੰ ਜਾਬਰ ਕਹਿ ਸਕਦੇ ਸੀ ਗੁਰੂ ਨਾਨਕ ਸਾਹਿਬ ਜੀ ਹੱਕ ਤੇ ਸੱਚ ਦੀ ਖਾਤਰ, ਕਿਸੇ ਦੀ ਬੇਇਨਸਾਫੀ ਨੂੰ ਹੱਲ ਕਰਨ ਦੀ ਖਾਤਰ, ਕਿਸੇ ਨਾਲ ਹੋ ਰਹੇ ਤਸ਼ੱਦਦ ਦੀ ਖਾਤਰ, ਤੇ ਫਿਰ ਅੱਜ ਜੇ ਇਸ ਕਿਸਾਨ ਦੇ ਉੱਤੇ ਇੰਨਾ ਤਸ਼ੱਦਦ ਹੋ ਰਿਹਾ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਕਿ ਉੱਥੇ ਬੈਠੇ ਆਪਣੇ ਵੀਰਾਂ ਦੀ, ਆਪਣੇ ਭੈਣਾਂ ਦੀ, ਆਪਣੇ ਬਜ਼ੁਰਗਾਂ ਦੀ ਲੰਗਰ ਦੀ ਸੇਵਾ ਕਰੇ, ਉੱਥੇ ਉਹਨਾਂ ਨੂੰ ਬਿਸਤਰੇ ਉਪਲਬਧ ਕਰੇ, ਉੱਥੇ ਉਹਨਾਂ ਨੂੰ ਸ਼ੈਲਟਰ ਦੇਵੇ, ਉੱਥੇ ਉਹਨਾਂ ਨੂੰ ਦਵਾਈਆਂ ਮੁਹੱਈਆ ਕਰਾਏ, ਉੱਥੇ ਉਹਨਾਂ ਦੀ ਹੋਰ ਤਕਲੀਫਾਂ ਜਿਹੜੀਆਂ ਭਾਵੇਂ ਟਾਇਲਟਸ ਦੀ ਗੱਲ ਹੈ ਉਹ ਮੁਹੱਈਆ ਕਰਾਏ। ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਭਰਾ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਨੂੰ ਕਿਹੜੀ ਗੱਲ ਤੋਂ ਤਕਲੀਫ ਹੋਈ ਹੈ। ਇੱਕ ਸਿੱਖ ਦੇ ਮੂੰਹ ਨਹੀਂ ਫੱਬਦੇ ਸ਼ਬਦ ਕਿ ਉਹ ਇਹ ਕਵੇ ਕਿ ਗੁਰੂ ਘਰ 'ਚ ਇਹ ਸੇਵਾਵਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਮੈਂ ਸਮਝਦੀ ਹਾਂ ਕਿ ਉਹਨਾਂ ਨੂੰ ਇਹ ਸ਼ਬਦ ਜਿਹੜੇ ਨਹੀਂ ਕਹਿਣੇ ਚਾਹੀਦੇ। ਇਹ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਫਰਜ਼ ਹੈ ਅਸੀਂ ਉਹ ਪੂਰੇ ਕਰ ਰਹੇ ਹਾਂ, ਔਰ ਅਸੀਂ ਐਕਟ ਵੀ ਜਾਣਦੇ ਹਾਂ, ਅਸੀਂ ਨਿਯਮ ਵੀ ਜਾਣਦੇ ਹਾਂ, ਅਸੀਂ ਉਪਨਿਯਮ ਵੀ ਜਾਣਦੇ ਹਾਂ, ਅਸੀਂ ਆਪਣੇ ਫਰਜ਼ਾਂ ਦੀ ਪਹਿਚਾਣ ਕਰਨਾ ਵੀ ਜਾਣਦੇ ਹਾਂ, ਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਅਸੀਂ ਘਰ ਘਰ ਵੰਡਣਾ ਵੀ ਜਾਣਦੇ ਹਾਂ। ਬੀਬੀ, ਇੱਕ FCI ਦਾ ਮਾਮਲਾ ਜਿਹੜਾ ਸਾਹਮਣੇ ਆਇਆ ਵਾ ਕਿ FCI ਨੇ ਕਿਹਾ ਤਾ ਕਿ ਕਿਸਾਨ ਤੇ ਆੜ੍ਹਤੀਆਂ ਇੱਕ ਵਿਤਕਰਾ ਕੀਤਾ ਜਾ ਰਿਹਾ ਵਾ। ਉਹਨਾਂ ਆੜ੍ਹਤੀਆਂ ਵੱਲੋਂ ਜਿਹੜਾ ਅੱਗੇ ਮਾਇਆੜੀ ਹੁੰਦੀ ਸੀ ਉਹ ਆੜ੍ਹਤੀਆਂ ਦਿੱਤੀ ਜਾਂਦੀ ਸੀ, ਆੜ੍ਹਤੀ ਕਿਸਾਨ ਦੇ ਉੱਤੇ ਕਰਜ਼ਾ ਲੈਂਦੇ ਸੀਗੇ, ਉਹ ਹੁਣ ਆੜ੍ਹਤੀਆਂ ਦੇ ਖਾਤੇ ਵਿੱਚ ਨਹੀਂ ਪਾਈ ਜਾ ਰਹੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇਹ ਕਹਿ ਰਹੇ ਹੈ ਨਾ ਕਿ ਜਿਹੜਾ ਮਾਲਕ ਹੋਏਗਾ ਉਹਦੇ ਖਾਤੇ 'ਚ ਜਾਏਗਾ ਪੈਸਾ, ਹੁਣ ਮੇਰਾ ਖਿਆਲ ਹੈ ਕਿ ਜੇ ਇਸ ਹਿਸਾਬ ਲਾਈਏ ਤਾਂ 70% ਤੇ ਇਸ ਤਰ੍ਹਾਂ ਦੇ ਲੋਕ ਵੀ ਹੈ ਜਿਨ੍ਹਾਂ ਨੇ ਆਪਣੇ ਠੇਕਿਆਂ 'ਤੇ ਜ਼ਮੀਨਾਂ ਦਿੱਤੀਆਂ ਹੁੰਦੀਆਂ, ਜਿੰਨੇ ਵੀ ਫੋਰਨ ਚਲ ਗਏ, ਜਿੰਨੀਆਂ ਕੋਈ ਸਰਵਿਸਿਜ਼ ਵਿੱਚ ਹੈ, ਉਹ ਆਪਣੇ ਠੇਕਿਆਂ 'ਤੇ ਜ਼ਮੀਨਾਂ ਦਿੱਤੀਆਂ ਹੁੰਦੀਆਂ, ਔਰ ਜਿਹੜਾ ਠੇਕੇਦਾਰ ਹੈ ਉਹਨੇ ਪਹਿਲਾਂ ਹੀ ਠੇਕਾ ਤਾਰਿਆ ਹੁੰਦਾ, ਤੇ ਜੇ ਉਹ ਠੇਕੇਦਾਰ ਜਿਹੜਾ ਅੱਜ ਉਹਦੀ ਖੇਤ ਫਸਲ ਦੀ ਜਿਹੜੀ ਹੈ ਮੁੱਲ ਉਹਨੂੰ ਨਹੀਂ ਮਿਲੇਗਾ ਤੇ ਉਹ ਤਾਂ ਬਹੁਤ ਡੁੱਬ ਜਾਏਗਾ, ਉਹ ਤਾਂ ਬੜਾ ਵੱਡਾ ਨੁਕਸਾਨ ਹੋ ਜਾਏਗਾ। ਸੋ ਇਹ ਮਾਲਕ ਨੂੰ ਤਾਂ ਦੇਣਾ ਹੀ ਦੇਣਾ, ਕਿਉਂਕਿ ਮਾਲਕ ਨੂੰ ਤਾਂ ਪਹਿਲਾਂ ਦੇ ਚੁੱਕਾ ਹੁੰਦਾ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਇਹ ਮਾਲਕ ਨੂੰ, ਜਿਹੜਾ ਮਾਲਕ ਹੈ ਉਹਦੇ ਖਾਤੇ 'ਚ ਜਾਏ, ਔਰ ਜਿਹੜਾ ਕੋਈ ਕਿਸਾਨੀ ਦਾ ਕਿੱਤਾ ਕਰ ਰਿਹਾ ਹੈ, ਜਿਹੜਾ ਆਪ ਠੇਕੇ 'ਤੇ ਪੈਲੀ ਵਾਰਿਆ ਹੈ, ਇਹ ਉਹਦੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਕਿ ਉਹਨੇ ਪਹਿਲਾਂ ਸਾਰਾ ਮੁੱਲ ਜਿਹੜਾ ਦਿੱਤਾ ਹੁੰਦਾ, ਸਾਰੀ ਉਹਦੀ ਉਪਜ ਜਿੰਨੀ ਹੋਣੀ ਹੈ ਉਹਦਾ ਠੇਕਾ ਤਾਰਿਆ ਹੁੰਦਾ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ, ਇੱਕ ਤਰ੍ਹਾਂ ਦੇ ਇਕਰਾਰਨਾਮੇ ਕੀਤੇ ਸੀ, ਚਾਹੇ ਆਪਾਂ ਕਿਸਾਨੀ ਕਰਜ਼ੇ ਦੀ ਗੱਲ ਕਰ ਲਈਏ, ਘਰ ਘਰ ਜਾ ਕੇ ਫਾਰਮ ਭਰੇ ਗਏ ਸੀ, ਐਗਰੀਮੈਂਟ ਕੀਤੇ ਗਏ ਸੀ ਕਿਸਾਨ ਦੇ ਨਾਲ ਕਿ ਸਰਕਾਰ ਬਣ ਗਈ ਤੇ ਤੇਰੇ ਵੱਲੋਂ ਭਰੇ ਹੋਏ ਫਾਰਮ ਦੇ ਮੁਤਾਬਕ, ਦੱਸੇ ਹੋਏ ਕਰਜ਼ੇ ਦੇ ਮੁਤਾਬਕ ਤੇਰਾ ਸਾਰਾ ਕਰਜ਼ਾ ਮਾਫ ਹੋ। ਘਰ ਘਰ ਜਾ ਕੇ ਸਰਕਾਰੀ ਨੌਕਰੀ ਵਾਸਤੇ ਫਾਰਮ ਭਰੇ ਗਏ ਸੀ, ਨੌਜਵਾਨਾਂ ਨਾਲ ਐਗਰੀਮੈਂਟ ਕੀਤੇ ਗਏ ਸੀ, ਔਰ ਪਰਿਵਾਰ ਦੇ ਵਿੱਚ ਪਰਿਵਾਰ ਨੂੰ ਇਕੱਠਿਆਂ ਕਰਕੇ ਕਿ ਇੱਕ ਨੂੰ ਨੌਕਰੀ ਮਿਲਣੀ ਹੈ ਬੜੇ ਦਾਅਵੇ ਦੇ ਨਾਲ, ਤੇ ਜਿਹਨੂੰ ਨੌਕਰੀ ਮਿਲਣੀ ਉਹਦਾ ਫਾਰਮ ਭਰ ਦੇ।
ਔਰ ਪਰਿਵਾਰਾਂ ਨੇ ਭਰੋਸਾ ਕੀਤਾ ਉਸ ਐਗਰੀਮੈਂਟ ਤੇ, ਉਸ ਫਾਰਮ ਤੇ, ਉਸ ਵਿਸ਼ਵਾਸ ਤੇ ਨੌਕਰੀ ਵਾਸਤੇ ਫਾਰਮ ਭਰੇ। ਨੌਜਵਾਨਾਂ ਨੂੰ ਕਰੇਜ ਹੁੰਦੀ ਹੈ ਕਿ ਸਾਨੂੰ ਸਮਾਰਟਫੋਨ ਮਿਲੇ, ਵਧੀਆ ਫੋਨ ਮਿਲੇ। ਸਮਾਰਟਫੋਨਾਂ ਦੇ ਨਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਠੱਗਿਆ, ਉਹਦੇ ਨਾਂ ਤੇ ਫਾਰਮ ਭਰੇ। ਦੁਨੀਆ ਜਹਾਨ ਦੇ ਜਿਹੜੇ ਵਾਅਦੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ, ਇੱਕ ਤਰ੍ਹਾਂ ਦੇ ਲਿਖਤੀ ਰੂਪ 'ਚ ਵੀ ਕੀਤੇ, ਤੇ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਠੱਗੀ ਮਾਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਗੁਟਕਾ ਸਾਹਿਬ ਮੱਥੇ ਨੂੰ ਲਾ ਕੇ, ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਸਹੁੰ ਖਾ ਕੇ, ਤਖਤ ਸ੍ਰੀ ਦਮਦਮਾ ਸਾਹਿਬ ਨੂੰ ਮੂੰਹ ਕਰਕੇ ਜਿਹੜੀ ਸਹੁੰ ਖਾਧੀ, ਉਹ ਕੇਵਲ ਤੇ ਕੇਵਲ ਠੱਗੀ ਮਾਰਨ ਵਾਸਤੇ, ਪੰਜਾਬ ਦੇ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਵਾਸਤੇ। ਉਹ ਸਾਰਾ ਕੁਝ ਜਿਹੜਾ ਆ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਬੜੀ ਖੁਸ਼ੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ 2017 ਦੇ ਵਿੱਚ ਸਰਕਾਰ ਬਣਾ ਦਿੱਤੀ। ਹੁਣ 4.25 ਸਾਲ ਹੋ ਗਏ ਨੇ ਸਰਕਾਰ ਬਣੀ ਤੇ ਵਾਅਦਾ ਇੱਕ ਵੀ ਪੂਰਾ ਨਹੀਂ ਕੀਤਾ, ਇੱਕ ਵੀ ਵਫਾ ਵਾਅਦਾ ਨਹੀਂ ਹੋਇਆ। ਉਲਟਾ ਕੀ ਹੈ ਕਿ ਤੁਸੀਂ ਦੇਖੋ, ਇਹਨਾਂ ਕਿਹਾ ਸੀਗਾ ਕਿ ਅਸੀਂ ਪੈਨਸ਼ਨ ਜਿਹੜੀ ਹੈ, ਚਾਹੇ ਬੁਢਾਪਾ ਪੈਨਸ਼ਨ ਹੈ, ਚਾਹੇ ਅੰਗਹੀਨ ਪੈਨਸ਼ਨ ਹੈ, ਚਾਹੇ ਵਿਧਵਾ ਪੈਨਸ਼ਨ ਹੈ, ਇਹ 2000 ਰੁਪਏ ਪ੍ਰਤੀ ਮਹੀਨਾ ਕਰਾਂਗੇ। ਪੈਨਸ਼ਨਾਂ ਹੀ ਨਹੀਂ ਆ ਰਹੀਆਂ। ਉਲਟਾ ਕੀ ਕੀਤਾ ਆ ਕਿ ਗਰੀਬ ਲੋਕਾਂ ਨੂੰ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਸੀ, ਉਹਨਾਂ ਨੂੰ ਰਿਕਵਰੀ ਦੇ ਨੋਟਿਸ ਭੇਜਦੇ ਹੈ ਕਿ ਤੁਸੀਂ ਨਜਾਇਜ਼ ਪੈਨਸ਼ਨ ਲੈਂਦੇ ਰਹੇ। ਇੱਥੋਂ ਤੱਕ ਕਿ ਇਹ ਤੇ ਹੋ ਸਕਦਾ ਕਿ ਕੋਈ 60 ਸਾਲ ਵਾਲੇ ਨੇ 65 ਸਾਲ ਦੱਸ ਕੇ ਆਪਦੀ ਪੈਨਸ਼ਨ ਵਾਲੀ ਹੋਵੇ, ਕਿਸੇ ਬੀਬੀ ਦੀ ਉਮਰ ਘੱਟ ਬਣਦੀ ਹੋਵੇ, ਉਹਨੇ ਵੱਧ ਦੱਸ ਕੇ ਲਵਾਲੀ ਹੋਵੇ। ਗਰੀਬ ਲੋਕੀ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ, ਇਹ ਗੱਲ ਵੱਖਰੀ ਹੈ। ਗਰੀਬ ਦੀ ਗਰੀਬੀ ਵੱਲ ਨਹੀਂ ਦੇਖਿਆ ਜਾ ਰਿਹਾ। ਇੱਥੋਂ ਤੱਕ ਕਿ ਕਈ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਸਾਈਂ ਨੂੰ ਗਏ ਨੂੰ ਲੰਬਾ ਸਮਾਂ ਹੋ ਗਿਆ ਹੈ ਤੇ ਪੈਨਸ਼ਨ ਦੀਆਂ ਹੱਕਦਾਰ ਨੇ ਤੇ ਪੈਨਸ਼ਨ ਮਿਲਦੀ ਸੀ, ਉਹਨਾਂ ਨੂੰ ਵੀ ਨੋਟਿਸ ਘੱਲਤੇ ਰਿਕਵਰੀ ਦੇ ਕਿ ਤੁਹਾਡੀ ਪੈਨਸ਼ਨ ਨਜਾਇਜ਼ ਲੱਗੀ ਹੈ। ਇਹ ਉਹ ਸਰਕਾਰ। ਇਸ ਕਰਕੇ ਜਿਹੜੀ ਆ ਹੁਣ ਤੁਸੀਂ ਦੇਖੋ, ਪੰਜਾਬ ਦੇ ਅੰਦਰ ਜਿਹੜੀ ਬਿਜਲੀ ਦੀ ਸਪਲਾਈ ਸਭ ਤੋਂ ਪਹਿਲਾਂ ਜੋ ਮੈਂ ਸੁਣਿਆ ਜਾਂ ਜੋ ਮੈਨੂੰ ਪਤਾ ਲੱਗਾ ਕਿ 1956 ਚ ਆਈ। 1956 ਤੋਂ ਲੈ ਕੇ ਲਗਾਤਾਰ ਬਿਜਲੀ ਦੇ ਰੇਟ ਹੌਲੀ ਹੌਲੀ ਵਧਦੇ 2017 ਦੀਆਂ ਵਿਧਾਨ ਸਭਾ ਚੋਣਾਂ ਤੱਕ 5 ਰੁਪਏ 40 ਪੈਸੇ ਯੂਨਿਟ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਤੱਕ, ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਪੰਜਾਬ ਦੇ ਅੰਦਰ ਉਹਦਾ ਰੇਟ ਸੀ 5 ਰੁਪਏ 40 ਪੈਸੇ। ਤੇ ਹੁਣ 4 ਸਾਲ ਤੋਂ ਉੱਪਰ ਕੈਪਟਨ ਸਰਕਾਰ ਨੂੰ ਹੋ ਗਈ ਤੇ ਰੇਟ ਕੀ ਹੋ ਗਿਆ? 10 ਰੁਪਏ ਹੋ ਗਿਆ। ਇੱਕ ਤਰ੍ਹਾਂ ਦਾ ਡਬਲ ਹੋ ਗਿਆ ਰੇਟ। ਕਚੂਮਰ ਕੱਟਦਾ ਲੋਕਾਂ ਦਾ। ਬਿਜਲੀ ਹਰ ਇੱਕ ਨੇ ਵਰਤਣੀ ਹੈ, ਹਰ ਇੱਕ ਨੂੰ ਲੋੜ ਹੈ, ਸਰਦਾ ਹੀ ਨਹੀਂ ਤੇ ਬਿਜਲੀ ਦੇ ਰੇਟ ਡਬਲ ਕਰਦੇ। ਇਹ ਕਹਿੰਦੇ ਕਿ ਲੋਕਾਂ ਦਾ ਭਲਾ ਕਰ ਰਿਹਾ। ਸਹੂਲਤ ਕੋਈ ਦਿੱਤੀ ਨਹੀਂ ਜਾ ਰਹੀ। ਨੀਲੇ ਕਾਰਡ ਲੋਕਾਂ ਦੇ ਕੱਟ ਦਿੱਤੇ ਨੇ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਹਿਸਾਬ ਮੰਗਣ ਵਾਸਤੇ ਕਹਿੰਦਾ ਸੀ ਨਾ, ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ ਹੁਣ ਚਾਹੁੰਦਾ ਹੈ ਪੰਜਾਬ, ਮੰਗਦਾ ਹੈ ਪੰਜਾਬ ਕੈਪਟਨ ਤੋਂ ਜਵਾਬ ਦੇ। ਜਵਾਬ ਤੈਨੂੰ ਕਟਹਿਰੇ 'ਚ ਖੜਾ ਕੀਤਾ ਹੈ, ਤੈਨੂੰ ਮਾਣ ਵੀ ਦਿੱਤਾ, ਸਰਕਾਰ ਵੀ ਦਿੱਤਾ, ਤੇਰੀ ਸਰਕਾਰ ਬਣਾਈ, ਪਰ ਹੁਣ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ। ਇਸ ਸੰਬੰਧ ਦੇ ਵਿੱਚ 15 ਮਾਰਚ ਨੂੰ ਸੋਮਵਾਰ ਵਾਲੇ ਦਿਨ ਬਹੁਤ ਹੀ ਲਾਮਿਸਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਜਿਹੜੀ ਹੈ ਉਹ ਦਾਣਾ ਮੰਡੀ ਅਮਰਕੋਟ ਵਿਖੇ ਵਿਧਾਨ ਸਭਾ ਹਲਕਾ ਖੇਮਕਰਨ ਦੀ ਹੋ ਰਹੀ ਹੈ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹਦੇ ਵਿੱਚ ਸ਼ਿਰਕਤ ਕਰਨਗੇ ਔਰ ਇੱਥੋਂ ਦੇ ਲੋਕਾਂ ਨੂੰ ਸੰਬੋਧਨ ਹੋਣਗੇ। ਔਰ ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਾਡੇ ਤੇ ਭਰੋਸਾ ਪ੍ਰਗਟ ਕੀਤਾ। ਵਿਧਾਨ ਸਭਾ ਹਲਕਾ ਖੇਮਕਰਨ ਦੇ ਅਕਾਲੀ ਵਰਕਰਾਂ ਤੇ ਭਰੋਸਾ ਪ੍ਰਗਟ ਕੀਤਾ, ਵਿਸ਼ਵਾਸ ਉਹਨਾਂ ਨੇ ਪ੍ਰਗਟ ਕੀਤਾ ਕਿ ਉਹਨਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ,
ਜਿਹੜੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੇ ਵਿਰੁੱਧ ਰੈਲੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਤਾਂ ਮੈਂ ਚਾਹੁੰਦਾ ਕਿ ਸਭ ਤੋਂ ਪਹਿਲੀ ਰੈਲੀ ਜਿਹੜੀ ਹੈ ਉਹ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕੀਤੀ ਜਾਵੇ। ਇਸ ਕਰਕੇ ਖੇਮਕਰਨ 'ਚ ਕੀਤੀ ਜਾਵੇ ਕਿ ਖੇਮਕਰਨ ਦੇ ਹਲਕੇ ਦੇ ਅਕਾਲੀ ਵਰਕਰਾਂ ਦਾ ਇਕੱਠ, ਰੈਲੀ, ਕਾਨਫਰੰਸ ਹਮੇਸ਼ਾ ਹੀ ਇਤਿਹਾਸਕ ਰਹੀ ਹੈ, ਤੇ ਜਿਹੜਾ ਧੂਮ ਧੜਕੇ ਦੇ ਨਾਲ ਜਿਹੜਾ ਆ ਇੱਥੋਂ ਸ਼ੁਰੂਆਤ ਕੀਤੀ ਜਾਵੇ ਤੇ ਅਸੀਂ ਉਹਨਾਂ ਦੇ ਭਰੋਸੇ ਨੂੰ ਕਾਇਮ ਰੱਖਾਂਗੇ। ਔਰ ਜਿਸ ਤਰ੍ਹਾਂ ਦੀਆਂ ਰੈਲੀਆਂ ਪਿੱਛੇ ਕਰਦੇ ਰਹੇ ਆ, ਉਸ ਤੋਂ ਵੀ ਵੱਡਾ ਤੇ ਲਾਮਿਸਾਲ ਇਕੱਠ ਜਿਹੜਾ ਆ ਉਹ 15 ਮਾਰਚ ਨੂੰ ਦਾਣਾ ਮੰਡੀ ਅਮਰਕੋਟ ਵਿਖੇ ਹੋਏਗਾ। ਅਕਾਲੀ ਵਰਕਰਾਂ ਦੀਆਂ ਪਿੰਡ ਵਾਈਜ਼, ਜ਼ੋਨ ਵਾਈਜ਼, ਪਿੰਡ ਵਾਈਜ਼ ਹਰੇਕ ਵਰਕਰ ਨੂੰ ਇਨਵੋਲਵ ਕਰਕੇ ਜਿਹੜੀਆਂ ਡਿਊਟੀਆਂ ਲਾ ਦਿੱਤੀਆਂ ਨੇ। ਪਿਛਲੇ 5 ਦਿਨਾਂ ਤੋਂ ਲਗਾਤਾਰ ਮੀਟਿੰਗਾਂ ਜਾਰੀ ਨੇ। ਮੀਟਿੰਗਾਂ ਹੀ ਛੋਟੇ ਜ਼ੋਨ ਬਣਾ ਕੇ ਅਸੀਂ ਮੀਟਿੰਗਾਂ ਸਾਦੇ ਤੇ ਮੀਟਿੰਗਾਂ ਹੀ ਰੈਲੀ ਦਾ ਰੂਪ ਧਾਰਨ ਕਰ ਦਿੰਦੀਆਂ ਨੇ। ਅੱਜ ਸਾਡੀ ਕੇਵਲ ਤੇ ਕੇਵਲ ਇੱਕ ਤਰ੍ਹਾਂ 2 ਸ਼ਹਿਰਾਂ ਦੀ ਮੀਟਿੰਗ ਹੈ, ਖੇਮਕਰਨ ਦੀ ਤੇ ਭਿੱਖੀਵਿੰਡ ਦੀ, ਤੇ ਨਾਲ ਵਲਟੋਹੇ ਨਗਰ ਦੀ ਮੀਟਿੰਗ ਹੈ। ਤੇ ਤੁਸੀਂ ਇਹ ਹਿਸਾਬ ਲਾ ਲਓ, ਬਾਹਰ ਮੇਰਾ ਖਿਆਲ ਹੈ ਕਿ ਰੈਲੀ ਬਣੀ ਪਈ ਹੈ ਕਿ ਇਸ ਤਰ੍ਹਾਂ ਦਾ ਲੋਕਾਂ ਵੱਲੋਂ, ਵਰਕਰਾਂ ਵੱਲੋਂ ਉਤਸ਼ਾਹ ਮਿਲ ਰਿਹਾ ਹੈ। ਤੇ ਸਾਨੂੰ ਆਸ ਹੈ ਕਿ ਜਿਹੜੀਆਂ ਪਹਿਲੀਆਂ ਰੈਲੀਆਂ ਹੁੰਦੀਆਂ ਰਹੀਆਂ ਨੇ ਉਹਨਾਂ ਤੋਂ ਵੀ ਜਿਹੜੀ ਹੈ ਇਤਿਹਾਸਕ ਅਤੇ ਲਾਮਿਸਾਲ ਰੈਲੀ ਹੋਈ। ਹਲਕਾ ਖੇਮਕਰਨ ਦੇ ਵਿੱਚ ਦੇਸ਼ ਪ੍ਰਤਾਪ ਕੈਰੋਂ ਵੱਲੋਂ ਜਿੱਥੇ ਜਿਹੜਾ ਦੌਰਾ ਕਰਕੇ ਨੁੱਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ, ਉਸ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਸਰਦਾਰ ਦੇਸ਼ ਪ੍ਰਤਾਪ ਸਿੰਘ ਕੈਰੋਂ ਸਤਿਕਾਰਯੋਗ ਨੇ, ਪਰ ਜਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹੈ, ਜਿਸ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਉਹਨਾਂ ਦੀ ਕਾਰਗੁਜ਼ਾਰੀ ਹੈ, ਇਸੇ ਕਰਕੇ ਹੀ ਉਹਨਾਂ ਦੇ ਨਾਲ ਅੱਜ ਇਹ ਨਹੀਂ ਕਿ ਆਪਾਂ ਜਿਹੜੇ ਤਰਨਤਾਰਨ ਦੀ ਅਕਾਲੀ ਲੀਡਰਸ਼ਿਪ ਦੀ ਗੱਲ ਕਰ ਲਈਏ, ਸਮੁੱਚੇ ਪੰਜਾਬ 'ਚ ਇੱਕ ਵੀ ਅਕਾਲੀ ਆਗੂ ਨਾ ਆਵੇ, ਇੱਕ, ਕਿਉਂਕਿ ਕਦੇ ਉਹ ਪਾਰਟੀ ਦੇ ਵਫਾਦਾਰ ਬਣ ਕੇ ਚੱਲੇ ਹੀ ਨਹੀਂ। ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਪਾਰਟੀ ਵੀ ਨਹੀਂ ਗਿਣਦੇ। ਇਹ ਉਹ ਨੇ। ਤੇ ਬਾਦਲ ਪਰਿਵਾਰ ਕਰਕੇ, ਜਿਨ੍ਹਾਂ ਦੇ ਦਾਮਾਦ ਕਰਕੇ ਉਹ ਕੈਰੋਂ ਪਰਿਵਾਰ ਜਿਹੜਾ ਇੱਕ ਰਾਂ ਨੁਕਰੇ ਲੱਗ ਗਿਆ ਸੀ, ਹਾਸ਼ੀਏ ਤੇ ਚਲਾ ਗਿਆ ਸੀ, ਸਿਆਸੀ ਤੌਰ ਤੇ ਖਤਮ ਹੋ ਗਿਆ ਸੀ, ਤੇ ਕੇਵਲ ਤੇ ਕੇਵਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਕਰਕੇ, ਸ਼੍ਰੋਮਣੀ ਅਕਾਲੀ ਦਲ 'ਚ ਆਉਣ ਕਰਕੇ ਇਹਨਾਂ ਨੂੰ ਮਾਣ ਤੇ ਸਨਮਾਨ ਮਿਲੇ। ਲੋਕਾਂ ਨੇ ਜਿੱਤਾਂ ਬਖਸ਼ੀਆਂ ਦੀ। ਤੇ ਪੱਟੀ ਹਲਕੇ ਤੋਂ ਹੀ ਇੱਕ ਚਾਦਰਬੰਦ ਜ਼ਿਮੀਂਦਾਰ ਜਥੇਦਾਰ ਨਰਿੰਦਰ ਸਿੰਘ ਪੱਟੀ, ਜਿਨ੍ਹਾਂ ਨੇ ਦੇਸ਼ ਪ੍ਰਤਾਪ ਸਿੰਘ ਦੇ ਪਿਤਾ ਸਰਦਾਰ ਸੁਰਿੰਦਰ ਸਿੰਘ ਕੈਰੋਂ ਨੂੰ ਕਈ ਵਾਰ ਹਰਾਇਆ, ਇਹ ਪਰਿਵਾਰ ਸਿਆਸੀ ਤੌਰ ਤੇ ਖਤਮ ਹੋ ਗਿਆ ਸੀ। ਤੇ ਜੇ ਸੰਜੀਵਨੀ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ, ਉਹਨਾਂ ਦੇ ਪਰਿਵਾਰ ਕਰਕੇ, ਉਹਨਾਂ ਦੇ ਦਾਮਾਦ ਕਰਕੇ ਸੀ। ਪਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਗਹਿਣੇ ਨਹੀਂ ਪਾਇਆ, ਇਹਨਾਂ ਨੂੰ ਕੋਈ ਦਾਜ ਨਹੀਂ ਦਿੱਤਾ, ਕੋਈ ਹੱਕ ਨਹੀਂ। ਔਰ ਮੇਰੇ ਨਾਲ ਤਾਂ 20-25 ਸਾਲ ਤੋਂ ਇਹਨਾਂ ਦਾ ਇਹੀ ਆਡਾ ਚੱਲਦਾ ਹੈ। ਪਰ ਮੈਂ ਕਦੇ, ਹਮੇਸ਼ਾ ਹੀ ਇਹਨਾਂ ਦੀ ਖੈਰ ਚਾਹੀਏ, ਹਮੇਸ਼ਾ ਹੀ ਇਹਨਾਂ ਦੀ ਸੁੱਖ ਮੰਗੀ ਹੈ, ਕਿਉਂਕਿ ਇਹਨਾਂ ਦੇ ਉੱਤੇ ਵੀ ਭਾਵੇਂ ਮੰਨਣ ਨਾ ਮੰਨਣ, ਇਹਨਾਂ ਦੇ ਉੱਤੇ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੋਹਰ ਲੱਗੀ ਹੈ, ਠੱਪਾ ਲੱਗਾ ਹੈ। ਉਸ ਠੱਪੇ ਕਰਕੇ ਅਸੀਂ ਹਰ ਵਾਰੀ, ਹਰ ਥਾਂ ਤੇ ਹੀ, ਹਰ ਵਕਤ ਹੀ ਸਰਦਾਰ ਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪੱਟੀ ਹਲਕੇ 'ਚ ਮਦਦ ਕਰਦੇ ਰਹੇ। ਪਰ ਇਹਨਾਂ ਦੀ ਆਦਤ ਹੈ, ਇਹ ਕਿਸੇ ਦੇ ਵਫਾਦਾਰ ਬਣ ਕੇ ਚੱਲ ਹੀ ਨਹੀਂ ਸਕਦੇ। ਲਾਹਨਤ ਇਹੋ ਜਿਹੀ ਰਿਸ਼ਤੇਦਾਰੀ ਦੇ, ਲਾਹਨਤ ਇਹੋ ਜਿਹੇ ਆਗੂ ਦੇ ਜਿਹੜੇ ਕਿਸੇ ਦੇ ਵਫਾਦਾਰੀ ਨਾ ਬਣ ਸਕਣ, ਜਿਨ੍ਹਾਂ ਨੇ 4-4 ਵਾਰਾਂ MLA-ਸ਼ਿਪ ਜਿਸ ਪਾਰਟੀ ਕਰਕੇ ਹੰਡਾਈ ਹੋਵੇ, ਜਿਸ ਮਾਂ ਕਰਕੇ ਹੰਡਾਈ ਹੋਵੇ, ਜਿਸ ਸ਼੍ਰੋਮਣੀ ਅਕਾਲੀ ਦਲ ਕਰਕੇ ਹੰਡਾਈ ਹੋਵੇ, ਤੇ ਵਫਾਦਾਰੀ ਤੁਹਾਡੇ ਖੂਨ 'ਚ ਹੀ ਹੈ। ਜੇ ਵਫਾਦਾਰੀ ਨਹੀਂ ਹੈਗੀ, ਪੱਟੀ 'ਚ ਤੇ ਚੀਕਾਂ ਵੱਜਣ ਦੀਆਂ। ਪੱਟੀ ਹਲਕੇ 'ਚ ਤੁਸੀਂ ਵੜਦੇ ਨਹੀਂ ਜੀ। ਪੱਟੀ ਹਲਕੇ ਦੇ ਵਰਕਰ ਮੇਰੇ ਕੋਲ ਚੀਕਦੇ ਨੇ ਕਿ ਸਾਡੇ ਤੁਸੀਂ ਜ਼ਿਲ੍ਹਾ ਪ੍ਰਧਾਨ ਜੇ, ਸਾਡੇ ਵੀ ਕੋਈ ਵਾਲੀ ਵਾਰਸ ਬਣੋ। ਤੇ ਚੱਕ ਕੇ ਮੂੰਹ ਤੇ ਖੇਮਕਰਨ ਜਾਣ ਕੇ ਤੇ ਮੀਟਿੰਗਾਂ ਕਿਹਨਾਂ ਦੇ ਘਰਾਂ 'ਚ ਕਰਦੇ ਫਿਰਦੇ ਆ, ਜਿਹਨਾਂ ਨੂੰ ਪਿੰਡ 'ਚ ਨਹੀਂ ਕੋਈ ਪੁੱਛਦਾ। ਮੇਰੇ ਖਿਆਲ ਗੁਆਂਢੀ ਵੀ ਨਹੀਂ ਪੁੱਛਦਾ, ਘਰ ਦੇ ਵੀ ਨਹੀਂ ਪੁੱਛਦੇ। ਉਹਨਾਂ ਦੇ ਘਰਾਂ 'ਚ ਵੜ ਕੇ ਇਵੇਂ ਜਾ ਕੇ 15-20 ਗੱਡੀਆਂ ਆਪਦੀਆਂ ਲਿਜਾ ਕੇ ਉੱਥੇ ਜਾ ਕੇ ਮੀਟਿੰਗ ਕਰਕੇ ਜੀ ਮੀਟਿੰਗ ਕਰ ਲਈ। ਆਹ ਬੈਠੇ ਅਕਾਲੀ ਦਲ ਦੇ ਵਰਕਰ, ਬਾਹਰ ਬੈਠੇ ਪੰਡਾਲ ਲਾ ਕੇ, ਪਿੰਡ 'ਚ ਬੈਠੇ ਨੇ ਅਕਾਲੀ ਵਰਕਰ। ਅਕਾਲੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ। ਇਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਾ ਕਰੋ, ਕੈਰੋਂ ਪਰਿਵਾਰ ਦੀ ਗੱਲ ਕਰੋ। ਕਿਹੜੇ ਕੈਰੋਂ ਪਰਿਵਾਰ ਦੀ ਗੱਲ ਕਰੀਏ?
ਕੈਰੋਂ ਪਰਿਵਾਰ ਨਾਲ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ ਹੈ, ਚਾਹੇ ਪ੍ਰਤਾਪ ਸਿੰਘ ਕੈਰੋਂ ਹੋਵੇ ਚਾਹੇ ਹੋਰ ਕੋਈ ਕੈਰੋਂ ਹੋਵੇ, ਔਰ ਹਮੇਸ਼ਾ ਹੀ ਕੈਰੋਂ ਪਰਿਵਾਰ ਨੇ ਅਕਾਲੀ ਦਲ ਦੇ ਉੱਤੇ ਜ਼ਿਆਦਤੀਆਂ ਕੀਤੀਆਂ ਨੇ। ਤੇ ਤੁਹਾਨੂੰ ਤੇ ਖੈਰਫਾ ਹੋਣਾ ਚਾਹੀਦਾ ਹੈ ਕਿ ਤੁਹਾਡੀਆਂ ਉਹਨਾਂ ਜ਼ਿਆਦਤੀਆਂ ਨੂੰ ਭੁੱਲ ਕੇ ਕੈਰੋਂ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਿੱਕ ਨਾਲ ਲਾਇਆ, ਗਲ ਦੇ ਨਾਲ ਲਾਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਕੇ ਤੁਹਾਡੀਆਂ ਜ਼ਿਆਦਤੀਆਂ, ਤੁਹਾਡੇ ਪਰਿਵਾਰ ਦੀਆਂ ਜ਼ਿਆਦਤੀਆਂ ਨੂੰ ਭੁੱਲ ਕੇ ਜਿਹੜੀਆਂ ਜਹਦਰ ਮੋਹਨ ਸਿੰਘ ਤੋੜ ਵਰਗੇ ਨੂੰ ਤੁਸੀਂ ਬਰਫ਼ ਦੇ ਉੱਤੇ ਨੰਗਿਆ ਲੰਮਾ ਪਾ ਪਾ ਕੇ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਤਸ਼ੱਦਦ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਤੇ ਹੋਰ ਜਥੇਦਾਰਾਂ ਦੇ ਉੱਤੇ ਜਿਹੜੇ ਤਸ਼ੱਦਦ ਕਰਦੇ ਰਹੇ ਨੇ। ਸਰਦਾਰ ਪ੍ਰਤਾਪ ਸਿੰਘ ਕੈਰੋਂ ਕਦੀ ਭੁੱਲ ਸਕਦਾ ਅਕਾਲੀ ਦਲ? ਪਰ ਅਸੀਂ ਭੁਲਾਤਾ, ਵਡੇਰੇ ਹਿੱਤਾਂ ਨੂੰ ਭੁਲਾਤਾ। ਚਲੋ ਬੀਤੇ ਦੀ ਗੱਲ ਹੋ ਗਈ, ਪਰ ਮੇਰਾ ਖਿਆਲ ਹੈ ਕਿ ਅੱਜ ਵੀ ਇਹਨਾਂ ਦੇ ਮਨ 'ਚ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜ਼ਹਿਰ ਹੈ। ਅੱਜ ਵੀ ਇਹ ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰਤਾਪ ਸਿੰਘ ਕੈਰੋਂ ਨਫ਼ਰਤ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ, ਇਹ ਉਸੇ ਤਰ੍ਹਾਂ ਹੀ ਨਫ਼ਰਤ ਕਰਦੇ ਨੇ। ਤੇ ਤੁਰੇ ਫਿਰ ਹੁਣ ਮੈਂ 15 ਤਰੀਕ ਤੋਂ ਬਾਅਦ ਮੈਂ ਮਨ ਬਣਾਇਆ ਕਿ ਮੈਂ ਪੱਟੀ ਹਲਕੇ ਦੇ ਵਰਕਰਾਂ ਦੀ ਬਾਂਹ ਫੜਾਂ। ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੈ, ਜਿਹੜੇ ਲਵਾਰਸ ਹੋ ਕੇ ਬੈਠੇ ਨੇ, ਉੱਥੇ ਮੈਂ ਵਿਚਰੂੰਗਾ। ਔਰ ਮੈਨੂੰ ਉੱਥੋਂ ਦੇ ਵਰਕਰ ਕਹਿੰਦੇ ਆ ਕਿ ਬਲਟੋਆ ਸਾਹਿਬ ਤੁਸੀਂ ਆਓ, ਇੱਥੋਂ ਦੀ ਕਮਾਂਡ ਕਰੋ, ਇੱਥੋਂ ਲੜੋ। ਔਰ ਜੇ ਪਾਰਟੀ ਚਾਹੂਗੀ ਤੇ 2022 ਦੀ ਵਿਧਾਨ ਸਭਾ ਚੋਣ ਬਲਟੋਆ ਪਰਿਵਾਰ ਤੋਂ ਇੱਕ ਜਿਹੜਾ ਸਾਡਾ ਆ ਉਹ ਪੱਟੀ ਤੋਂ ਮਿਲਣ। ਸਰ ਕਈ ਵਰਕਰ ਇਹੋ ਜਿਹੇ ਆ ਜਿਹੜੇ ਇੱਥੇ ਅਕਾਲੀ ਦਲ ਦੀ ਵਿਰੋਧਤਾ ਕਰਦੇ ਆ ਤੇ ਪੱਟੀ ਆ ਕੇ ਅਕਾਲੀ ਦਲ ਦੀ ਸਪੋਰਟ ਕਰਦੇ ਆ। ਤੁਸੀਂ ਪਾਰਟੀ ਪ੍ਰਧਾਨ ਹੋ, ਜ਼ਿਲ੍ਹਾ ਪ੍ਰਧਾਨ ਹੋ, ਤੁਸੀਂ ਪਾਰਟੀ ਲੈਵਲ ਤੇ ਇਸ ਮੁੱਦੇ ਨੂੰ ਕਿਉਂ ਨਹੀਂ ਚੁੱਕਦੇ? ਮੈਂ ਬੇਨਤੀ ਕਰਾਂ ਜੀ, ਪਹਿਲੀ ਤਾਂ ਗੱਲ ਹੈ ਕਿ ਉਹ ਅਕਾਲੀ ਹੈ ਹੀ ਨਹੀਂ, ਇਹ ਤਾਂ ਖੁਦ ਅਕਾਲੀ ਨਹੀਂ। ਜਿਹੜੇ ਪੱਟੀ ਹਲਕੇ ਦੀ ਅਗਵਾਈ ਕਰਦੇ ਨੇ ਅਕਾਲੀ ਦਲ ਦੇ ਨਾਂ ਤੇ, ਉਹ ਤਾਂ ਖੁਦ ਅਕਾਲੀ ਨਹੀਂ ਗਏ। ਉਹ ਤਾਂ ਕਹਿੰਦੇ ਅਕਾਲੀ ਦਲ ਦੀ ਗੱਲ ਹੀ ਨਾ ਕਰੋ, ਕੈਰੋਂ ਪਰਿਵਾਰ ਦੀ ਗੱਲ ਕਰੋ। ਤੇ ਉਹ ਕੈਰੋਂ ਪਰਿਵਾਰ ਵਾਲੇ ਜਿਹੜੇ ਇੱਥੇ ਬੈਠੇ ਆ, ਕੋਈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ 2022 ਦੇ ਵਿੱਚ ਸਰਕਾਰ ਬਣ ਜਾਣੀ ਹੈ, ਫਿਰ ਐਤਕੀ ਨਜਿੱਠਾਂਗੇ। ਐਤਕੀ ਹਾਜ ਨਹੀਂ ਰੱਖਦੇ, ਐਤਕੀ ਭੁਲੇਖੇ ਕੱਢਾਂਗੇ। ਜਿਹੜੇ ਇੱਥੇ ਕਾਂਗਰਸੀ ਤੇ ਉੱਥੇ ਕਹਿੰਦੇ ਆ ਕਿ ਅਸੀਂ ਅਕਾਲੀ ਦਲ ਦੇ ਆ, ਅਕਾਲੀ ਦਲ ਦੇ ਤੇ ਘੱਟ ਕਹਿੰਦੇ ਆ, ਹੋਰ ਤਰ੍ਹਾਂ ਦੇ ਬਣਦੇ ਨੇ। ਉਹ ਸਾਰੇ ਐਤਕੀ ਭੁਲੇਖੇ ਕੱਢਾਂਗੇ, ਐਤਕੀ ਕੁਝ ਨਹੀਂ ਰਹਿਣ ਦਿੰਦੇ। ਅਜਿਹਾ ਕੀ ਹੈ ਕਿ ਜਿਹੜਾ ਉਹ ਪੱਟੀ ਹਲਕਾ ਛੱਡ ਕੇ ਤੇ ਆਪਣੇ ਖੇਮਕਰਨ ਹਲਕੇ ਵੱਲ ਉਹਨਾਂ ਰੁਖ ਕੀਤਾ ਵਾ, ਉਹਨਾਂ ਨੂੰ ਇੱਧਰ ਕੀ ਨਜ਼ਰ ਆ ਰਿਹਾ? ਮੇਰਾ ਖਿਆਲ ਹੈ ਕਿ ਪੱਟੀ ਹਲਕੇ 'ਚ ਪਾਰਟੀ ਮਾਂਜੀ ਹੋਈ ਹੈ। ਚਲੋ ਅਸੀਂ ਤਾਂ ਨਹੀਂ ਚਾਹੁੰਦੇ, ਅਸੀਂ ਤਾਂ ਚਾਹੁੰਦੇ ਕਿ ਅਕਾਲੀ ਦਲ ਜਿੱਤੇ, ਜਿੱਤਣਾ ਵੀ ਚਾਹੀਦਾ ਤੇ ਜਿਤਾਵਾਂਗੇ ਵੀ। ਜੇ ਸਰਦਾਰ ਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ ਤੋਂ ਟਿਕਟ ਮਿਲਦੀ ਹੈ, ਡਟ ਕੇ ਮਦਦ ਕਰਾਂਗੇ। ਸਾਡਾ ਫਰਜ਼ ਬਣਦਾ, ਅਸੀਂ ਅਕਾਲੀ ਦਲ ਦੇ ਵਿਰੁੱਧ ਨਹੀਂ ਜਾ ਸਕਦੇ, ਪਰ ਕੋਸ਼ਿਸ਼ ਕਰਾਂਗੇ ਕਿ ਐਤਕੀ ਦੀ ਟਿਕਟ ਕੱਟੀ ਜਾਵੇ। 2022 'ਚ ਜਿਹੜੀ ਹੈ ਆਦੇਸ਼ ਪ੍ਰਤਾਪ ਸਿੰਘ ਇਹ ਟਿਕਟ ਦੇ ਹੱਕਦਾਰ ਨਹੀਂ, ਕਿਉਂਕਿ ਪਾਰਟੀ ਦੇ ਵਫਾਦਾਰ ਨਹੀਂ, ਇਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਨਹੀਂ, ਇਹ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧਤਾ ਕਰਦੇ ਨੇ ਔਰ ਪੱਟੀ ਹਲਕੇ ਦੇ ਵਰਕਰ ਚੀਕਦੇ ਨੇ। ਇਸ ਕਰਕੇ ਇਹਨਾਂ ਨੂੰ ਪੱਟੀ ਹਲਕੇ ਤੋਂ ਜਿਹੜਾ ਇਹਨਾਂ ਦੀ ਟਿਕਟ ਕੱਟੀ ਜਾਵੇ ਔਰ ਕਿਸੇ ਵਫਾਦਾਰ ਨੂੰ, ਕਿਸੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਜਿਹੜੇ ਆਗੂ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ। ਤੇ ਇਸ ਕਰਕੇ ਜਿਹੜਾ ਉੱਥੋਂ ਇਹ ਭੱਜਣਾ ਚਾਹੁੰਦੇ ਨੇ, ਕਿਉਂਕਿ ਕਰਤੂਤ ਹੀ ਇਸ ਤਰ੍ਹਾਂ ਦੀ। ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਵੀ ਕੈਰੋਂ ਪਰਿਵਾਰ ਇਸ ਵਾਰੀ 2022 ਦੀ ਚੋਣ ਵਿਧਾਨ ਸਭਾ ਦੀ ਉਹਨਾਂ ਦਾ ਪਰਿਵਾਰ ਦਾ ਕੋਈ ਵੀ ਮੈਂਬਰ ਖੇਮਕਰਨ ਤੋਂ ਹਲਕੇ ਤੋਂ ਲੜੇਗਾ। ਤੇ ਲੜੀ ਜਾਣ ਜੀ, ਕੋਈ ਬੰਦਸ਼ ਥੋੜੀ। ਅਕਾਲੀ ਦਲ ਇਹਨਾਂ ਦੇ ਪਿਓ ਦਾ ਹੈ, ਇਹ ਅਕਾਲੀ ਦਲ ਦਾਜ 'ਚ ਮਿਲਿਆ ਹੈ। ਅਕਾਲੀ ਦਲ ਬੈਠੇ ਹੈ, ਅਕਾਲੀ ਦਲ ਨੂੰ ਸਿੰਜਿਆ ਆ, ਅਕਾਲੀ ਦਲ ਦੀ ਖਾਤਰ ਕੁਰਬਾਨੀਆਂ ਕੀਤੀਆਂ ਨੇ, ਅਕਾਲੀ ਦਲ ਦੀ ਖਾਤਰ ਮਿਹਨਤ ਕੀਤੀ ਹੈ, ਅਕਾਲੀ ਦਲ ਦੀ ਖਾਤਰ ਲੋਕਾਂ 'ਚ ਰਹਿੰਦੇ ਆ। ਇਸ ਕਰਕੇ ਜਿਹੜਾ ਇਹ ਭੁਲੇਖਾ ਨਾ ਕੋਈ ਰੱਖੇ ਔਰ 15 ਤਰੀਕ ਨੂੰ ਬਾਕੀ ਰਹਿੰਦੇ ਵੀ ਜਿਹੜੇ ਭੁਲੇਖੇ ਆ ਉਹ ਦੂਰ ਹੋ ਜਾਣਗੇ। ਜਾਣਾ ਚਾਹੁੰਦੇ ਆ ਕਾਂਗਰਸ ਜਾਣਾ ਚਾਹੁੰਦੇ ਚਲੇ ਜਾਣ, ਛੇਤੀ ਜਾਣ, ਮਗਰੋਂ ਲੱਥਣ। ਜੇ ਜਾਣਾ ਚਾਹੁੰਦੇ ਆ ਕਿਉਂ ਸਾਰਿਆਂ ਦੇ ਮੁਸੀਬਤ ਬਣੇ ਹੋਏ ਹੈ, ਇਵੇਂ ਨਵੀਂ ਤੋਂ ਨਵੇਂ ਸ਼ੋਸ਼ਾ ਜਿਹਾ ਛੱਡ ਦਿੰਦੇ ਆ। ਪਰ ਮੈਂ ਸ਼ਾਬਾਸ਼ ਦੇਣਾ ਸ਼੍ਰੋਮਣੀ ਅਕਾਲੀ ਦਲ ਦੇ ਖੇਮਕਰਨ ਹਲਕੇ ਦੇ ਵਰਕਰਾਂ ਨੂੰ ਕਿ ਇਹਨਾਂ ਦੀਆਂ 100 ਸਾਜ਼ਿਸ਼ਾਂ ਦੇ ਬਾਵਜੂਦ, ਇਹਨਾਂ ਦੇ 100 ਝੂਠੇ ਪ੍ਰਾਪੇ ਗੰਡੇ ਦੇ ਬਾਵਜੂਦ ਵੀ ਲੋਕੀ ਅਜੇ ਲਾਹਣਤਾ ਪਾਉਂਦੇ। ਇਹ ਆਪਣੇ ਆਪ ਨੂੰ ਕਹਾਉਂਦੇ ਨੇ ਕਿ ਅਸੀਂ ਵੱਡੇ ਆਗੂ, ਅਸੀਂ ਕੈਰੋਂ ਪਰਿਵਾਰ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ। ਮੇਰਾ ਖਿਆਲ ਹੈ ਕਿ ਇੰਨਾ ਕੁਝ ਕਰਨਾ ਆਪਾਂ ਨੇ ਇੰਨੀਆਂ ਮਾੜੀਆਂ ਹਰਕਤਾਂ ਮੁਕਦੇ ਕਿ ਦੇਖੀਆਂ ਹੀ ਨਹੀਂ ਗਏ। ਚਲੋ ਕਰੀ ਜਾਣ ਜੀ। ਇੱਕ ਅਫੀਲੇ ਜੇ ਛੱਡੇ ਆ ਜਿਨ੍ਹਾਂ ਦੀ ਦੁੱਕੀ ਦੀ ਭੁਗਤ ਨਹੀਂ, ਉਹ ਤੁਰੇ ਫਿਰਦੇ ਆ, ਆਪਣੇ ਆਪ ਨੂੰ ਭੁੰਦੇ ਆ ਕਿ ਪਤਾ ਨਹੀਂ ਅਸੀਂ ਕੀ ਬਣ ਗਏ ਆ। ਇਹ ਫੀਲਿਆਂ ਫਾਲਾਂ ਨੂੰ ਮੈਂ ਨਜਿੱਠੂੰਗਾ। ਇਹ ਸਰ ਕੱਲ ਸ਼ਾਮ ਨਾਲ ਨਾਕਾ ਲਾਇਆ ਸੀ ਜੀ ਪਿੰਡ ਸਾਰਕ ਦੇ ਬੱਸ ਸਟੈਂਡ ਤੇ, ਰੇਤਾ ਦੀ ਭਰੀ ਗੱਡੀ ਆਈ ਆ ਜਿਹਦਾ ਕੋਈ ਨੰਬਰ ਨਹੀਂ, ਕੋਈ ਨੰਬਰ ਪਲੇਟ ਲਿਖੀ ਨਹੀਂ ਆ, ਵਿਦਆਊਟ ਨੰਬਰ ਤੋਂ ਹੈਗੀ ਆ। ਇਹ ਡਰਾਈਵਰ ਨੂੰ ਅਸੀਂ ਘੇਰ ਕੇ ਪੁੱਛਿਆ ਵਾ ਤੇ ਡਰਾਈਵਰ ਨੇ ਕੋਈ ਆਪਣਾ ਲਾਇਸੈਂਸ ਨਹੀਂ, ਕੋਈ ਗੱਡੀ ਦਾ ਕਾਗਜ਼ ਨਹੀਂ, ਕਰ ਨਹੀਂ ਸਕਿਆ ਜੀ, ਹੱਥ ਤੋਂ ਛੋ ਨਹੀਂ ਕਰ ਸਕਿਆ। ਉਹਨੂੰ ਲਿਆ ਕੇ ਅਸੀਂ ਫਿਰ ਉਹਦੇ ਜੋ ਬਣਦੀ ਕਾਰਵਾਈ ਸੀ ਉਹਦੇ ਖਿਲਾਫ ਫਿਰ ਮੁਕੱਦਮਾ ਨੰਬਰ 74 ਉਹਦੇ ਖਿਲਾਫ ਮਾਈਨਗਟ ਦਾ ਪਰਚਾ ਦੇ ਦਿੱਤਾ।
ਅਸੀਂ ਕਹਿੰਦੇ ਆ ਕਿ ਜੋ ਵੀ ਕੋਈ ਹੈਗਾ ਵਾ ਰੇਤਾ ਵਾਲਾ, ਪਹਿਲੀ ਤਾਂ ਗੱਲ ਆ ਰੇਤਾ ਚੋਰੀ ਕਰੋ ਨਾ, ਤੇ ਰੇਤਾ ਚੋਰੀ ਕਰਨ ਵਾਲਿਆਂ ਨੂੰ ਅਸੀਂ ਇਹ ਕਹਾਂਗੇ ਕਿ ਤੁਸੀਂ, ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਹੈ ਕਿ ਰੇਤਾ ਨਹੀਂ ਚੋਰੀ ਕਰਨੀ ਚਾਹੀਦੀ, ਕਿਉਂਕਿ ਜਦੋਂ ਸਰਕਾਰ ਦਾ ਹੁਕਮ ਹੈ, ਜਿਹੜਾ ਹੁਕਮ ਹੈ ਹੁਕਮ ਮੁਤਾਬਕ ਚੱਲੋ। ਇੱਕ ਤਾਂ ਗੱਡੀਆਂ ਦੇ ਕਾਗਜ਼ ਪੱਤਰ ਪੂਰੇ ਰੱਖੋ ਜੀ ਆਪਣੇ, ਨਾ ਤੁਸੀਂ ਗੱਡੀਆਂ ਦੇ ਕਾਗਜ਼ ਪੱਤਰ ਪੂਰੇ ਕਰਦੇ ਹੋ, ਮੁੜ ਕੇ ਸਾਡੇ ਤੇ ਇਗਨੋਰ ਕਰਦੇ ਨੇ। ਕਦੀ ਕਿਸੇ ਤੋਂ ਫੋਨ ਕਰਾਉਂਦੇ ਜੋ, ਕਿਉਂ ਕਰਾਉਂਦੇ ਜੋ ਕਿ ਸਾਡੀ ਗੱਡੀ ਛੱਡ ਜੇ। ਆਪਾਂ ਗੱਡੀ ਦਾ ਕੋਈ ਨੰਬਰ ਨਹੀਂ ਜੀ, ਕੋਈ ਲਾਇਸੈਂਸ ਨਹੀਂ, ਵਿਦਆਊਟ ਲਾਇਸੈਂਸ ਤੋਂ ਕਾਗਜ਼ ਹੈ ਨਹੀਂ ਗੱਡੀਆਂ ਦੀ। ਜਿਹੜੀ ਵੀ ਗੱਡੀਆਂ ਨਹੀਂ ਚੱਲੀਆਂ ਉਹਨਾਂ ਦਾ ਕਿਸੇ ਦਾ ਨੰਬਰ ਹੈ ਨਹੀਂ, ਉਹ ਇੱਥੇ ਮੁੜ ਕੇ ਗੱਲ ਜਾਂਦੀ ਹੈ, ਮੁੜ ਕੇ ਸਾਨੂੰ ਆਣ ਕੇ ਕਹਿੰਦੇ ਆ। ਅਸੀਂ ਤਾਂ ਕਹਾਂਗੇ ਭਰਾਵਾਂ ਗੜੀ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਪਹਿਲੀ ਤਾਂ ਗੱਲ ਗਲਤ ਕੰਮ ਕਰੋਗੇ, ਇਹ ਕਾਰਵਾਈ ਚੱਲਦੀ ਰਹੇਗੀ। ਦੇਖੋ ਜੀ, ਇਹ ਤਾਂ ਫਿਰ ਜਿਹੜੇ ਹਿਸਾਬ ਨਾਲ ਤੇ ਕੰਮ ਚੱਲਣ ਦਿਆ ਆ, ਅਸੀਂ ਤਾਂ ਭਰਾਵਾਂ ਗੜੀ ਹੱਥ ਜੋੜਾਂਗੇ ਵੀ ਇਹਨੂੰ ਆਪਾਂ ਠੱਪ ਕਰੀਏ ਕੰਮ। ਹਾਂਜੀ ਸਰ, ਇਹ ਮੈਨੂੰ ਧਮਕੀਆਂ ਦਿੰਦਾ ਸੀ ਕਿ ਮੈਂ ਤੈਨੂੰ ਉਹ ਕਰ ਦਾਂਗਾ, ਤੇਰੇ ਪਾਪਾ ਨੂੰ ਇਹ ਕਰਾਂਗਾ, ਉਹਨੂੰ ਬਦਨਾਮ ਕਰਾਂਗਾ, ਤੇਰੇ ਭਰਾ ਨੂੰ ਮਾਰਾਂਗਾ, ਤੇਰੇ ਤੇ ਐਸਿਡ ਸਿੱਟਾਂਗਾ, ਜੋ ਤੁਹਾਡੇ ਜਲਾਲਾਬਾਦ 'ਚ ਪਹਿਲਾਂ ਵੀ ਹੋ ਚੁੱਕਾ। ਤੁਹਾਨੂੰ ਕਿਸ ਤਰ੍ਹਾਂ ਦਾ ਬਲੈਕਮੇਲ ਸਰ ਇਹ ਕਹਿੰਦਾ ਸੀ ਕਿ ਮੇਰੇ ਨਾਲ ਗੱਲ ਕਰੋ, ਮੈਂ ਗੱਲ ਨਹੀਂ ਕਰਨਾ ਚਾਹੁੰਦੀ ਸੀ। ਹਾਂਜੀ ਸਰ। ਤੇ ਅੱਜ ਕੀ ਵਾਕਿਆ ਹੋਇਆ ਸਰ? ਅੱਜ ਤਾਂ ਫਿਰ ਉਹੀ ਕਿ ਅਸੀਂ ਆ ਰਹੇ ਸੀ, ਸਾਨੂੰ ਬਹੁਤ ਪੁੱਠਾ ਬੋਲਿਆ, ਇਹਨੇ ਗਾਲ ਕੱਢੀ ਆ, ਤੇ ਉਸ ਤੋਂ ਬਾਅਦ ਅਸੀਂ ਫਿਰ ਸਰ ਹੈਲਪ ਲਈ, ਉਹ ਧਰਨਾ ਬਾਹਰ ਲੱਗਿਆ ਸੀ ਤੇ ਉੱਥੇ ਅੰਕਲ ਖੜੇ ਸੀ ਪੁਲਿਸ ਵਾਲੇ, ਉਹਨਾਂ ਤੋਂ। ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਤੁਸੀਂ ਕਿਰਪਾ ਕੀਤਾ, ਹੁਣ ਕਿਸ ਤਰੀਕੇ ਦੀ ਮੰਗ ਕਰਦੇ? ਸਰ ਬਸ ਇਹਨੂੰ ਸਜ਼ਾ ਦਿੱਤੀ ਜਾਵੇ। ਸਰ ਕੁਝ ਦਿਨ ਪਹਿਲਾਂ ਇਹ ਸਾਨੂੰ ਬਹੁਤ ਤੰਗ ਕਰ ਰਿਹਾ ਸੀ, ਸਾਨੂੰ ਦੋਨਾਂ ਭੈਣਾਂ ਨੂੰ। ਇਹਨੇ ਸਾਡੇ ਘਰ ਤੋਂ ਨਿਕਲ ਕੇ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਲੈ ਕੇ ਆਂਦਾ ਸੀ, ਜੋ ਕਿ ਸਾਡੇ ਪੂਰੀ ਗਲੀ ਦੇ ਬੱਚਿਆਂ ਵਾਸਤੇ ਨੁਕਸਾਨ ਸੀਗਾ। ਇਹਨੇ ਪੂਰੇ ਗੱਡੀ ਦੇ ਵਿੱਚ ਸਾਊਂਡ ਲਾ ਕੇ ਪੂਰੇ ਆਵਾਜ਼ਾਂ ਨਾਲ ਹੌਰਨ ਮਾਰਦਾ ਸੀ ਅਤੇ ਉੱਤੋਂ ਸਾਨੂੰ ਤੰਗ ਕਰਦਾ ਸੀ। ਇਹਨੇ ਸਾਡੇ ਬਾਈਕ ਨੂੰ ਵੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਡੇ ਨਾਲ ਦੇ ਗਵਾਂਢੀ ਜਸਵਿੰਦਰ ਕੌਰ, ਉਹਨਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਵਹੀਕਲ ਉਹਨਾਂ ਦੇ ਉੱਪਰ ਲੱਤ 'ਤੇ ਚੜਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਅਸੀਂ ਇਹਨਾਂ 'ਤੇ ਪਰਚਾ ਕਰਵਾਇਆ। ਅੱਜ ਦੁਬਾਰਾ ਇਹਨੇ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਆਏ ਸੀ ਸਟੇਟ ਬੈਂਕ ਆਫ ਇੰਡੀਆ ਜਲਾਲਾਬਾਦ 'ਚ, ਅਤੇ ਇਹਨੇ ਮੇਰੀ ਸਿਸਟਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਅਤੇ ਮੈਂ ਜੋ ਕਿ ਇਹਨੂੰ ਝਿੜਕਿਆ। ਇਹਨੇ ਫਿਰ ਸਾਨੂੰ ਦੁਬਾਰਾ ਗਾਲ ਕੱਢੀ ਅਤੇ ਇਹ ਬਾਈਕ ਲੈ ਕੇ ਦੂਸਰੀ ਗਲੀ ਮੁੜ ਗਿਆ। ਅਸੀਂ ਵੀ ਉੱਥੋਂ ਨਿਕਲੇ ਅਤੇ ਦੂਸਰੀ ਗਲੀ ਮੈਂ ਇਹਦੇ ਪਿੱਛੇ ਐਕਟਿਵਾ ਲਗਾ ਲਈ। ਉੱਥੇ ਜਾ ਕੇ ਪੁਲਿਸ ਖੜੀ ਹੋਈ ਸੀ, ਜਿਨ੍ਹਾਂ ਨੂੰ ਮੈਂ ਕੰਪਲੇਂਟ ਕੀਤੀ ਕਿ ਸਰ ਇਹ ਸਾਨੂੰ ਬਹੁਤ ਤੰਗ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਇਹਨੇ ਸਾਡੀਆਂ ਫੋਟੋਆਂ ਵੀ ਵਾਇਰਲ ਕਰਨ ਦੀ ਸਾਨੂੰ ਬਹੁਤ ਕੋਸ਼ਿਸ਼ ਕੀਤੀ, ਕਿ ਸਾਨੂੰ ਡਰਾਉਂਦਾ ਸੀਗਾ, ਬਲੈਕਮੇਲ ਕਰਦਾ ਸੀ ਕਿ ਮੈਂ ਤੁਹਾਡੀਆਂ ਫੋਟੋਆਂ ਲੀਕ ਕਰ ਦਾਂਗਾ, ਵਾਇਰਲ ਕਰ ਦਾਂਗਾ। ਸੋ ਸਰ ਇਹਦੇ 'ਤੇ ਪੂਰੀ ਕੀਤੀ ਜਾਵੇ, ਇਹਨੂੰ ਸਜ਼ਾ ਦਿੱਤੀ ਜਾਵੇ, ਜੋ ਕਿ ਅਗਲੀਆਂ ਕੁੜੀਆਂ ਨੂੰ ਨਾ ਤੰਗ ਕਰੇ। ਪਹਿਲੇ ਅੱਜ ਤੋਂ ਇਹ ਸਾਲ ਡੇਢ ਪਹਿਲੇ ਦੇ ਬੱਚੇ ਆਪਸ ਵਿੱਚ ਇਕੱਠੇ ਬਹਿੰਦੇ ਸੀ, ਉੱਠਦੇ ਸੀਗੇ, ਆਉਣਾ ਜਾਣਾ ਸੀਗਾ ਇਹਨਾਂ ਦਾ। ਅਤੇ ਮੇਰੇ ਕੋਲ ਚੰਡੀਗੜ੍ਹ ਉੱਥੇ ਮੁਹਾਲੀ ਦੇ ਵਿੱਚ ਰਹਿੰਦੇ ਸੀ। ਮੈਂ ਉੱਥੇ ਲੱਕੜ ਦਾ ਕੰਮ ਕਰਦਾ। ਤੇ ਕੁੜੀ ਵੀ ਉਦੋਂ ਨਾਲ ਰਹਿੰਦੀ ਸੀ? ਹਾਂ ਰਹਿੰਦੀ ਸੀ। ਕੁੜੀ 3 ਮਹੀਨੇ ਸਾਡੇ ਕੋਲ ਉੱਥੇ ਰਹੀ ਹੈ, ਮੁੰਡੇ ਦੇ ਨਾਲ? ਹਾਂ, ਵੀ ਮੈਂ ਇੱਕੇ ਕਮਰੇ ਆਈ, ਮਕਾਨ ਸਾਡਾ ਇੱਕੋ ਪੋਰਸ਼ਨ ਸੀਗਾ, ਅਸੀਂ ਜਿੱਥੇ ਰਹਿੰਦੇ ਸਾਂ। ਮੈਂ ਧੀਆਂ ਤਰ੍ਹਾਂ ਰੱਖੀਏ। ਮੈਂ ਜਿਸ ਦਿਨ ਮੈਨੂੰ ਮਿਲੀ ਸੀ ਸੁਹਾਣੇ ਗੁਰਦੁਆਰੇ ਦੇ ਵਿੱਚ, ਮੈਨੂੰ ਇਹਨੇ ਪੈਰੀ ਹੱਥ ਲਾਏ। ਮੈਨੂੰ ਇਹ ਆਖੇ ਪੁੱਤਰ ਮੇਰੀ ਗੱਲ ਸੁਣ, ਇਹ ਹੱਥ ਲਾਉਣ ਦਾ ਨਤੀਜਾ ਪਤਾ ਕੀ ਹੁੰਦਾ? ਜਾਂ ਤਾਂ ਮਾਂ ਪਿਓ ਦੇ ਹੱਥ ਲਾਈ ਦੇ, ਜਾਂ ਕਿਤੇ ਸਹੁਰਿਆਂ ਦੇ ਹੱਥ ਲਾਈ ਦੇ। ਆਂਦੇ ਤੁਸੀਂ ਮੇਰਾ ਮਾਂ ਪਿਓ ਵੀ ਜੇ, ਸਹੁਰੇ ਵੀ ਜੇ, ਮੇਰੇ ਦੋਨੋਂ ਜੇ। ਮੈਂ ਪੁੱਤ ਇਹ ਵੇਖ ਲਈ, ਆਪਦੇ ਪਿਓ ਦੀ ਪੱਗ ਤੇ ਮੇਰੀ ਪੱਗ ਨੂੰ ਕਿਤੇ ਉਛਾਲੀ ਨਾ, ਬਿਲਕੁਲ ਕੋਈ ਇਹ ਨਾ ਹੋਵੇ ਮੈਨੂੰ ਕੋਈ ਉਂਗਲ ਕਰੇ ਇਹ ਗੱਲ ਤੋਂ। ਇਹ ਬੱਚੇ ਨੂੰ ਮੈਂ ਆਪਦੀ ਧੀਆਂ ਵਾਂਗੂ ਰੱਖਿਆ ਉੱਥੇ, ਵੀ ਸਾਰੇ ਗੱਲੋਂ। ਕੋਈ ਰਹਿੰਦੀ ਸੀ, ਖਾਂਦੀ ਪੀਂਦੀ ਸੀ ਮੇਰੇ ਕੋਲ। ਇਹਨੂੰ ਮੈਂ ਉੱਥੇ ਦਫ਼ਤਰ ਵੀ ਛੱਡ ਕੇ ਆਉਂਦਾ ਸੀ, ਸਕੂਲ ਕਾਲਜ ਦੇ ਵਿੱਚ ਮੋਟਰਸਾਈਕਲ 'ਤੇ, ਅਤੇ ਸਾਡੇ ਕੋਲ ਰਹੀਏ। ਫਿਰ ਮੈਂ ਇਹ ਆਖਣ ਲੱਗੀ ਅਸੀਂ ਵਿਆਹ ਕਰਾਉਣਾ ਹੈ, ਮੈਂ ਵਿਆਹ ਕਰਾਉਣਾ ਅਤੇ ਆਪਦੇ ਮਾਂ ਪਿਓ ਨੂੰ ਮਨਾ ਲਾ। ਮੈਂ ਇਹਨਾਂ ਨੂੰ ਲਵ ਮੈਰਿਜ ਨਹੀਂ ਕਰਾਉਣ ਦਿੱਤੀ ਬਿਲਕੁਲ ਹੀ। ਬਾਕੀ ਇਹ ਬੱਚੇ ਉਦੋਂ ਬਾਅਦ ਇੱਥੇ ਆ ਕੇ ਵੀ ਲਾਕਡਾਊਨ ਤੋਂ ਬਾਅਦ ਮੇਰੇ ਕੋਲ ਇੱਥੇ ਆਏ ਨੇ, ਮੇਰੇ ਕੋਲ ਆਉਂਦੀ ਜਾਂਦੀ ਘਰ ਰਹੀ ਹੈ, 2-3 ਵਾਰੀ ਘਰ ਵੀ ਗਈ ਹੈ ਮੇਰੇ ਕੋਲ, ਮੇਰੇ ਕੰਮ 'ਤੇ ਵੀ ਗਈ ਹੈ। ਮੈਂ ਇਹਨਾਂ ਨੂੰ ਇਹ ਬੇਨਤੀ, ਚਲੋ ਜੇ ਬੱਚੇ ਹੁਣ ਇਹ ਆਪਸ ਇਹਨਾਂ ਦੂਰੀ ਪੈ ਗਈ ਹੈ, ਉਹ ਮੈਨੂੰ ਨਹੀਂ ਪਤਾ ਕਿਹੜੀ ਗੱਲ ਤੋਂ ਪਈ ਹੈ। ਨਾ ਫੋਟੋਆਂ ਵਾਇਰਲ ਕੀਤੀਆਂ ਨੇ, ਨਾ ਕਿ ਅੱਜ ਤੱਕ ਹੋਏਗੀਆਂ। ਫੋਟੋਆਂ ਜ਼ਰੂਰ ਲਿਆਉਂਦੀਆਂ ਖਿੱਚੀਆਂ, ਨਾਲ ਇਹਦੇ ਨਾਲ ਮੋਟਰਸਾਈਕਲ 'ਤੇ ਖਿਚਾਉਂਦੀ ਸੀ ਸ਼ੌਂਕ ਨਾਲ। ਆਪਾਂ ਇਹ ਨਹੀਂ ਆਂਦੇ ਨਹੀਂ ਚਾਹੁੰਦੀ, ਸਾਰਾ ਕੁਝ ਹੁੰਦਾ ਸੀਗਾ। ਅਤੇ ਬੱਚਾ ਚਲੋ ਅਸੀਂ ਅੱਗੇ ਵੀ ਸਾਡੇ
ਧੀ ਪੁੱਤਰ ਮੈਂ ਕਿਹਾ ਵੀ ਸਾਡਾ ਜਿਹੜਾ ਤੇਰਾ ਮਾਂ ਪਿਓ ਕੱਲ ਨੂੰ ਨਾ ਆਖੇ ਲੱਗੇ ਫਿਰ ਮੈਨੂੰ ਦੱਸੋ ਕੀ ਹੋਊਗਾ। ਐਕਚੁਅਲ ਇਹ ਅਮਨਦੀਪ ਸਿੰਘ ਜਲਾਲਾਬਾਦ ਦਾ ਹੀ ਰਹਿਣ ਵਾਲਾ 176/20 ਮਹਿੰਦਰ ਸਿੰਘ ਦੀ ਲੜਕੀ ਬੱਚਾ ਲੱਗਾ ਹੋਇਆ ਸੀ ਸ਼ੇਸ਼ਖਾ ਦਾ ਅੰਡਰ ਸੈਕਸ਼ਨ 354 IPC 'ਚ ਉਹਦੇ 'ਚ ਅਰੈਸਟ ਨਹੀਂ ਸੀ ਹੋਇਆ। ਉਹਦੇ ਵਿੱਚ ਇਹਨੂੰ ਕੱਲ ਜਿਹੜਾ ਹੈਗਾ ਉਹ ਅਰੈਸਟ ਕੀਤਾ ਗਿਆ ਤੇ ਅੱਜ ਜਿਹੜਾ ਹੈਗਾ ਉਹ ਕੋਰਟ 'ਚ ਪੇਸ਼ ਕੀਤਾ ਗਿਆ। ਕਿਉਂਕਿ ਜੇ ਇਹੋ ਜਿਹੇ ਹਾਲ ਕਿ ਲੋਕ ਨੇ ਕਿ ਅਜੇ ਵੀ ਲੜਕੀਆਂ ਦੇ ਨਾਲ ਇਸ ਤਰ੍ਹਾਂ ਮਿਲ ਰਿਹਾ ਇਹਦੀ ਬਾਰੇ ਥੋੜ੍ਹਾ ਇਹ ਤਾਂ ਬਹੁਤ ਮਾੜੀ ਗੱਲ ਹੈ। ਬੇਸਿਕ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਵੀ ਇਹ ਸਾਰੇ ਵਿਹਲੇ ਆ, ਕਿ ਜਿਹੜੇ ਵਿਹਲੇ ਲੜਕੇ ਹੈਗੇ ਬੇਰੁਜ਼ਗਾਰ ਹੈਗੇ ਆ, ਜਿਹੜੇ ਕੋਈ ਕੰਮ ਨਹੀਂ ਕਰਦੇ ਹੈਗੇ, ਉਹਨਾਂ ਦਾ ਜਿਹੜਾ ਹੈਗਾ ਇਹੋ ਜਿਹਾ ਰੁਝਾਨ ਹੈ। ਬਾਕੀ ਇਲਾਕੇ ਦਾ ਫਰਕ ਹੈ। ਆਪਣੇ ਇਸ ਇਲਾਕੇ ਦੇ ਵਿੱਚ ਜਿਹੜੀ ਇਹ 376 ਦੇ ਜਾਂ 354 ਦੇ ਕਾਫੀ ਮਾਮਲੇ ਜਿਹੜੇ ਹੁੰਦੇ ਲੋਕਾਂ ਨੂੰ ਆਪ ਮਾਂ ਪਿਓ ਨੂੰ ਤੇ ਇਹ ਉਜਾਗਰ ਹੋਣ ਦੀ ਲੋੜ ਹੈਗੀ ਹੈ। ਆਪਣੇ ਜਲਾਲਾਬਾਦ ਏਰੀਏ 'ਚ ਬੇਸਿਕਲੀ ਮਾਂ-ਬਾਪ ਵੀ ਜਿਹੜਾ ਹੈਗਾ ਇਹਨਾਂ ਲੋਕਾਂ ਦਾ ਸਾਥ ਦਿੰਦੇ ਆ। ਬੜੀਆਂ ਨਾਬਾਲਗ ਜਿਹੜੀਆਂ ਕੁੜੀਆਂ ਹੈਗੀਆਂ ਨੇ ਉਹਨਾਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਭਜਾ ਕੇ ਮਾਂ-ਬਾਪ ਦਾ ਉਹਦੇ 'ਚ ਹੱਥ ਹੁੰਦਾ। ਅਸੀਂ ਬੜਾ ਉਹਨਾਂ ਨੂੰ ਸਮਝਾਉਂਦੇ ਹਾਂ ਵੀ ਇਹਦਾ ਨਹੀਂ ਹੋ ਸਕਦਾ, ਪਰ ਫਿਰ ਵੀ ਉਹਨਾਂ ਦਾ ਇਹੀ ਇੱਛਾ ਹੁੰਦੀ ਹੈ ਵੀ ਨਹੀਂ ਹੁਣ ਕੁੜੀ ਸਾਡੇ ਕੋਲ ਆ ਗਈ, ਅਸੀਂ ਕੁੜੀ ਨਹੀਂ ਮੋੜਨੀ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕੁਝ ਕਰੀਬ 1-8 ਮਹੀਨੇ ਪਹਿਲੇ ਗੋਇੰਦਵਾਲ ਦੇ ਵਿੱਚ ਗਨ ਹਾਊਸ ਸੀਗੇ। ਗਨ ਹਾਊਸ ਦੇ ਵਿੱਚ ਰਾਤੀ ਥੈਫਟ ਦਾ ਮਸਲਾ ਆਇਆ ਸੀਗਾ, ਜਿਹਦੇ ਵਿੱਚ ਬਹੁਤ ਬੜੀ ਮਾਤਰਾ ਦੇ ਵਿੱਚ ਕਾਰਟ੍ਰਿਜਿਸ ਔਰ ਕੁਝ 에ਅਰ ਗਨਸ ਵਗੈਰਾ ਚੋਰੀ ਹੋਏ ਸੀਗੇ। ਉਸ ਮੈਟਰ ਦੇ ਵਿੱਚ ਅਸੀਂ FIR ਨੰਬਰ 7/457/380/34 ਕਿਉਂਕਿ ਉਹਦੇ ਵਿੱਚ ਸਾਨੂੰ ਜੋ ਗਨ ਹਾਊਸ ਸੀ ਉਹਦੇ ਵਿੱਚ CCTV ਫੁਟੇਜਸ ਰਿਕਵਰ ਹੋਏ ਸੀ, ਉਹਦੇ ਆਧਾਰ ਪਰ ਅਸੀਂ ਪਰਚਾ ਦਿੱਤਾ ਸੀਗਾ। ਤੇ ਉਹੀ ਟੈਕਨੀਕਲ ਐਂਡ ਸਾਇੰਟੀਫਿਕ ਐਵੀਡੈਂਸ ਨੂੰ ਧਿਆਨ ਰੱਖਦੇ ਹੋਏ ਬਹੁਤ ਟਾਈਮ ਤੋਂ ਅਸੀਂ ਪਿੱਛੇ ਲੱਗੇ ਸੀਗੇ। ਸਾਡੇ DSP ਗੋਇੰਦਵਾਲ, SHO ਗੋਇੰਦਵਾਲ, ਉਹਨਾਂ ਨੇ ਉਸ ਟਾਈਮ ਵੀ ਬੜੀ ਮਿਹਨਤ ਕੀਤੀ ਸੀਗੀ ਤੇ ਇਹਨੂੰ ਸਾਰਾ ਬੈਕ ਟਰੈਕ ਕਰਕੇ CCTV ਫੁਟੇਜਸ ਨਾਲ ਟੈਕਨੀਕਲ ਐਵੀਡੈਂਸਿਸ ਔਰ ਉਹਦੇ ਵਿੱਚ ਜੋ ਸੋਨੇ ਦੇ ਉੱਪਰ ਸੁਹਾਗਾ ਕਹਿੰਦੇ ਉਹ ਹੈਗਾ ਗੁਰਚਰਨ ਦਾ ਇਨਫੋਰਮੇਸ਼ਨ ਨੈਟਵਰਕ। ਇਹਦੇ ਕਾਰਨ ਇਹ ਸਾਰਾ ਕੇਸ ਅਸੀਂ ਟ੍ਰੇਸ ਕੀਤਾ ਹੈਗਾ। ਇਹਦੇ ਵਿੱਚ ਕੱਲ ਜੋ ਮੇਨ तीन ਅਕਿਊਜ਼ ਫੜੇ ਗਏ हैं। ਹੁਣ ਹੋਰ ਵੀ ਗ੍ਰਿਫਤਾਰੀ ਬਾਕੀ ਹੈਗੀ, ਉਹਦੇ ਵਿੱਚ ਹੋਰ ਵੀ ਅਸੀਂ ਅਕਿਊਜ਼ ਨੋਮੀਨੇਟ ਆਈਡੈਂਟੀਫਾਈ ਕੀਤੇ ਹੈਗੇ। ਇਹਦੇ ਵਿੱਚ ਕੁੱਲ 9 에ਅਰ ਗਨਸ, 242 ਰਾਉਂਡ ਤੇ ਇੱਕ 30 ਬੋਰ ਦੇ ਸਪ੍ਰਿੰਗਫੀਲਡ ਰਾਈਫਲ ਦੇ 242 ਰਾਉਂਡ ਤੇ 30 ਬੋਰ ਦੇ 21 ਰਾਉਂਡਸ ਰਿਕਵਰ ਹੋਏ ਨੇ। ਇਹਦੇ ਵਿੱਚ ਹੁਣ ਤੱਕ ਅਸੀਂ ਟੋਟਲ 3 ਅਕਿਊਜ਼ ਫੜੇ ਹੈਗੇ, ਜਿਹਦੇ ਵਿੱਚ ਨਵਦੀਪ ਸਿੰਘ ਉਰਫ ਨਵ ਮੇਨ ਅਕਿਊਜ਼ ਸੀਗਾ ਜੋ ਅੰਦਰ ਐਂਟਰ ਹੋਇਆ ਸੀਗਾ ਵਾਰਦਾਤ ਕਰਨ ਦੇ ਟਾਈਮ। ਇਸ ਤੋਂ ਇਲਾਵਾ ਗੁਰਪਾਲ ਸਿੰਘ ਸਨ ਆਫ ਹਰਚਰਨ ਸਿੰਘ, ਇੱਕ ਜਗਰੂਪ ਸਿੰਘ ਸਨ ਆਫ ਮਹਿੰਦਰ ਸਿੰਘ, ਇਹ ਤਿੰਨੋਂ ਸੁਰਸੰਗ ਦੇ ਰਹਿਣ ਵਾਲੇ ਹੈਗੇ। ਤੇ ਇਹਦੇ ਪਿੱਛੇ ਜੋ ਮੇਨ ਬੰਦੇ ਹੁਣ ਅਸੀਂ ਜੋ ਆਈਡੈਂਟੀਫਾਈ ਕੀਤੇ ਹੈ ਉਹਦੇ ਪਿੱਛੇ ਵੀ ਅਸੀਂ ਲੱਗੇ ਹਾਂ, ਜਿਸ ਕਰਕੇ ਕਿ ਵਾਰਦਾਤ ਕਾਹਦੇ ਵਾਸਤੇ ਇਹਨਾਂ ਨੇ ਅੰਜਾਮ ਦਿੱਤੀ ਸੀਗੀ, ਉਹਦੇ ਵਿੱਚ ਜੋ ਆਬਜੈਕਟਿਵ ਸੀਗਾ ਉਹ ਕੀ ਸੀਗਾ, ਉਹ ਚੀਜ਼ ਐਗਜ਼ਾਮਿਨ ਕਰਕੇ ਤੁਹਾਡੇ ਨਾਲ ਫਿਰ ਫਰਦਰ ਅਸੀਂ ਰਾਬਤਾ ਕਰਾਂਗੇ। ਪਹਿਲਾਂ ਸਹੁਰਿਆਂ 'ਚ 4 ਸਾਲ ਰਹਿੰਦੀ ਸੀ, ਉੱਧਰ ਭਰਾਵਾਂ ਦਾ ਕਲੇਸ਼ ਸੀ। ਮੈਨੂੰ ਕਹਿੰਦਾ ਉਹਦੇ ਮਦਰ ਐਕਸਪਾਇਰ ਹੋ ਗਏ, ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਸੀ। ਮੈਂ ਆਪਣੇ ਮਾਪਿਆਂ ਨੂੰ ਕਿਹਾ, ਮੈਂ ਕਿਹਾ ਮੈਨੂੰ ਆਪਣੇ ਵੀ ਇੱਕ ਹੀ ਬੇਟੀ ਹੈ ਇਹਨਾਂ ਦੀ, ਭਰਾ ਮੇਰਾ ਹੈ ਨਹੀਂ। ਮੰਮੀ ਪਾਪਾ ਨੇ ਕਿਹਾ, ਮੈਂ ਕਿਹਾ ਮੈਂ ਕਿਰਾਏ ਭਰਨ ਦੀ ਮਤਲਬ ਹੈ ਨਹੀਂ, ਵਕੀਲ ਹੈਗਾ ਵੈ। ਮੈਂ ਕਿਹਾ ਮੈਨੂੰ 3ਜੀ ਮੰਜ਼ਿਲ ਤੇ ਪੋਸ਼ਨ ਵਗੈਰਾ ਬਣਾ ਦਿਓ। ਕਹਿੰਦਾ ਕੁਝ ਪੈਸੇ ਮੈਂ ਲਗਾਉਣਾ ਵਾ, ਕੁਝ ਤੁਸੀਂ ਲਗਾਓ। ਮੇਰੇ ਮਾਪਿਓ ਨੇ ਮੇਰੀ ਹਰ ਗੱਲ ਮੰਨੀ। ਇਹਨਾਂ ਨੇ 3ਜੀ ਮੰਜ਼ਿਲ ਤੇ ਇਹਨੂੰ ਪੋਸ਼ਨ ਬਣਾ ਕੇ ਦਿੱਤਾ। ਇੱਧਰ ਆ ਕੇ ਵੀ ਮੇਰੇ ਨਾਲ ਇਹਨੇ ਉਹੀ ਕੀਤਾ ਜੋ ਸਹੁਰਿਆਂ 'ਚ ਕਰਦਾ ਸੀ। ਆਪਣੇ ਮਾਪਿਓ ਦੇ ਘਰ ਵੀ ਮਾਰ ਕੁਟਾਈ, ਮਾਪਿਓ ਕੋਲੋਂ ਪੈਸੇ ਲੈ ਕੇ ਦੇ, ਮੈਨੂੰ ਨੀਚੇ ਵਾਲੇ ਕਮਰੇ ਦਵਾ, ਮੈਂ ਆਫਿਸ ਬਣਾਉਣਾ ਹੈ। ਹਰ ਟਾਈਮ ਜੇ ਸਬਜ਼ੀ 'ਚ ਨਮਕ ਘੱਟ ਹੈ ਤਾਂ ਵੀ ਮਾਰਨਾ ਕੁੱਟਣਾ, ਸ਼ਰਟ 'ਚ ਥੋੜਾ ਗੰਦੀ ਰਹਿ ਗਈ ਤਾਂ ਵੀ ਹਰ ਟਾਈਮ। ਮੈਂ ਸ਼ਨੀਵਾਰ ਪਿਛਲੇ ਹਫਤੇ ਮੈਨੂੰ ਇੱਦਾਂ ਹੀ ਨੇ ਮਾਰ ਕੁੱਟਿਆ। ਮੈਂ ਘਰੋਂ ਨਿਕਲ ਕੇ ਇੱਥੇ ਥਾਣੇ ਰਿਪੋਰਟ ਲਿਖਵਾਈ। ਉਹਨਾਂ ਨੇ ਇਹਨੂੰ 9 ਦਿਨ ਤੋਂ ਬੁਲਾ ਰਹੇ, ਪੇਸ਼ ਨਹੀਂ ਸੀ ਹੋ ਰਿਹਾ। ਅੱਜ ਸੁਨੀਤਾ ਮੈਮ ਕੋਲ ਮੇਰਾ ਕੇਸ ਸੀ, ਉਹਨਾਂ ਨੇ ਗੰਦੀ ਬਕਵਾਸਾ ਕਰਦਾ ਜੀ ਉਹ ਦੱਸਦੀ ਪਈ। ਸੁਨੀਤਾ ਮੈਮ ਨੇ ਅੱਜ ਇਹਨੂੰ ਸਵੇਰੇ ਬੁਲਾਇਆ 10 ਵਜੇ। ਉਹ ਵੇਟ ਕਰਦੇ ਰਹੇ 2 ਘੰਟੇ, ਅਸੀਂ ਵੀ ਬੈਠੇ ਰਹੇ। ਉਹਨਾਂ ਨੂੰ ਕੋਈ ਜ਼ਰੂਰੀ ਕੰਮ ਆ ਗਿਆ, ਉਹਨਾਂ ਨੇ 12 ਵਜੇ ਕਹਿੰਦੇ ਅਸੀਂ ਬੈਠੇ ਰਹੇ, ਮੈਮ ਕਿਤੇ ਚਲੇ ਗਏ। ਇਹ 12 ਵਜੇ ਆਇਆ, ਉਹਨਾਂ ਦੇ ਮੁਨਸ਼ੀ ਨੂੰ ਡਿਊਟੀ ਲਗਾ ਕੇ ਗਏ ਸੀ ਵੀ ਇਹਨੂੰ ਜਾਣ ਨਹੀਂ ਦੇਣਾ ਹੈ, ਬੈਠਾ ਰਹੇ। ਉਹਨਾਂ ਦੇ ਮੁਨਸ਼ੀ ਨੇ ਇਹਨੂੰ ਇੰਨੀ ਗੱਲ ਹੀ ਕਹੀ ਵੀ ਮੈਮ ਸਾਨੂੰ ਕਹਿ ਕੇ ਗਏ ਤੂੰ ਜਾਣਾ ਨਹੀਂ ਹੈ, ਬੈਠਾ ਰਹਿ। ਦੂਜੀ ਪਾਰਟੀ ਵੀ ਬੈਠੀ ਹੈ, ਤੂੰ ਕਿਉਂ ਮਤਲਬ ਇੰਨੀ ਨੇਰੀ ਚੱਕ। ਨਹੀਂ ਜੀ, ਕਹਿੰਦਾ ਮੈਨੂੰ ਹੋਰ ਬੜੇ ਕੰਮ ਹੈ, ਮੈਂ ਕਚਹਿਰੀ ਦੇ ਕੰਮ ਕਰਨੇ ਹੈ। ਇਹਨੇ ਆਫਤ ਚੱਕ ਲਈ। ਅੰਦਰ ਜਾ ਕੇ ਪੁਲਿਸ ਉਹਨਾਂ ਦੇ ਮੁਨਸ਼ੀ ਉਹਨਾਂ ਦੇ ਕਮਰੇ 'ਚ ਜਾ ਕੇ ਉਹਨਾਂ ਨਾਲ ਇਹਨਾਂ ਦੀ ਹੱਥੋਂ ਬੱਕੀ ਹੋ ਗਈ। ਮੈਂ ਬਾਹਰ ਬੈਠੀ ਹੋਈ ਸੀਗੀ, ਉਹਨਾਂ ਦੀ ਵਰਦੀ ਵਗੈਰਾ ਖਿੱਚਤੀ ਹੈ, ਕਾਫੀ ਮਾਰ ਕੁਟਾਈ ਇਹਦੀ ਹੋਈ। ਫਿਰ ਉਹਨਾਂ ਨੇ ਵੀ ਇਹਦੇ 'ਤੇ
ਮਾਰਿਆ ਕੁੱਟਿਆ ਇਹਨੂੰ ਵੀ ਕਾਫੀ, ਉਹਨੇ ਤੇ ਪਰਚਾ ਦਰਜ ਕਰਵਾਤਾ ਹੈ। ਹਾਂਜੀ ਪਹਿਲਾਂ ਬੜੀ ਵਾਰੀ ਫਿਰ 9 ਸਾਲਾਂ ਸਮਝ ਲਓ 900 ਫੈਸਲੇ ਕਰਵਾ ਚੁੱਕੇ ਮੇਰੇ ਰਿਸ਼ਤੇਦਾਰ। ਅੱਗੇ ਵੀ ਮੇਰੇ ਕਮਿਸ਼ਨਰ ਦੇ ਲੋਕਡਾਊਨ 'ਚ ਉੱਥੇ ਵੀ ਦਰਖਾਸਤ ਪਾਈ ਸੀ, ਵੂਮਨ ਸੈੱਲ 'ਚ ਵੀ ਮੇਰੀ ਅਗਾਈ। ਫਿਰ ਕਹਿੰਦਾ ਮੈਂ ਜਿੱਦਾਂ ਮਾਫੀਆ ਮੰਗ ਕੇ ਇਹਨੇ ਰਾਜੀਨਾਮਾ ਕਰ ਲਿਆ। ਫਿਰ ਮੈਂ ਕਿਹਾ ਚੱਲ ਘਰ ਨਹੀਂ ਖਰਾਬ ਕਰਨਾ, ਫਿਰ ਮੈਂ ਸਮਝੌਤਾ ਕਰ ਲਿਆ ਦੇਣਾ। ਮੈਂ ਇੰਨੇ ਸਮਝੌਤੇ ਕਰ ਸਕਦੀ ਨਾ, ਤੁਹਾਨੂੰ ਮੈਂ ਗਿਣਵਾ ਨਹੀਂ ਸਕਦੀ, ਪਰ ਇਹ ਬੰਦਾ ਨਹੀਂ ਸੁਧਰਿਆ। ਮੈਂ ਬਾਹਰ ਸੀਗੀ ਅੰਦਰ, ਪਰ ਪਤਾ ਲੱਗ ਗਿਆ ਵੀ ਜਦੋਂ ਬਾਹਰ ਆਏ ਉਹਨਾਂ ਦੀ ਵਰਦੀ ਫਟੀ ਹੋਈ ਸੀਗੀ, ਉਹ ਤਾਂ ਪਤਾ ਲੱਗਦਾ ਹੀ ਵੀ ਇਹਦੇ ਨਾਲ ਹੀ ਹੱਥੋਂ ਬੱਕੀ ਹੋਈ। ਨਹੀਂ ਮੈਨੂੰ ਨਹੀਂ ਕੁੱਟਿਆ, ਮੈਨੂੰ ਘਰ ਮੇਰੇ ਨਾਲ ਬਹੁਤ ਜ਼ਿਆਦਾ ਘਰੇਲੂ ਹਿੰਸਾ ਕਰਦਾ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੇਰਾ ਕੋਈ ਭਰਾ ਨਹੀਂ ਹੈ। ਤੂੰ ਪਿਓ ਨਾਲ ਲੱਗੀ ਹੋਈ ਹੈ, ਤੂੰ ਮਾਸੜ ਨਾਲ ਲੱਗੀ ਗਲਤ ਐਲੀਗੇਸ਼ਨ ਲਾਉਂਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਵੀਰ ਨਾਲ ਲੱਗੀ ਹੋਈ ਹੈ। ਪਹਿਲੇ 22 ਦਿਨ ਸੀ ਪਰ ਘਰੋਂ ਬਾਹਰ ਕੱਟੇ 22 ਦਿਨ ਪਹਿਲੇ ਇਹਨੇ ਸਾਨੂੰ ਕ੍ਰਿਸ 22 ਦਿਨ ਬਾਹਰ ਕੱਟੇ ਸੀ। ਔਰ ਉਸ 22 ਦਿਨ ਅਸੀਂ ਆਏ, ਫਿਰ ਇਹਨੇ ਸਾਡੇ ਹਰ ਘਰ ਲੜਾਈ ਕਰਕੇ ਆਇਆ, ਹਰ ਘਰ ਇਸ ਕਰਕੇ ਗਿਆ ਜੀ। ਮਾਂ ਧੰਦਾ ਕਰਾਉਂਦੀ ਹੈ ਜੀ, ਮਾਂ ਦਲਾਲ ਹੈ ਜੀ, ਪਿਓ ਸ਼ਰਾਬ ਪੀਂਦਾ, ਮਾਂ ਵੋਟੀ ਕੋਲ ਧੰਦਾ ਕਰਾਉਂਦਾ ਜੀ। ਇਹ ਅੱਜ ਰਾਤ ਦੇ ਮੇਰੇ ਕੋਲ ਪਈ ਹੈ, ਸ਼ਾਇਦ ਪਈ ਹੋਣੀ ਹੈ। ਮੈਨੂੰ ਇਨਸਾਫ ਮਿਲੇ, ਮੈਨੂੰ ਤੇ ਤਲਾਕ ਚਾਹੀਦਾ, ਬਸ ਮੈਨੂੰ ਡਿਵੋਰਸ ਚਾਹੀਦਾ। ਮੈਂ ਤੁਸੀਂ ਇਹ ਸੋਚੋ ਜਿਹੜਾ ਪੁਲਿਸ ਵਾਲੇ ਨਾਲ ਇਹ ਕੰਮ ਕਰ ਸਕਦਾ, ਮੇਰੇ ਨਾਲ ਕੀ ਕਰਦਾ ਹੋਊਗਾ। ਮੈਨੂੰ ਸੁਣਵਾਈ ਮੇਰੀ ਕਰੋ, ਮੈਨੂੰ ਇਨਸਾਫ ਚਾਹੀਦਾ ਬਸ। ਜਿਹੜਾ ਬੰਦਾ 6 ਬੰਦੇ ਦੇ ਕਾਬੂ ਨਹੀਂ ਆ ਸਕਦਾ ਜਨਾਬ, ਤੁਸੀਂ ਅਸੀਂ ਗਰੀਬ ਆ। ਹੈ ਵੀ ਹੈ ਕਿ ਇਹਨਾਂ ਨੇ ਕੋਈ ਨਕਲੀ ਡਿਗਰੀ ਜਿੱਦਾਂ ਨਹੀਂ ਹੈਗਾ। ਨਹੀਂ ਤਾਂ ਲਈ ਦੋਰੇ ਪੈਂਦੇ ਮਿਰਗੀ ਦੇ ਜੀ, ਦੋਰੇ ਵੀ ਪੈਂਦੇ ਮਿਰਗੀ ਦੇ। ਮੈਨੂੰ ਧੋਖੇ ਨਾਲ ਇਹਨਾਂ ਨੇ ਦੱਸਿਆ ਵਗੈਰਾ ਵਿਆਹ ਕਰਾਇਆ। ਇਹੋ ਜਿਹਾ ਕੋਈ ਮਸਲਾ ਨਹੀਂ ਆਇਆ ਇੱਥੇ। ਵਕੀਲ ਰਜੇਸ਼ ਕੁਮਾਰ ਆਇਆ ਸੀਗਾ, ਉਹਦੀ ਵਾਈਫ ਨੇ ਉਹਨੂੰ ਕੰਪਲੇਂਟ ਉਹਦੇ ਅਗੇਂਸਟ ਦਿੱਤੀ ਸੀ। ਵਾਈਫ ਨਾਲ ਉਹਦਾ ਡਿਸਪਿਊਟ ਚੱਲਦਾ ਸੀਗਾ ਤੇ ਉਹ ਤੈਸ਼ 'ਚ ਆ ਕੇ ਥੋੜ੍ਹਾ ਜਿਹਾ ਵੱਧ ਘੱਟ ਕਰ ਗਿਆ, ਪਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਪੁਲਿਸ ਨਾਲ ਇਹਦਾ ਕੋਈ ਮੈਟਰ ਨਹੀਂ ਰਹਿ ਗਿਆ। ਉਹਦਾ ਹਸਬੈਂਡ ਵਾਈਫ ਦਾ ਹੈਗਾ, ਉਹਦੀ ਅਸੀਂ ਕਾਰਵਾਈ ਕਰਾਂਗੇ। श्याम है जी, मैं नूर वाला रोड पे दुकान करता हूँ जी, गोलगप्पे टिक्की बर्गर का। तो मेरे पास एक लड़का काम करता था, वो काफ़ी साल पहले काम किया है। उसके बाद में वहाँ बगल में रेडी लगा लिया और दुकान कर लिया उसने। और आज मैं जा रहा था एक्टिवा लेके नीरज मोबाइल वाले के पास मोबाइल रिचार्ज करवाने अपना, तो रेड़ा लेके उन्होंने मेरे एक्टिवा में मारा। मैंने पूछा कि क्यों मारा, उसके बाद मैं गाली दिया। गाली देने के बाद में मैं दुकान पे अपने आ गया, गाली गुली सुन के। मैं कहा चलो कोई बात नहीं, अपनी दुकान पे आ गया। फिर वो 3-4 बंदे लेके लाठी आए, तो मेरे को भी मारा है, ये देखो जी, और मेरे जनानी को भी मारा है बहुत तरीके से। मेरे बच्चे को भी मारा हुआ है बहुत, और एक लड़का मेरा छोटा सा उसके भी मारा हुआ है, यहाँ पे उसके भी लगे हुए टाके। यहाँ अपन मेरा दुकान हमें काम करने के लिए जब मेरे घर वाले ने पूछ रहे थे कि मतलब तो कि गाली क्यों दिया, तो मैं अंदर से बाहर निकली तो वो गाली दे रहा था। जब तक वो लाठी उठा दिए, सोटी मतलब बट्टा जितना है, मैं बचाने के लिए कोशिश कर रही थी, और वो सब मेरे को लाठी से जो हाथ में आया उन्होंने हथियार, मेरे को हथियार से जो उनके हाथ में आया, यहाँ पे ईंट से मारा, यहाँ पे मारा लाठी से, यहाँ पे मारा, और पीठ में बहुत मारा। बंदों ने मारा है, कोई सब लेबर खाली खोल उन्हें गिर गए नीचे। कितने बंदे थे वो 10 वो 5 6 7 8 बंदे थे। बंदे तो वही थे, पहचान लोगे उन लोगों को? हाँ जी, सबको पहचान लूंगी मैं। खाली 3 मेरे नहीं, पुलिस नहीं आई मौके। मैंने ऐसा हुआ ना सर, वो ज्यादा बंदे आगे मारने के लिए, फिर हमने शटर बंद करके अपने अंदर हो गए। मेरा तो हमारे काउंटर बाहर रखे हुए, सारे काउंटर और कैमरे लगे हुए हैं, सारा तोड़ दिया। आपके कैमरे लगे हुए हैं जी, कैमरे तोड़ दिए। वो शीशे का काउंटर लगा हुआ जो गोलगप्पे टिक्की रखते हैं, वो सारे तोड़ दिया। लड़ाई का कारण क्या है? कारण यही है कि मैं एक्टिवा लेके जा रहा था और उसके लगा भी नहीं था, वो बेफालतू के गाली दे दिया मेरे को। अब मैंने भी उससे पूछा कि भाई क्यों तू गाली किया, इतने पे आके मारने लगे। खास रोड के किस नाम से दुकान है? किंग राधे। ये मामला क्या हुआ आज यहाँ पे? गली अपन रेड़ा लेके उत्थे लाने के साइड से कहते रेड़ा नहीं लाना था। मैं फिर रेड़ा क्यों नहीं लाना भाई, बड़ी जगह थोड़ी ना। उन्होंने कहते कि नहीं लाना, अब इधर चले आए, मुड़ के उन्होंने आके हमला करता, साढ़ा चाकू चाकू लेकर सब कुछ। किसने कर दिया? और राधे श्याम परले पास ने। आपकी दुकान का क्या नाम है? साढ़े जो किंग राधे श्याम। तो ये लड़ाई किस बात की है? लड़ाई अंकल जी रेड़ा लाने के चक्कर से डेली। आपकी पहले भी लड़ाई हुई है? किस बात की लड़ाई होती है आपकी? पहले अंकल जी लड़ाई हुई थी, उन्होंने पुराना खुंदा खाते साढ़े नाल, सानू मारन से कुट्टन से आ जाते बार बार। ਤੁਸੀਂ ਤਾਂ ਪਹਿਲਾਂ ਇਕੱਠੇ ਕੰਮ ਕਰਦੇ ਹੁੰਦੇ ਸੀਗੇ? ਪਹਿਲੇ ਅੰਕਲ ਜੀ ਇਕੱਠੇ ਕੰਮ ਕਰਦੇ ਸੀਗੇ, ਇਹ ਤਾਂ ਬਾਰੇ ਸਾਨੂੰ ਨਹੀਂ ਪਤਾ ਇਹਦੇ ਬਾਰੇ। ਦੇਖਿਆ ਗਿਆ ਕਿ ਉਹਨਾਂ ਦੇ ਸੱਟਾਂ ਬਹੁਤ ਲੱਗੀਆਂ ਹੈ। ਹਾਂਜੀ, ਉਹਨਾਂ ਦੇ ਸੱਟਾਂ ਬਹੁਤ ਲੱਗੀਆਂ, ਲੇਡੀਜ਼ ਨੂੰ ਵੀ ਕੁੱਟਿਆ ਗਿਆ ਹੈ। ਅਸੀਂ ਤਾਂ ਕਿਸੇ ਨੂੰ ਕੁੱਟਿਆ ਨਹੀਂ ਅੰਕਲ ਜੀ, ਸਾਡੇ ਤਾਂ ਆਪ ਲੱਗੇ ਫਿਰਦੇ। ਅਸੀਂ ਸੀਸੀਟੀਵੀ ਕੈਮਰੇ ਰਿਕਾਰਡਿੰਗ ਤੇ ਆ ਰਿਹਾ ਤੁਹਾਡੇ ਵੱਲੋਂ ਲੇਡੀਜ਼ ਨੂੰ ਕੁੱਟਿਆ ਗਿਆ, ਇੱਟਾਂ ਵੱਜ ਰਹੀਆਂ। ਅੰਕਲ ਜੀ ਉਹ ਤਾਂ ਅੰਕਲ ਜੀ ਪਤਾ ਨਹੀਂ, ਹੁਣ ਮੈਂ ਤਾਂ ਦੇਖੇ ਨਹੀਂ ਨਾ ਮੈਂ ਕੁੱਟਿਆ, मेरा फोटो जा कर सकते, बाकी पता नहीं, देख लो जो लग गया जी। आज ये जो धरना प्रदर्शन किया गया है, ये ओवरलोडेड टिप्परों के खिलाफ स्थानीय लोगों का प्रदर्शन है। ये आज हमने बेंसा मुख्य मार्केट मेन रोड
उसको जाम किया है, और बड़वा में भी ये प्रोग्राम हमारी तरफ से किया गया है स्थानीय लोगों द्वारा। देखिए, टिप्पर जो हैं ओवरलोडेड टिप्पर हैं, दिन में भी चलते हैं, आप देखते हैं कितनी हालात ख़राब है। कई मासूम लोग इसके शिकार हो गए हैं, कई लोगों की जानें जा चुकी हैं। तो इसी वजह से लोगों में बड़ा रोष था, बड़ा आक्रोश का माहौल था, उस वजह से ये धरना प्रदर्शन किया गया है। और जनता की मांग ये है कि टिप्परों को पूरी तरह बंद किया जाए, ओवरलोड टिप्परों को बंद किया जाए। तो यही हमारी मांग है सरकार से, प्रशासन से, और जब तक ये मांग हल नहीं होती तो हम लोग यहाँ पूरी तरह डटे रहें। रात ये टिप्पर रोकਣ ਦੀ ਵੀ ਜ਼ਰੂਰਤ ਨਹੀਂ ਪੈਣੀ ਸੀ, ਕਿਉਂਕਿ ਕੱਲ ਐਸਐਸਓ ਸਾਹਿਬ ਸਾਨੂੰ ਵਿਸ਼ਵਾਸ ਦਵਾ ਕੇ ਰਾਤ ਅੱਜ ਤੋਂ ਬਾਅਦ ਇਹ ਟਿੱਪਰ ਨਹੀਂ ਆਉਂਗੇ। ਫਿਰ ਤੜਕੇ ਕੀ ਹੋਇਆ? ਤੜਕੇ ਸਾਰੇ ਟਿੱਪਰ ਲੱਗੇ ਹੋਏ ਸੀਗੇ। ਅੱਜ ਸਾਹਮਣੇ ਦੇਖੋ, ਪੰਜਾਬ ਆ ਗੋਲਡਨ ਕੰਪਨੀ ਦਾ ਜਿਹੜਾ ਟਿੱਪਰ ਹੈ, ਇਹ ਬਾਬਾ ਜੀ ਪਿੱਛੋਂ ਟਿੱਪਰ ਲੈ ਕੇ ਆਏ। ਮੈਂ ਇਹਨਾਂ ਨੂੰ ਬੜਾ ਜ਼ੋਰ ਨਾਲ ਹੱਥ ਮਾਰਿਆ, ਮੈਂ ਬਾਬਾ ਜੀ ਰੁਕ ਜਾਓ, ਤੁਸੀਂ ਵੀ ਟਿੱਪਰ ਅੱਗੇ ਲੈ ਕੇ ਨਾ ਜਾਓ। ਇਹਨਾਂ ਨੇ ਮੈਨੂੰ 5-7 ਕੱਢੀਆਂ ਗਾਲਾਂ, ਕਹਿੰਦਾ ਤੁਹਾਡੇ ਵਗੇ 20 ਘੁੰਮਦੇ। ਮੈਂ ਟਿੱਪਰ ਦੇ ਫਰੰਟ 'ਤੇ ਬਹਿ ਗਿਆ ਜੀ। ਮੈਂ ਆਵਾਜ਼ਾਂ ਮਾਰੀਆਂ ਆਲੇ ਵਾਲੇ ਬੰਦੇ ਨੂੰ ਆਪਣੇ ਨੂੰ, ਉਹ ਮੈਂ ਕਿਹਾ ਆ ਰਹੋ ਯਾਰ, ਇਹਨਾਂ ਨੇ ਮੈਨੂੰ ਮਾਰੇ ਦੇਣਾ। ਇਹ ਲੈ ਚੱਲਿਆ ਮੈਨੂੰ ਨਾਲ ਹੀ, ਬੰਦਿਆਂ ਨੇ ਮੂਹਰੇ ਲੱਕੜੀਆਂ ਸੱਟ ਕੇ ਜੀ ਇਹ ਟਿੱਪਰ ਰੋਕਿਆ, ਤਾਂ ਮੈਂ ਗੱਡੀ ਦੇ ਥੱਲੇ ਉਤਰਿਆ। ਕਿੰਨੀ ਦੂਰ ਤੱਕ ਤੁਹਾਨੂੰ ਉੱਪਰੇ ਲਿਆ ਬਿਠਾਲ ਕੇ? 30 ਮੀਟਰ ਤੱਕ ਮੈਂ ਉੱਪਰੇ ਰਿਹਾ ਜੀ ਮੂਹਰੇ। ਅੱਛਾ। ਪਿਛਲੇ 2 ਦਿਨਾਂ ਤੋਂ ਜਿਹੜਾ ਜਾਮ ਲੱਗਿਆ ਹੋਇਆ, ਹਾਂਜੀ, ਤੇ ਕੁੱਲ ਇਲਾਕੇ ਦਾ ਜਿਹੜਾ ਇਹ ਲਿੰਕ ਰੋਡ ਜਾ ਰਿਹਾ ਜੀ ਨੂਪੋਵੇਦੀ ਤੋਂ ਬੰਗਾ ਸਾਹਿਬ। ਹਾਂਜੀ। ਤੇ ਡੀਸੀ ਸਾਹਿਬ ਦੇ ਜਿਹੜੇ ਹੁਕਮਾਂ ਦੇ ਅਨੁਸਾਰ ਹੀ 9 ਟਨ ਤੋਂ ਜਿਹੜਾ ਹੈ ਵੱਧ ਵਜਨ ਵਾਲੀ ਗੱਡੀ ਇਸ ਰੋਡ ਤੇ ਨਹੀਂ ਜਾ ਸਕਦੀ। ਠੀਕ ਹੈ। ਪਰ ਪ੍ਰਸ਼ਾਸਨ ਦੀਆਂ ਜਿਹੜੀਆਂ ਧੱਜੀਆਂ ਉਡਾ ਕੇ ਤੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਬਿਨਾਂ ਪ੍ਰਸ਼ਾਸਨ ਦੇ ਡਰ ਤੋਂ, ਪ੍ਰਸ਼ਾਸਨ ਦੀ ਹੀ ਮਿਲੀ ਭੁਗਤ, ਸਰਕਾਰਾਂ ਦੀ ਮਿਲੀ ਭੁਗਤ ਨਾਲ ਇੱਥੇ 50-50 ਟਨ ਦੇ ਜਿਹੜੇ ਹੈ ਟਿੱਪਰ ਗੱਡੀਆਂ ਲੱਦ ਕੇ ਜਾ ਰਹੀਆਂ ਨੇ। ਕਦੋਂ ਤੱਕ ਜਾਮ ਜਾਰੀ ਰੱਖਣਾ ਫਿਰ? ਜਦੋਂ ਤੱਕ ਡੀਸੀ ਸਾਹਿਬ ਜਾਂ ਕੋਈ ਉੱਚ ਅਧਿਕਾਰੀ ਆ ਕੇ ਲਾਗਲੇ ਪਿੰਡ ਵਾਲਿਆਂ ਨੂੰ ਇਹ ਆਸ਼ਵਾਸਨ ਨਹੀਂ ਦਵਾ ਦਿੰਦੇ ਵੀ ਇੱਥੋਂ ਬਿਲਕੁਲ ਜਿਹੜਾ ਹੈਗਾ ਕੋਈ ਵੀ ਗੱਡੀ ਉਹ ਬੰਦ ਕੀਤੀ ਜਾਵੇ। ਇਹ ਮਸਲਾ ਹੈ ਜੀ, ਸਾਡਾ ਆਏ ਦਿਨ ਸਾਡੇ ਨੌਜਵਾਨਾਂ ਦੀਆਂ ਜਿਹੜੀਆਂ ਮੌਤਾਂ ਇਹਨਾਂ ਟਿੱਪਰਾਂ ਦੇ ਨਾਲ ਹੋ ਰਹੀਆਂ ਨੇ। ਸੋ ਅਸੀਂ ਬਹੁਤ ਲੰਬੇ ਸਮੇਂ ਤੋਂ ਇਹਨਾਂ ਟਿੱਪਰਾਂ ਦੀਆਂ ਨਾਲ ਆ ਰਹੀਆਂ ਮੁਸ਼ਕਲਾਂ ਦੇ ਨਾਲ ਜੂਝ ਰਹੇ ਹਾਂ। ਤੇ ਸਾਡੇ ਲੋਕੀ ਜਦੋਂ ਘਾਹ ਵੱਢਣ ਜਾਂਦੇ ਆ, ਜਿਨ੍ਹਾਂ ਦੇ ਖੇਤ ਨੇ ਸੜਕਾਂ ਦੇ ਨਾਲ, ਹਰ ਟਾਈਮ ਜਿਹੜਾ ਉਹਨਾਂ ਨੂੰ ਮੌਤ ਦਾ ਖੋਹ ਹੈ ਇੱਕ ਉਹਨਾਂ ਦੇ ਸਿਰ ਤੇ ਰਹਿੰਦਾ ਹੈ ਕਿ ਪਤਾ ਨਹੀਂ ਕਦੋਂ ਇਹ ਟਿੱਪਰ ਆ ਕੇ ਉਹਨਾਂ ਦੇ ਉੱਪਰ ਪਲਟ ਜਾਊਗਾ। ਸੋ ਬਹੁਤ ਹੀ ਜ਼ਿਆਦਾ ਮੁਸ਼ਕਲ ਦੇ ਨਾਲ ਸਾਡੇ ਬੱਚੇ ਜਦੋਂ ਸਕੂਲ ਜਾਂਦੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ। ਇਹ ਜਿਹੜੇ ਟਿੱਪਰ ਨੇ, ਓਵਰਲੋਡ ਟਿੱਪਰ ਚੱਲਦੇ ਨੇ, ਇਹ ਸ਼ਰੇਆਮ ਦਿਨ ਦਿਹਾੜੇ ਜਿਹੜਾ ਮੌਤ ਦਾ ਖੌਫ ਹੈ ਉਹ ਸਾਡੇ ਸਿਰ ਤੇ ਮੰਡਰਾਉਂਦਾ ਰਹਿੰਦਾ ਹੈ। ਤੇ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ। ਜਿਹੜੀ ਆਪਾਂ ਸੜਕ ਦੇ ਉੱਤੇ ਖੜੇ ਹਾਂ, ਇਹ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਆਉਂਦੀ ਹੈ, ਜਿੱਥੇ ਕਿ ਇਹ ਟਿੱਪਰ ਬਿਲਕੁਲ ਨਹੀਂ ਚੱਲ ਸਕਦੇ। ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਇਹ ਟਿੱਪਰ ਦਿਨ ਰਾਤ ਜਿਹੜੇ ਇਹ ਸਾਡੀਆਂ ਸੜਕਾਂ ਦੇ ਉੱਤੇ ਚੱਲਦੇ ਨੇ। ਸਾਡੀਆਂ ਤਾਂ ਭੌਰ ਰੋਡ ਤੇ ਬੰਦੇ ਨਹੀਂ ਹੋਈਆਂ ਜੀ। ਇੱਕ ਮਿੰਟ ਜੀ, ਸਾਨੂੰ ਤਾਂ ਆਪ ਇਲਾਕਾ ਸਾਨੂੰ ਤਾਂ ਅੱਜ ਤੱਕ ਕਰਦਾ ਯਾਰ, ਪਹਿਲਾਂ ਮੈਂ ਵੀ ਦੱਸ ਰਿਹਾ ਆਪਣਾ, ਤੇ ਕਹਿੰਦੇ ਆਏ ਨਹੀਂ ਯਾਰ। ਮਹੀਨੇ ਦੇ ਐਕਸੀਡੈਂਟ ਹੋ ਰਹੇ ਜੀ, 4 ਮਹੀਨੇ ਦੇ ਸਬੂਤ ਦੇ ਦੇ ਕਿਤੇ ਥਾਣੇ 'ਚ ਐਪਲੀਕੇਸ਼ਨ ਨਾਕਾ ਲਾ ਕੇ ਬੰਦ ਕੀਤੀਆਂ। ਸਾਡਾ ਪਿੰਡ ਆਪ ਮਹੀਨਾ ਇੱਕ ਮੁੰਡੇ ਬੈਠੇ ਨਾਕਾ ਲਾ ਕੇ ਬੰਦ ਕੀਤੀਆਂ। ਉਹ ਮੈਂ ਹੁਣ ਸੁਣੋ ਮੇਰੀ ਗੱਲ, ਗੱਡੀਆਂ ਉਧਰ ਦੀ ਜਾਂਦੀਆਂ ਸੀ, ਉਹੀ ਰੋਡ ਚੱਲਦੀ ਸੀਗੀ, ਅਗੰਪੁਰ ਵਾਲੀ ਰੋਡ ਚੱਲਦੀ ਸੀ। ਕੋਈ ਰੋਡ ਨਹੀਂ ਚੱਲਦੀ, ਕੋਈ ਉਹ ਮੈਂ ਨਹੀਂ ਕਹਿੰਦਾ ਵੀ ਬਿਲਕੁਲ ਨਹੀਂ ਆਉਂਦੀ, ਹੋ ਸਕਦੀ ਹੈ ਕੋਈ 20-25 ਗੱਡੀ ਇੱਧਰ ਦੀ ਵੀ ਲੱਗੀ ਜਾਂਦੀ ਹੋਊਗੀ, ਬਟ ਜਿਹੜਾ ਜ਼ਿਆਦਾ ਜਿਹੜੇ ਟਿੱਪਰ ਸੀਗੇ ਉਹ ਸਾਈਡ ਦੀ ਜਾਂਦੇ ਸੀ। ਉਹ ਸੜਕ ਬਣ ਗਈ ਹੈ, ਪਰ ਉਹਦੇ ਵਿੱਚ ਹੁਣ ਪ੍ਰੋਬਲਮ ਇਹ ਵੀ 5 ਸਾਲ ਉਹਦੇ ਪਾਣੀ ਖੜਾ, ਉਹ ਪਾਣੀ ਤਾਂ ਹੀ ਉਹ ਸੜਕ ਠੀਕ ਰਹਿਣੀ ਹੈ। ਜੇ ਉਹ ਪਾਸੇ ਪਾਣੀ ਖੜਾ ਹੋਊਗਾ, ਸੀਮੈਂਟ ਦੀ ਰੋਡ ਆ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।